ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਪ੍ਰੋਗਰਾਮ ਦਾ ਨਾਮ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਗੱਲ ਇਹ ਆ, ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜਾ ਮੀਟਰ ਆ ਹੀਟਰ ਵਾਲਾ ਬਾਬਾ ਜੀ ਵਾਲਾ, ਉਹਦੀ ਕਹਿੰਦੇ ਵੀ ਤਾਰ ਸਿੱਧੀ ਲੱਗ ਗਈ ਤੇ ਸੁੱਚ ਸੜ ਗਿਆ। ਇਸ ਕਰਕੇ ਉਹਦੀ ਜਿਹੜੀ ਹੀਟ ਆ ਵਧੀ ਜਾਂਦੀ ਹੈ ਤੇ ਇਸ ਵਕਤ ਪਟਾਕੇ ਪੂਰੇ ਪੈਣ ਡਏ ਆ। ਦੂਜੇ ਪਾਸੇ ਇਹ ਵੀ ਸੀਗੀ ਚਰਚਾ ਜੀ ਕਿ ਵੀ ਸ਼ਾਇਦ ਇੱਧਰੋਂ ਤੇ ਫਿਰ ਇੱਧਰੋਂ ਜਾਂ ਫਿਰ ਉੱਧਰੋਂ ਕਿਤਿਓਂ ਬੱਦਲ ਆਵੇ, ਪਰ ਦੂਰ ਦੂਰ ਤੱਕ ਕਹਿੰਦੇ ਵੀ ਨਜ਼ਰ ਨਹੀਂ ਆਉਂਦਾ। ਇਸ ਕਰਕੇ ਗਰਮੀ ਦੇ ਹਾਲਾਤ ਮਾੜੇ ਆ, ਪਰ ਚਲੋ ਉਸ ਗਰਮੀ ਦੇ ਵਿੱਚ ਫਿਰ ਵੀ ਅਸੀਂ ਆਪਣੇ ਵੱਲੋਂ ਆਪਣੀ ਹਾਜ਼ਰੀ ਲਵਾਉਣ ਆ ਗਏ ਹਾਂ। ਨਾਲ ਆਪਣੇ ਵੀਰ ਪਰਮੀਰ ਬਾਟ ਵੀ ਹੋਰ ਬਾਟ ਸਾਹਿਬ ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਵੱਲ ਨੇ ਵਾਲੀ ਚਾਹੀਦੀਆਂ, ਪਰ ਦੂਜੇ ਪਾਸੇ ਕਹਿੰਦੇ ਵੀ ਗਰਮੀ ਇਹਨੇ ਦੇ ਗਰਮੀ ਵੱਲ ਨਹੀਂ ਆ ਰਹੀ ਤੇ ਵੱਟ ਕੱਢੀ ਜਾਂਦੀ ਆ। ਨਹੀਂ, ਗਰਮੀ ਨੇ ਤਾਂ ਜਾਣੀ 10 ਕੁ ਦਿਨ ਠੀਕ ਰਿਹਾ ਸੀ ਕੰਮ, ਜਦੋਂ ਇੱਕ ਵਾਰੀ ਮਾੜਾ ਮੋਟਾ ਛਿੱਟ ਛੋੜਾ ਜਿਹਾ ਹੋਇਆ ਨਹੀਂ ਉਦੋਂ ਸੁੱਚ ਬੰਦ ਕਰ ਲਿਆ ਤੇ ਹੁਣ ਕਹਿੰਦੇ ਸੁੱਚ ਛੱਡ ਗਿਆ ਤੇ ਸਿੱਧੀ ਤਾਰ ਲਾਈ ਇਹ ਤੇ ਨਹੀਂ। ਮਹਾਰਾਜ ਨੇ ਵੀ ਦੇਖਿਆ ਕਿ ਨਾ ਤਾਂ ਲੀਡਰ ਹਟਦੇ ਆ, ਨਾ ਪੱਤਰਕਾਰ ਹਟਦੇ ਆ, ਨਾ ਆਮ ਲੋਕ ਹੀ ਹਟਦੇ ਆ। ਫਿਰ ਜਦੋਂ ਮਹਾਰਾਜ ਆਪਣਾ ਤਾਪ ਛੱਡਦਾ ਫਿਰ ਇਹਨਾਂ ਦੀ ਗਰਮੀ ਥੋੜੀ ਜਿਹੀ ਮਿੱਠੀ ਪੈ ਜਾਂਦੀ ਆ। ਹਾਂ, ਹੁਣ 47 ਡਿਗਰੀ ਟੈਂਪਰੇਚਰ ਕਹਿੰਦੇ ਹੋ ਜਾਣਾ। ਨਹੀਂ ਔਖਾ। ਦੇਖੋ ਕਾਰਨ ਇਹ ਆ ਵੀ ਇਹ ਜਿਸ ਹਿਸਾਬ ਨਾਲ ਹੁਣ ਤੋਂ 47 ਹੋ ਗਿਆ, ਫਿਰ ਇਸ ਹਿਸਾਬ ਨਾਲ ਤੇ 50 ਟੱਪੂ। ਨਹੀਂ ਮਹਾਰਾਜ 50 ਟੱਪੂ ਕਹਿਣਾ ਸੌਖਾ, ਸਹਿਣਾ ਔਖਾ। ਨਹੀਂ ਉਹ ਤੇ ਹੈਗਾ, ਪਰ ਹੁਣ ਕਰੀਏ ਕੀ? ਹੁਣ ਜਦੋਂ ਨਹੀਂ ਬਾਬਾ ਅਜੇ ਧਿਆਨ ਦੇ ਰਿਹਾ ਇਸ ਪਾਸੇ। ਨਹੀਂ, ਮੈਨੂੰ ਕਦੀ ਐਂ ਲੱਗਦਾ ਹੁੰਦਾ ਵੀ ਤੁਸੀਂ ਉਹ ਹੁੰਦਾ ਨਾ ਵੀ ਰੇਤ ਦਾ ਠੇਕਾ ਮਿਲ ਗਿਆ ਜੀ, ਉਹਨੂੰ ਸ਼ਰਾਬ ਦਾ ਠੇਕਾ ਮਿਲ ਗਿਆ ਜੀ, ਉਹਨੂੰ ਇਸ ਚੀਜ਼ ਦਾ। ਤੁਸੀਂ ਕਿਤੇ ਮਾੜੀ ਖਬਰ ਰੋਜ਼ ਸੁਣਾ ਕੇ ਲੋਕਾਂ ਨੂੰ ਡਰਾਉਣ ਦਾ ਠੇਕਾ ਦਿੰਦੇ। ਕੱਲ੍ਹ ਤੁਸੀਂ ਕਹਿੰਦੇ ਸੀ ਜੀ ਬੱਤੀ ਘਟ ਗਈ ਜੀ, ਪਤਾ ਨਹੀਂ ਕਿੰਨੇ 100 ਵੱਧ ਗਈ ਜੀ ਮੰਗ, ਪਿਛਲੇ ਪਾਸੇ ਔਖਾ ਹੋ ਗਿਆ। ਉਹ ਕਹਿੰਦੇ ਜੀ ਚੈਕਿੰਗ ਕਰਾਉਣੀ ਆ। ਇੱਕ ਦਿਨ ਬੰਦਾ ਦੱਸਦਾ ਕਿ ਬਿਜਲੀ ਘਟ ਜਾਣੀ ਆ, ਡਿਮਾਂਡ ਵੱਧ ਗਈ ਆ। ਦੂਜੇ ਦਿਨ ਬੰਦਾ ਕਹਿੰਦਾ ਜੀ ਗਰਮੀ ਬੜੀ ਵੱਧ ਗਈ। ਹੁਣ ਲੋਕ ਕਿੱਥੇ ਨੂੰ ਭੱਜਣ? ਨਹੀਂ ਹੁਣ ਮੇਰੇ ਹੱਥ ਵਸ ਨਹੀਂ ਨਾ, ਜਾਂ ਤੇ ਵੀ ਕੋਈ ਹੋਵੇ ਸੁੱਚ ਤੇ ਮੈਂ ਕੱਟ ਦੇਵਾਂ ਵੀ ਵੀਰ ਲੈ ਆ ਬੱਤੀ ਹੁਣ ਇੱਥੇ ਚੱਲੂਗੀ ਤੇ ਵੀਰ ਗਰਮੀ ਮੈਂ ਘਟਾਤੀ। ਮਹੀਨੇ ਨੂੰ ਇਲੈਕਸ਼ਨ ਹੋਣੀ ਹੁੰਦੀ ਪੰਜਾਬ ਦੀ, ਤੁਸੀਂ ਕਹਿਣਾ ਮੇਰੇ ਸਾਰਾ ਕੁਝ ਹੱਥ ਵਸ ਆ, ਬਾਬੇ ਨਾਲ ਮੇਰੀਆਂ ਸਿੱਧੀਆਂ ਤਾਰਾਂ ਜੁੜੀਆਂ, ਹੌਟਲਾਈਨ ਤੇ ਗੱਲ ਕਰਦੇ, ਸਵੇਰੇ ਬੱਤੀ ਲਿਆ ਦਿੰਨੇ ਆ। ਨਹੀਂ ਇਹ ਤੇ ਗੱਲ ਹੈਗੀ ਆ, ਪਰ ਦੇਖੋ ਇੱਕ ਗੱਲ ਤੇ ਪੱਕੀ ਆ ਵੀ ਜਿਸ ਹਿਸਾਬ ਨਾਲ ਮੌਸਮ ਹੈ ਇਸ ਵਕਤ ਵਿਗੜਿਆ ਪਿਆ। ਇਹ ਇਕੱਲੀ ਉੱਥੋਂ ਦੀ ਗੱਲ ਨਹੀਂ, ਆਪਾਂ ਆਲ ਓਵਰ ਵਰਲਡ ਹੀ ਦੇਖ ਲਈਏ ਵੀ ਕਈਆਂ ਥਾਵਾਂ ਤੇ ਜਿੱਥੇ ਕਹਿੰਦੇ ਕਿ ਕਦੀ ਮੀਂਹ ਨਹੀਂ ਸੀ ਪਿਆ, ਉੱਥੇ ਮੀਂਹ ਪੈਣ ਲੱਗ ਪਏ। ਜਿੱਥੇ ਕਹਿੰਦੇ ਸੀ ਵੀ ਆਮ ਹੀ ਠੰਡ ਹੁੰਦੀ ਸੀ, ਉੱਥੇ ਗਰਮੀ ਹੋਣ ਲੱਗ ਪਈ। ਕਈਆਂ ਥਾਵਾਂ ਤੇ ਕਹਿੰਦੇ ਯਾਰ ਇਹਨਾਂ ਦਿਨਾਂ ਦੇ ਵਿੱਚ ਤੇ ਠੰਡ ਨਹੀਂ ਹੁੰਦੀ, ਉਹਨਾਂ ਦਿਨਾਂ 'ਚ ਠੰਡ ਹੋਣ ਲੱਗ ਪਈ। ਜਿੱਥੇ ਕਹਿੰਦੇ ਵੀ ਯਾਰ ਇੱਥੇ ਇਹਨਾਂ ਦਿਨਾਂ 'ਚ ਬਰਫ਼ ਨਹੀਂ ਹੁੰਦੀ, ਉੱਥੇ ਬਰਫ਼ ਵੀ ਪੈਣ ਲੱਗ ਪਈ। ਇਹਦਾ ਮਤਲਬ ਇਹ ਹੋ ਗਿਆ ਵੀ ਕੋਈ ਨਾ ਕੋਈ ਫਾਈਲ ਤੇ ਇੱਧਰੋਂ ਉੱਧਰੋਂ ਹਿੱਲੀ ਆ, ਜਿਹਦਾ ਕਰਕੇ ਇਹ ਜਿਹੜਾ ਗੋਲਾ ਬਣਾਇਆ, ਇਸ ਗੋਲੇ ਦੇ ਘੇਰੇ ਕਿਤੇ ਨਾ ਕਿਤੇ ਕੁਛ ਨਾ ਕੁਛ ਹੋਈ ਜਾਂਦਾ। ਨਹੀਂ ਤੁਸੀਂ ਦੇਖੋ ਕਿ ਕਿੰਨੇ ਲੋਕਾਂ ਨੇ ਤਸਵੀਰਾਂ ਭੇਜੀਆਂ ਆਪਣੇ ਸੱਜਣਾ ਨੇ ਕਿ ਆ ਦੇਖੋ ਜੀ ਸਾਡੇ ਪਿੰਡ ਬੂਟੇ ਲੱਗੇ ਸੀ, ਸੜਕ ਦੇ ਖੇਤ ਦੇ ਕਿਨਾਰੇ ਸੀ, ਅੱਗ ਲਾਉਣ ਵਾਲਿਆਂ ਨੇ ਕਸਰ ਨਹੀਂ ਛੱਡੀ। ਆ ਦੇਖੋ ਨਿਆਣਿਆਂ ਨੇ 2-2 ਸਾਲ ਹੋ ਗਿਆ ਸੀ, ਨੌਜਵਾਨ ਸਭਾਵਾਂ ਨੇ ਬੂਟੇ ਪਾਲੇ 2-2 ਸਾਲ ਤੋਂ। ਆ ਦੇਖੋ ਜੀ ਅੱਗ ਲਾ ਕੇ ਤਬਾਹ ਕਰ ਦਿੱਤੇ ਆ, ਪੱਤੇ ਸੜ ਗਏ ਆ। ਹੁਣ ਉਹ ਬੂਟੇ ਨਹੀਂ ਰਹੇ, ਪਰ ਸੂਰਜ ਹੈਗਾ। ਬਾਬਾ ਦੇਖਦਾ ਕਿ ਭਾਈ ਇਹ ਕਰੀ ਕੀ ਜਾਂਦੇ ਆ। ਸਾਰੇ ਪਾਸੇ ਕੰਕਰੀਟ ਪਈ ਜਾਂਦਾ, ਫਰਸ਼ਾਂ ਪਈ ਜਾਂਦੀਆਂ, ਉਧਰਲੇ ਪਾਸੇ ਖੇਤ ਦੇ ਆਲੇ ਦੁਆਲੇ ਰੁੱਖ ਕੋਈ ਨਹੀਂ। ਫਿਰ ਸੂਰਜ ਤਾਂ ਉੱਥੇ ਹੀ ਆ ਨਾ, ਰੁੱਖ ਹੀ ਅਸੀਂ ਘਟਾਇਆ, ਕੰਮ ਤਾਂ ਖਰਾਬ ਹੋਣਾ ਹੀ ਹੋਣਾ। ਫਾਈਲ ਤਾਂ ਇੱਧਰ ਉੱਧਰ ਹੋਈ ਆ ਫਿਰ ਆਪ ਵੀ ਕੀਤੀ ਆਪਾਂ ਥੋੜੀ। ਪਰ ਚਲੋ ਆਸ ਕਰਦੇ ਹਾਂ ਵੀ ਇਹ ਸਾਰਾ ਕੁਝ ਸੈੱਟ ਹੋਵੇ। ਤੇ ਸੈੱਟ ਕਰਨ ਦੇ ਚੱਕਰ 'ਚ ਹੁਣ ਕਹਿੰਦੇ ਆ ਵੀ ਕੁੰਡੀ ਹਟਾਓ ਮੁਹਿੰਮ ਜੀ, ਇਹ ਕਹਿੰਦੇ ਵੀ ਸਰਕਾਰ ਨੇ ਚਲਾਈ। ਉਹ ਕਹਿੰਦੇ ਵੀ ਕਾਰਨ ਇਹ ਆ ਵੀ ਬੱਤੀ ਜਿਹੜੀ ਆ ਉਹ ਜਦੋਂ ਅਸੀਂ ਇੱਥੋਂ ਛੱਡੀਏ ਉਹ ਸਿੱਧੀ ਟਰਾਂਸਫਾਰਮਰ 'ਚ ਜਾਵੇ, ਟਰਾਂਸਫਾਰਮਰ ਤੋਂ ਕੇਬਲ ਰਾਹੀਂ ਮੀਟਰ 'ਚ ਜਾਵੇ ਤੇ ਮੀਟਰ ਤੋਂ ਬਾਹਰ ਨਿਕਲ ਕੇ ਤੇ ਤੁਹਾਡੇ ਘਰੇ ਆਵੇ, ਤਾਂ ਜੋ ਸਾਨੂੰ ਪਤਾ ਲੱਗੇ ਵੀ ਕਿੰਨੀ ਬੱਤੀ ਤੁਸੀਂ ਵਰਤੀ ਜੀ। ਉਹ ਕਹਿੰਦੇ ਵੀ ਇਹ ਬੜੀ ਗੱਲ ਸਮਝੋ ਬਾਹਰ ਹੁੰਦੀ ਹੈ ਵੀ ਸਾਡੇ ਵੱਲੋਂ ਬੱਤੀ ਜਾਂਦੀ ਹੈ, ਟਰਾਂਸਫਾਰਮਰ ਤੱਕ ਵੀ ਜਾਂਦੀ ਹੈ, ਉਹਦਾ ਸਿੱਧਾ ਹੀ ਬਲਬ ਜਗਣ ਲੱਗ ਪੈਂਦਾ, ਜਾਂ ਪੱਖਾ ਚੱਲਣ ਲੱਗ ਪੈਂਦਾ, ਜਾਂ AC ਚੱਲਣ ਲੱਗ ਪੈਂਦਾ, ਮੀਟਰ ਵਿੱਚੋਂ ਗਾਇਬ ਆ। ਐਂਡ ਖਾਸ ਕਰਕੇ ਡਿਪਾਰਟਮੈਂਟਾਂ ਦੇ ਵਿੱਚ ਕਹਿੰਦੇ ਵੀ ਜਜਾਰੇ ਪੂਰੇ ਆਉਂਦੇ ਨੇ, ਬਿੱਲ ਨਹੀਂ ਆਉਂਦਾ ਤੇ ਨਾ ਮੀਟਰ ਹੀ ਚੱਲਦਾ। ਸੰਧਾਲੀਆ ਸਾਹਿਬ ਦੇਖੋ, ਆਮ ਲੋਕਾਂ ਨੂੰ ਜਦੋਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਨਾ ਕਿ ਭਾਈ ਤੁਸੀਂ ਬਿਜਲੀ ਚੋਰੀ ਨਾ ਕਰੋ, ਬਿਜਲੀ ਘੱਟ ਵਰਤੋ, ਬੜੀ ਵਾਰੀ ਸਰਕਾਰੀ ਇਸ਼ਤਿਹਾਰ ਆਉਂਦੇ ਹੁੰਦੇ ਆ ਕਿ ਜਦੋਂ ਤੁਸੀਂ ਕਮਰੇ 'ਚ ਬੈਠੇ ਹੋ ਪੱਖਾ ਉਦੋਂ ਹੀ ਚਲਾਓ, ਕਮਰੇ ਦੇ ਵਿੱਚੋਂ ਬਾਹਰ ਆਉਣ ਲੱਗੇ ਬੱਤੀ ਬੰਦ ਕਰਕੇ ਬਾਹਰ ਆਓ, ਜਦੋਂ ਫਿਰ ਕਮਰੇ 'ਚ ਜਾਓ ਤਾਂ ਫਿਰ ਬੱਤੀ ਜਲਾਓ, ਜਿਹਦੇ ਨਾਲ ਕਿ ਜਿੰਨੀ ਬਿਜਲੀ ਆਪਾਂ ਬਚਾ ਸਕਦੇ ਹਾਂ ਬਚਾਈਏ। ਫਿਰ ਕਿਹਾ ਜਾਂਦਾ ਹੁੰਦਾ ਜੀ ਬਿਜਲੀ ਚੋਰੀ ਦੇ ਉੱਤੇ ਅਸੀਂ ਹੁਣ ਟੀਮਾਂ ਬਣਾਤੀਆਂ, ਫਲਾਈਂਗ ਸਕੁਐਡ ਬਣਾਤਾ। ਉਹ ਟੀਮਾਂ ਜਾਣਗੀਆਂ ਜਾ ਕੇ ਛਾਪੇ ਮਾਰਨਗੀਆਂ, ਜਿਨ੍ਹਾਂ ਨੇ ਕੁੰਡੀ ਲਾਈ ਆ, ਜਿਹੜੇ ਬਿਜਲੀ ਚੋਰੀ ਕਰਦੇ ਉਹਨਾਂ ਨੂੰ ਮੋਟੇ ਜੁਰਮਾਨੇ ਕੀਤੇ ਜਾਣਗੇ। ਪਟਾਕੇ ਪੈਣ ਲੱਗ ਪੈਂਦੇ ਹੁੰਦੇ, ਕਈ ਵਾਰੀ ਲੋਕ ਕਾਬੂ ਕਰ ਲੈਂਦੇ ਆ, ਘੇਰ ਲੈਂਦੇ ਆ, ਕੁੱਟਮਾਰ ਵੀ ਕਰਦੇ ਆ, ਬੰਨ੍ਹ ਲੈਂਦੇ ਆ ਕਈ ਵਾਰੀ। ਪਰ ਵਿੱਚ ਫਿਰ ਰੌਲਾ ਪੈਂਦਾ ਹੁੰਦਾ ਸੀ ਕਿ ਭਾਈ ਆਪਦੇ ਸਰਕਾਰੀ ਦਫ਼ਤਰਾਂ ਦਾ ਹਿਸਾਬ ਤਾਂ ਦੇਖ ਲਓ ਕਿ ਜੇ ਬਿਜਲੀ ਦਾ ਬਿੱਲ ਪੂਰਾ ਨਹੀਂ ਗਿਆ, ਜੇ ਬਿਜਲੀ ਚੋਰੀ ਹੁੰਦੀ ਹੈ, ਸਾਰਾ ਲੋਕਾਂ ਦੇ ਗਲਕਾਂ ਨੂੰ ਪਾਈ ਜਾਂਦੇ ਹੋ। ਸਰਕਾਰੀ ਦਫ਼ਤਰਾਂ ਦੇ ਵੀ ਇਹ ਹਾਲਾਤ ਨੇ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਜਦੋਂ ਦੱਸਿਆ ਹੋਊਗਾ ਕਿ ਭਾਈ ਆ ਦੇਖੋ ਸਰਕਾਰੀ ਜ਼ਮੀਨਾਂ ਤਾਂ ਛਡਾਉਂਦੇ ਆ, ਪਰ ਸਰਕਾਰੀ ਦਫ਼ਤਰਾਂ 'ਚ ਕੀ ਹੋਈ ਜਾਂਦਾ,
ਹੁਣ ਕਹਿੰਦੇ ਜੀ ਉਹਨਾਂ ਨੇ ਸਿੱਧੀਆਂ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਪੁਲਿਸ ਚੌਂਕੀ, ਕਿਸੇ ਵੀ ਪੁਲਿਸ ਥਾਣੇ ਦੇ ਵਿੱਚ ਸਿੱਧੀ ਕੁੰਡੀ ਲਾ ਕੇ ਬੱਤੀ ਨਹੀਂ ਚੱਲੂ। ਉੱਥੇ ਬਕਾਇਦਾ ਮੀਟਰ ਹੋਏਗਾ, ਮੀਟਰ ਦੇ ਵਿੱਚ ਦੀ ਹੋ ਕੇ ਬੱਤੀ ਲੰਘ ਕੇ ਜਾਊਗੀ। ਜਾਣੀ ਬੱਤੀ ਜਿਹੜੀ ਹੈ ਟਰਾਂਸਫਾਰਮਰ ਤੋਂ ਭੇਜਣੀ ਥਾਣੇ ਨੂੰ ਆ, ਮੀਟਰ ਦੇ ਤਾਂ ਬਸ ਵਿੱਚ ਦੀ ਲੰਘਾਉਣੀ ਆ। ਜਿਹਦੇ ਨਾਲ ਕਿ ਫਿਰ ਮੁੜ ਕੇ ਪਤਾ ਲੱਗ ਜਾਂਦਾ ਕਿ ਭਾਈ ਬੱਤੀ ਬਲੀ ਕਿੰਨੀ ਹੈ, ਕਿ ਉਹਦੇ ਨਾਲ ਪਤਾ ਲੱਗ ਜੂ ਕਿ ਸਰਕਾਰੀ ਦਫ਼ਤਰਾਂ ਦਾ ਮਸਲਾ ਕਿੰਨਾ ਕੁ ਹੈ। ਹੁਣ ਦਾ ਅੰਕੜਾ ਇਹ ਕਹਿੰਦਾ ਜੀ 1200 ਕਰੋੜ ਦੀ ਚੋਰੀ ਹੈ ਬਿਜਲੀ ਦੀ ਪੰਜਾਬ 'ਚ ਸਾਲ ਦੀ। 1200 ਕਰੋੜ ਤੋਂ ਭਾਵ 12 ਮਹੀਨੇ, 100 ਕਰੋੜ ਦੀ ਹਰ ਮਹੀਨੇ, ਤੇ 30 ਦਿਨ ਹੁੰਦੇ ਆ। ਇਹਦਾ ਮਤਲਬ ਹੈ ਕਿ ਤਕਰੀਬਨ ਜੇ ਮੰਨ ਕੇ ਆਪਾਂ ਚਲੀਏ ਤਾਂ 3-3.25 ਕਰੋੜ ਦੀ ਰੋਜ਼ ਬਿਜਲੀ ਚੋਰੀ। ਤਾਂ ਜਦੋਂ ਫਿਰ ਇਦਾਂ ਹੁੰਦਾ ਪਾਵਰ ਕੰਮ ਪੈਰਾਂ ਸਿਰ ਕਿੱਦਾਂ ਆਊਗਾ? ਹਾਂ ਨਹੀਂ, ਇਹ ਗੱਲ ਸੋਚਣ ਵਾਲੀ ਹੈ। ਦੇਖੋ ਚਲੋ ਅਗਲਿਆਂ ਨੇ ਜੇ ਗਿਆ ਤੇ ਮੇਰੇ ਖਿਆਲ ਨਾਲ ਹੁਣ ਕਰਨਗੇ ਵੀ, ਜੇ ਕਰਨਗੇ ਤੇ ਫਿਰ ਬਿੱਲ ਆਏਗਾ ਤੇ ਫਿਰ ਬਿੱਲ ਲੋਕੀ ਭਰਨਗੇ ਵੀ ਜੀ। ਤੇ ਜੇ ਇਹ ਕੰਮ ਚੱਲਣ ਲੱਗ ਪਏ ਤੇ ਫਿਰ ਹੋ ਸਕਦਾ ਵੀ ਸਾਰਾ ਕੁਝ ਪੈਰਾਂ ਸਿਰ ਆ ਜਾਵੇ। ਪਰ ਇੱਕ ਗੱਲ ਪਿਛਲੇ ਦਿਨੀ ਸੁਜੈਸ਼ਨ ਵੀ ਸੀਗਾ, ਉਹ ਮੇਰਾ ਖਿਆਲ ਕੁਝ ਲੋਕਾਂ ਵੱਲੋਂ ਜਿਹੜੇ ਸ਼ਹਿਰੀ ਖੇਤਰ 'ਚ ਰਹਿਣ ਵਾਲੇ ਆ ਉਹਨਾਂ ਦਾ ਸੀਗਾ। ਉਹ ਕਹਿੰਦੇ ਵੀ ਯਾਰ ਦੇਖੋ ਕਾਰਨ ਇਹ ਆ ਵੀ ਵੈਸੇ ਤਾਂ ਸਰਕਾਰ ਕਹਿੰਦੀ ਵੀ ਹੁਣ ਅਸੀਂ LED ਲਾਈਟਾਂ ਲਾਤੀਆਂ, ਸੋਲਰ ਲਾਈਟਾਂ ਜਿਹੜੀਆਂ, ਉਹ ਸੌਰੀ ਸਟਰੀਟ ਲਾਈਟਾਂ ਜਿਹੜੀਆਂ ਨੇ ਵੀ ਉਹ LED ਲਾਤੀਆਂ, ਪਰ ਅਜੇ ਫਿਰ ਵੀ ਉਹ ਦੂਸਰੇ ਉਹ ਜਿਹੜਾ ਜਿਹ 'ਚ ਦੂਜਾ ਬਲਬ ਜਿਹਾ ਹੁੰਦਾ, ਉਹ ਪੀਲਾ ਜਿਹਾ ਜਿਹੜਾ ਵਾ ਉਹ ਬੱਤੀ ਖਾਂਦਾ ਹੁੰਦਾ, ਉਹ ਚੱਕਰ ਦੇ ਵਿੱਚ ਕਹਿੰਦੇ ਵੀ ਯਾਰ ਉਹ ਅੱਧੀ ਰਾਤ ਤੋਂ ਬਾਅਦ ਜਦੋਂ ਉੱਥੇ ਕੋਈ ਨਾ ਕੋਈ ਚਿੜੀ ਨਾ ਪਰਿੰਦਾ ਉਹ ਫਿਰ ਵੀ ਜਗਦੀਆਂ ਹੁੰਦੀਆਂ। ਵੀ ਉਹਨਾਂ ਦਾ ਟਾਈਮ ਟੂਮ ਬੰਨ ਲਓ ਵੀ ਜੇ ਤੁਹਾਨੂੰ ਐਂ ਲੱਗਦਾ ਵੀ ਵੱਡੇ ਸ਼ਹਿਰਾਂ 'ਚ ਵੱਡੀਆਂ ਬੱਤੀਆਂ ਜਗਦੀਆਂ ਨੇ ਜਾਂ ਉਹਦਾ ਕੋਈ ਆਪਾਂ ਨੂੰ ਜਿਸ ਕੁ ਵੇਲੇ ਤੱਕ ਲੋੜ ਹੁੰਦੀ ਉਸ ਕੁ ਵੇਲੇ ਤੱਕ ਜਗਾਉਣ ਤੋਂ ਬਾਅਦ ਆਪਾਂ ਉਹਨੂੰ ਬੰਦ ਕਰ ਲਈਏ ਤੇ ਉੱਥੋਂ ਵੀ ਬੱਤੀ ਬਚਾਈ ਜਾ ਸਕਦੀ। ਇੱਕ ਸੁਜੈਸ਼ਨ ਹੈ ਜਿਹੜਾ ਕਿ ਆਇਆ ਸੀ ਤੇ ਆਪਾਂ ਸਾਂਝਾ ਕਰ ਲਿਆ। ਬਾਕੀ ਉਹ ਹੋਣੀਆਂ ਚਾਹੀਦੀਆਂ, ਨਹੀਂ ਹੋਣੀਆਂ ਚਾਹੀਦੀਆਂ ਤੇ ਵੀ ਪ੍ਰਸ਼ਾਸਨ ਦੇਖੇ। ਇੱਕ ਨਾ ਸੰਧਾਲੀਆ ਸਾਹਿਬ ਤੁਹਾਡੇ ਮਨ 'ਚੋਂ ਜਿਹੜਾ ਖਿਆਲ ਦੇ ਵਿੱਚੋਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ, ਇੱਥੇ ਗਰਾਊਂਡਾਂ ਬਣੀਆਂ, ਗਰਾਊਂਡਾਂ ਦੇ ਵਿੱਚੋਂ ਜਿੱਥੇ ਕਿ ਟੈਨਿਸ ਜਾਂ ਬੈਡਮਿੰਟਨ ਖੇਡਦੇ ਆ ਉਹਦੇ ਲਾਗੇ ਵੱਡੇ ਸਰਕਾਰੀ ਖੰਭੇ ਲੱਗੇ ਆ, ਤੇ ਉਹ ਜਦੋਂ ਫਿਰ ਹਨੇਰਾ ਹੋ ਜਾਂਦਾ ਨਾ ਉਹ ਆਪ ਜਾ ਕੇ ਲਾਈਟ ਬੰਦਾ ਉੱਥੇ ਨਾ ਸਵਿਚ ਲੱਗਾ ਉਹਨੂੰ ਜਗਾ ਦਿੰਦੇ ਆ। ਉਹ ਅੱਧੇ ਕੁ ਘੰਟੇ ਬਾਅਦ ਬੁੱਝ ਜਾਂਦੀ ਲਾਈਟ, ਉਹ ਫਿਰ ਜਾ ਕੇ ਜਗਾ ਦਿੰਦੇ, ਅੱਧਾ ਘੰਟਾ ਫਿਰ ਜਗਦੀ ਰਹਿੰਦੀ, ਕੋਲ ਹੀ ਹੁੰਦੀ ਆ। ਉਹ ਸਿਸਟਮ ਚੰਗਾ ਲੱਗਾ ਕਿ ਭਾਈ ਉੱਥੇ ਅੱਧੇ ਘੰਟੇ ਬਾਅਦ ਬੱਤੀ ਬੁੱਝ ਜਾਣੀ ਹੈ, ਜੇ ਕੋਈ ਖੇਡਦਾ ਉਹ ਆਪੇ ਸਵਿਚ ਦੱਬ ਦੂ ਕਿਉਂਕਿ ਉਹਨੂੰ ਪਤਾ ਹੈ ਅੱਧੇ ਘੰਟੇ ਬਾਅਦ ਉਹ ਫਿਰ ਬੁੱਝ ਜਾਣੀ ਹੈ, ਤੇ ਜੇ ਕੋਈ ਖੇਡਦਾ ਤਾਂ ਜਗਾ ਦੂਗਾ, ਜੇ ਕੋਈ ਨਹੀਂ ਖੇਡਦਾ ਤਾਂ ਫਿਰ ਬੁਝੀ ਰਹਿ ਜੂਗੀ। ਜਾਣੀ ਇੱਕ ਤਰ੍ਹਾਂ ਦੇ ਨਾਲ ਵੇਸਟੇਜ ਤਾਂ ਜਿਹੜੀ ਉਹ ਬੰਦ ਹੁੰਦੀ ਹੈ। ਸੋ ਜਿੱਥੇ ਕਿਤੇ ਸੰਭਵ ਹੈ, ਹਾਂ ਮੈਨੂੰ ਇਦਾਂ ਵੀ ਲੱਗਦਾ ਹੁੰਦਾ ਕਿ ਰਿਹਾਇਸ਼ੀ ਖੇਤਰ ਦੇ ਵਿੱਚ ਜਿਹੜੀਆਂ ਸਟਰੀਟ ਲਾਈਟਾਂ ਸਾਰੀ ਰਾਤ ਜਗਣੀਆਂ ਵੀ ਚਾਹੀਦੀਆਂ। ਉਹ ਜਗਣੀਆਂ ਇਸ ਕਰਕੇ ਚਾਹੀਦੀਆਂ ਕਿ ਕੀ ਪਤਾ ਕੌਣ ਕਿਹੜੇ ਵੇਲੇ ਕੰਮ ਤੋਂ ਆਉਂਦਾ, ਕੀ ਪਤਾ ਕਿਹੜੇ ਵੇਲੇ ਕਿਨੇ ਅੱਧੀ ਰਾਤੀ ਜਿਹੜਾ ਉਹ ਕੰਮ ਦੇ ਉੱਤੇ ਜਾਣਾ, ਕਿਸੇ ਨੇ ਤੜਕੇ ਜਾਣਾ, ਤੇ ਉੱਥੇ ਫਿਰ ਜੇ ਲਾਈਟ ਉਸ ਵੇਲੇ ਬੁਝੀ ਹੋਊਗੀ ਤਾਂ ਕੰਮ ਖਰਾਬ ਹੋਊ। ਬਹੁਤ ਸਾਰੇ ਖੇਤਰ ਇਦਾਂ ਦੇ ਆ, ਬਹੁਤ ਸਾਰੀਆਂ ਥਾਵਾਂ ਇਦਾਂ ਦੀਆਂ ਨੇ ਜਿੱਥੇ ਅੱਧੀ ਰਾਤ ਤੋਂ ਬਾਅਦ ਲਾਈਟ ਦੀ ਲੋੜ ਨਹੀਂ, ਉੱਥੇ ਬੰਦ ਕਰ ਲਓ। ਉਹੀ ਮਤਲਬ ਥਾਵਾਂ ਤਾਂ ਆਇਡੈਂਟੀਫਾਈ ਕਰਨੀਆਂ ਪੈਣਗੀਆਂ ਵੀ ਜੇ ਮੰਨ ਲਓ ਬਾਹਰ ਕੋਈ ਬਾਈਪਾਸ ਹੀ ਨਿਕਲਦਾ ਤੇ ਹੁਣ ਜੇ ਬਾਈਪਾਸ ਮੰਨ ਲਓ ਵੀ 10 ਕਿਲੋਮੀਟਰ ਦਾ, ਤੇ ਆਪਾਂ ਨੂੰ ਇਹ ਵੀ ਪਤਾ ਵੀ ਬਾਈਪਾਸ ਤੇ ਮੋਟਾ ਜਾਂ ਤਾਂ ਸ਼ਾਮਾਂ ਜੀਆਂ ਨੂੰ ਜਾਂ ਤਕਾਲਾਂ ਨੂੰ ਚਲੋ 9, 10, 11 ਵਜੇ ਤੱਕ ਰਸ਼ ਹੋਊਗਾ। ਵੀ ਜੇ ਆਪਾਂ ਨੂੰ ਇਹ ਜਾਪਦਾ ਵੀ 11, 11:30 ਵਜੇ ਤੋਂ ਲੈ ਕੇ ਤੇ ਆਪਾਂ ਹੋਰ ਕੁਝ ਨਹੀਂ 2:30, 3, 4 ਵਜੇ ਤੱਕ ਹੀ ਬੰਦ ਕਰ ਲਈਏ ਵੀ ਤੜਕੇ ਫੇਰ ਲੋਕ ਜਾਣ ਲੱਗ ਪੈਂਦੇ ਆ। ਇਹ ਤਾਂ ਚਲੋ ਵਿਚਾਰ ਉਹਨਾਂ ਨੇ ਕਰਨਾ, ਪਰ ਦੇਖੋ ਜੇ ਇੰਨੇ ਮਨਿਊਟ ਤਰੀਕੇ ਨਾਲ ਇਸ ਚੀਜ਼ ਨੂੰ ਮੋਨੀਟਰ ਕੀਤਾ ਜਾਊਗਾ ਵੀ ਹਾਂ ਯਾਰ ਕਿਹੜੇ ਥਾਂ ਨੇ ਜਿੱਥੇ ਚੋਰੀ ਹੁੰਦੀ ਆ, ਕਿੱਥੋਂ ਬਿੱਲ ਨਹੀਂ ਆਉਂਦਾ, ਕਿੱਥੇ ਵੇਸਟੇਜ ਹੁੰਦੀ ਆ, ਫਿਰ ਮੇਰੇ ਖਿਆਲ ਨਾਲ ਹੋ ਸਕਦਾ ਵੀ ਹੱਲ ਹੋਵੇ। ਕਿਉਂਕਿ ਇੱਕ ਤਾਂ ਬੜੀ ਸਿੰਪਲ ਜੀ ਕਹਾਣੀ ਆ ਵੀ ਜਿਹੜੀ ਚੀਜ਼ ਦੀ ਕਿੱਲਤ ਹੋਵੇ ਬੰਦਾ ਉਹਦੇ 'ਚੋਂ ਹੱਥ ਘੁੱਟ ਲੈਂਦਾ, ਤੇ ਜੇ ਬੱਤੀ ਦੀ ਇਸ ਵਕਤ ਕਿੱਲਤ ਆ, ਮੰਗ ਜ਼ਿਆਦਾ ਤੇ ਫਿਰ ਹੱਥ 'ਤੇ ਘੁੱਟਣਾ ਪਊਗਾ ਨਾ। ਨਹੀਂ ਜ਼ਰੂਰੀ ਹੈ। ਬਾਕੀ ਜਿਹੜੇ ਬੰਦਿਆਂ ਨੂੰ ਹੁਣ ਭੇਜਣਾ ਕੁੰਡੀਆਂ ਫੜਨ, ਅਸੀਂ ਕਿਸੇ ਦੇ ਉੱਤੇ ਸ਼ੱਕ ਇਤਰਾਜ਼ ਨਹੀਂ ਕਰਦੇ, ਉਹਨਾਂ ਬੰਦਿਆਂ ਨੂੰ ਮਾੜਾ ਜਿਹਾ ਸਮਝਾ ਕੇ ਬੁਝਾ ਕੇ ਕਿ ਭਾਈ ਜੇ ਤੁਸੀਂ ਉੱਥੇ ਆਪਣਾ ਹੱਥ ਹੌਲਾ ਕਰਾ ਲਿਆ ਕਿ ਭਾਈ ਕੋਈ ਗੱਲ ਨਹੀਂ ਅੱਜ ਕਿੰਨੀ ਕਹਿੰਦੇ ਇੰਨੇ ਕੁ ਦੇ ਦਿਓ, ਥੋੜ੍ਹੇ ਜਿਹੇ ਹੁੰਦੇ ਆ, ਉਹਨਾਂ ਦੇ ਉੱਤੇ ਸ਼ਿਕੰਜਾ ਜ਼ਰੂਰ ਕੱਸ ਕੇ ਰੱਖਿਓ, ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਕੇ ਭੇਜਿਓ ਕਿ ਭਾਈ ਥੱਲੇ ਨਹੀਂ ਲੈਣ ਦੇਣ ਕਰ ਲੈਣਾ। ਇੱਕ ਤਾਂ ਕੁੰਡੀਆਂ ਪੱਕੀਆਂ ਬੰਦ ਕਰਾਉਣੀਆਂ, ਜੇ ਜੁਰਮਾਨੇ ਕਿਤੋਂ ਵਸੂਲੇ ਜਾਂਦੇ ਆ ਤਾਂ ਵਸੂਲੋ। ਖਾਸ ਤੌਰ ਦੇ ਉੱਤੇ ਰਿਹਾਇਸ਼ੀ ਖੇਤਰ ਦੇ ਵਿੱਚ ਤਾਂ ਬਿਜਲੀ ਘੱਟ ਚੋਰੀ ਹੁੰਦੀ ਹੈ, ਇੰਡਸਟਰੀ 'ਚ ਵੱਧ ਚੋਰੀ ਹੁੰਦੀ ਹੈ। ਜੇ ਇੰਡਸਟਰੀ ਵਾਲੇ ਪਾਸੇ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ ਤਾਂ ਵਧੀਆ। ਸੰਧਾਲੀਆ ਸਾਹਿਬ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਨਾ ਇੱਕ IT ਦੀ ਫਰਮ ਹੈ, ਉਹ IT ਦੀ ਫਰਮ ਹੈ, ਤਾਂ ਅਚਾਨਕ ਉੱਥੇ ਛਾਪਾ ਪੈਂਦਾ, ਅੱਧੀ ਕੁ ਰਾਤ ਨੂੰ ਆਉਂਦੇ ਜੀ CBI ਦੀ ਰੇਡ ਪੈ ਗਈ। ਕਹਿੰਦੇ CBI, ਹੁਣ CBI ਦਾ ਨਾਂ ਹੀ ਆਪਣੇ ਆਪ 'ਚ ਵੱਡਾ ਕਿ CBI ਦੇ 4 ਇੰਸਪੈਕਟਰ ਆਏ ਆ, ਉਹਨਾਂ ਨੇ ਆਣ ਕੇ ਜੀ ਆ ਵੀ ਗਲਤ ਹੈ, ਆ ਪਤਾ ਲੱਗਾ ਹੈ। ਤਾਂ ਹੁਣ ਕੰਪਨੀ ਦੇ ਮਾਲਕਾਂ ਨੇ ਦੋਸ਼ ਲਾਇਆ ਕਿ 50 ਲੱਖ ਰੁਪਈਆ ਸਾਡੇ ਤੋਂ ਮੰਗਦੇ ਸੀ। ਉਹਨਾਂ ਨੇ CBI ਦੇ ਹੈੱਡ ਆਫਿਸ ਪਤਾ ਕਰ ਲਿਆ ਕਿ ਭਾਈ ਅਸੀਂ ਗਲਤ ਮਲਤ ਤਾਂ ਕੁਛ ਕੀਤਾ ਨਹੀਂ, ਆਣ ਕੇ ਰੇਡ ਕਰ ਲਈ ਆ, ਕਹਿੰਦੇ ਜੀ ਫਸਾ ਦਿਆਂਗੇ, ਕੰਮ ਕਰ ਬੰਦ ਕਰਾ ਦਿਆਂਗੇ, ਨਹੀਂ ਤਾਂ 50 ਲੱਖ ਰੁਪਏ ਦੇ ਵਿੱਚ ਸੌਦਾ ਮਾਰ ਲਓ। ਉਹਨਾਂ ਨੇ ਆਪਣੇ ਰਜਿਸਟਰ ਫੋਲੇ ਹੋਣਗੇ ਕਿ ਭਾਈ ਅੱਜ ਕਿਹੜੀਆਂ CBI ਦੇ ਇੰਸਪੈਕਟਰਾਂ ਦੀਆਂ ਟੀਮਾਂ ਨੇ ਕਿਹੜੇ ਸੂਬੇ ਦੇ ਵਿੱਚ ਛਾਪੇ ਮਾਰ ਗਈਆਂ, ਕਿਹੜਾ ਕੇਸ ਰਜਿਸਟਰਡ ਹੈ। ਉਹ ਕਹਿੰਦੇ ਯਾਰ ਅਸੀਂ ਤਾਂ ਬੰਦਾ ਹੀ ਕੋਈ ਨਹੀਂ ਭੇਜਿਆ। ਆਮ ਤੌਰ 'ਤੇ ਹੁੰਦਾ ਕਿ ਜਾਲੀ ਬੰਦੇ ਆਪਣੇ ਆਪ ਨੂੰ CBI ਦੇ ਬੰਦੇ ਦੱਸ ਕੇ ਜਾਂ ਕਿਸੇ ਵੀ ਏਜੰਸੀ ਜਾਂ ਫੋਰਸ ਦੇ ਬੰਦੇ ਦੱਸ ਕੇ ਜਾ ਕੇ ਪੈਸੇ ਠੱਗ ਲਿਆਉਂਦੇ ਆ।
ਉਹਨਾਂ ਨੂੰ ਐ ਪਹਿਲਾਂ ਸ਼ੱਕ ਪਈ ਹੋਊਗੀ ਕਿ ਭਾਈ ਇਹ ਸੀਬੀਆਈ ਵਾਲੇ ਬੰਦੇ ਆ ਨਹੀਂ ਸੀਗੇ, ਸੀਬੀਆਈ ਇੰਸਪੈਕਟਰ ਹੀ 4। ਉੱਥੇ ਲੜਾਈ ਹੋ ਗਈ, ਫਿਰ ਉਹਨਾਂ ਨਾਲ ਖੜਕਾ ਦੜਕਾ ਹੋ ਗਿਆ, 4 ਉਹਨਾਂ ਨੇ ਮਾਰੀਆਂ, 4 ਉਹਨਾਂ ਨੇ ਮਾਰੀਆਂ ਕਿ ਭਾਈ ਤੁਸੀਂ ਪੈਸੇ ਮੰਗਦੇ ਹੋ ਸਾਡੇ ਤੋਂ, ਭੱਜ ਪਏ। 2 ਤਾਂ ਦਿੱਲੀ ਤੱਕ ਕੱਪੜ ਗਏ, 2 ਚੰਡੀਗੜ੍ਹ ਹੀ ਦਬੋਚੇ ਗਏ। ਤੇ ਜਦੋਂ ਦਬੋਚੇ ਗਏ ਫਿਰ ਪੁੱਛਗਿੱਛ ਕੀਤੀ, ਉਹਨਾਂ ਨੇ ਦੂਜੇ 2 ਤੇ ਵੀ ਨਾਂ ਦੱਸਦੇ, ਪਰ ਸੀਬੀਆਈ ਵਾਲਿਆਂ ਦਾ ਵੀ ਚੰਗਾ ਕੰਮ, 4 ਹੀ ਤੁਰੰਤ ਸਸਪੈਂਡ ਨਹੀਂ, ਬਰਖਾਸਤ ਕਰ ਦਿੱਤੇ ਕਿ ਭਾਈ ਤੁਸੀਂ ਨਾ ਖਰਾਬ ਕਰਦੇ ਹੋ। ਵਧੀਆ ਗੱਲ ਆ। ਦੇਖੋ ਕਾਰਨ ਇਹ ਆ ਵੀ ਜੇ ਇਹ ਕਾਰਵਾਈ ਨਾ ਹੁੰਦੀ ਇੰਨੀ ਛੇਤੀ ਤੇ ਫਿਰ ਕਿਉਂਕਿ ਅਦਾਰੇ ਦਾ ਨਾਮ ਬਦਨਾਮ ਹੋਣਾ ਸੀ। ਅਦਾਰੇ ਨਾਲ ਤੇ ਪਹਿਲਾਂ ਤੋਂ ਵੀ ਸੁੱਖ ਨਾਲ ਕਈ ਅਦਾਲਤੀ ਟਿੱਪਣੀਆਂ ਦਾ ਕਰਕੇ ਕਈ ਕੁਛ ਹੁੰਦਾ ਰਿਹਾ, ਪਰ ਚਲੋ ਜੇ ਉਹ ਸਾਰੇ ਕੁਛ ਨੂੰ ਹੁਣ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੇਰੇ ਖਿਆਲ ਨਾਲ ਵਧੀਆ ਗੱਲ ਹੈ ਵੀ ਅਗਲਿਆਂ ਨੇ ਆਹ ਕੰਮ ਕਰ ਲਿਆ। ਪਰ ਦੂਜੇ ਪਾਸੇ ਸੋਚਣ ਵਾਲੀ ਗੱਲ ਹੈ ਬਾਠ ਸਾਹਿਬ, ਇੱਕ ਪਾਸੇ ਤੇ ਆਪਾਂ ਉਹ ਲੋਕ ਦੇਖਦੇ ਜਿਹੜੇ ਕਹਿੰਦੇ ਵੀ ਮੁੰਡਾ ਪੜ੍ਹਿਆ ਕੁੜੀ ਪੜ੍ਹੀ ਜੀ, ਸਾਰੇ ਟੈਸਟ ਦਿੱਤੇ ਜੀ, ਆਹ ਵੇਖੋ ਜੀ ਕੰਪੀਟੀਸ਼ਨ ਦੇ ਵਿੱਚ ਵੀ ਤੁਸੀਂ ਬਿਠਾ ਲਓ, ਮਾਰਾ ਨੌਕਰੀ ਦੇ ਦਿਓ, ਜਿਹਨੂੰ ਮਿਲੀ ਇਹਦਾ ਮਤਲਬ ਵੀ ਉਹਨੂੰ ਤਨਖਾਹ ਵੀ ਮਿਲਦੀ ਹੋਊਗੀ, ਤਨਖਾਹ ਮਿਲਦੀ ਇਹਦਾ ਮਤਲਬ ਵੀ ਚੰਗਾ ਟੌਰ ਟੱਪਾ ਵੀ ਹੋਊਗਾ। ਵੀ ਜਿਹੜੇ ਕੰਮ ਲਈ ਭਲਿਆ ਲੋਕਾਂ ਤੈਨੂੰ ਰੱਖਿਆ ਤੂੰ ਉੱਥੇ ਜਾ ਕੇ ਛਾਪਾ ਮਾਰੇ, ਆਪਸ 'ਚ ਕਿਤੇ ਬੈਠਿਆਂ ਸਲਾਹ ਕਰ ਲਈ, ਕਹਿੰਦਾ ਕੀ ਕਰੀਏ ਫਿਰ, ਛਾਪਾ ਨਾ ਮਾਰੀਏ ਫਿਰ, ਕਹਿੰਦਾ ਵੀ ਆਪਾਂ ਕਿੰਨੇ ਬੰਦੇ, ਕਹਿੰਦਾ 4, ਕਿੱਦਾਂ ਕਰੀਏ ਫਿਰ, ਕਹਿੰਦਾ ਯਾਰ 10-10 ਲੱਖ ਤੇ ਆਵੇ, ਫਿਰ 40 ਨਹੀਂ 40 ਮੰਗਿਆ, ਫਿਰ ਉਹਨਾਂ ਘਟਾਉਣੇ ਵੀ ਤੂੰ ਐਂ ਕਰ 50 ਮੰਗ, 10 ਮੁੜ ਕੇ ਮੌਕੇ ਤੇ ਛੱਡ ਦਿਆਂਗੇ। ਉਹ ਜਾਣੇ ਵੀ ਇੱਕ ਰਾਤ ਦੀ ਮਿਹਨਤ ਦੇ ਨਾਲ 10 ਲੱਖ ਤੇ ਆਵੇ, ਫਿਰ ਇੰਨਾ ਕੁ ਤਾਂ ਚਾਹੀਦਾ, ਇੰਨਾ ਕੁ ਤੇ ਆਵੇ ਨਾ। ਹੋ ਸਕਦਾ ਵੀ ਇਹ ਸੋਚ ਦੇ ਹਿਸਾਬ ਨਾਲ ਅਗਲੇ ਬੰਦੇ ਇਸ ਪਾਸੇ ਤੁਰ ਪਏ ਹੋਣਗੇ, ਪਰ ਇੱਕ ਚੀਜ਼ ਤੇ ਮਾੜੀ ਹੈ ਵੀ ਜੇ ਇਹ ਚੀਜ਼ ਇਸੇ ਤਰ੍ਹਾਂ ਕਾਮਯਾਬ ਹੋ ਜਾਂਦੀ, ਮੰਨ ਲਓ ਵੀ ਉਹ ਉੱਥੋਂ ਤੱਕ ਨਾ ਪਹੁੰਚ ਕਰਦੇ, ਜੇ ਉਹਨਾਂ ਦੇ ਵਿੱਚ ਮਾੜੀ ਮੋੜ ਵੀ ਕਿਤੇ ਊਣਤਾ ਹੀ ਹੁੰਦੀ, ਤੇ ਤੁਸੀਂ ਇਹ ਦੇਖੋ ਵੀ ਮੂੰਹ ਪੈ ਜਾਣਾ ਸੀ। ਦੂਜਾ ਸ਼ੱਕ ਮੈਨੂੰ ਇਹ ਵੀ ਲੱਗਦਾ ਹੋ ਸਕਦਾ ਪਹਿਲਾਂ ਕੰਮ ਉਹ ਕਰਦੇ ਹੋਣ, ਇਸੇ ਚੱਕਰ ਦੇ ਵਿੱਚ ਆਉਂਦੇ ਵੀ ਅੱਛਾ ਯਾਰ ਹੁਣ ਅਗਲਾ ਸ਼ਿਕਾਰ ਕਿਹੜਾ ਆ ਕਰ ਲਈਏ। ਮੇਰੇ ਖਿਆਲ ਨਾਲ ਬਰਖਾਸਤ ਕਰਨ ਤੋਂ ਬਾਅਦ ਇੱਕ ਵਾਰ ਥੋੜ੍ਹਾ ਜਿਹਾ ਬਿਠਾ ਕੇ, ਜਦੋਂ ਸੀਬੀਆਈ ਵਾਲੇ ਪੁੱਛਦੇ ਹੁੰਦੇ ਉੱਦਾਂ ਪੁੱਛ ਵੀ ਲੈਣ ਵੀ ਵੀਰ ਇਹਦੋਂ ਪਹਿਲਾਂ ਕਿੱਥੇ ਕਿੱਥੇ ਗਏ ਛਾਪਾ ਮਾਰ, ਜਿਹਦਾ ਸਾਡੇ ਰਜਿਸਟਰ 'ਚ ਕੋਈ ਇੰਦਰਾਜ ਨਹੀਂ ਹੈਗਾ। ਦੇਖੋ ਰਿਮਾਂਡ ਲੈ ਲਿਆ ਉਹਨਾਂ ਦਾ 2 ਦਿਨ ਦਾ, ਇੱਕ ਸੌਖਾ ਜਿਹਾ ਤਰੀਕਾ ਹੈਗਾ, ਘਰੇ ਜਾਓ, ਸੋਫਾ ਕਿੰਨੇ ਦਾ ਹੈ, ਗੱਡੀ ਕਿੰਨੇ ਦੀ ਹੈ, ਕੈਸ਼ ਕਿੰਨਾ ਪਿਆ, ਗਹਿਣਾ ਗੱਟਾ ਪਿਛਲੇ ਸਮੇਂ 'ਚ ਕਿੰਨਾ ਖਰੀਦਿਆ, ਕਿੱਥੇ ਕਿੱਥੇ ਘੁੰਮ ਫਿਰ ਕੇ ਆਏ ਆ, ਘੜੀ ਕਿੰਨੇ ਦੀ ਹੈ, ਜੁੱਤੀਆਂ ਕਿੰਨੀਆਂ ਨੇ, ਤੇ ਜੁੱਤੀਆਂ ਕਿੰਨੇ ਦੀਆਂ ਨੇ, ਆਪਣੇ ਆਪ ਹੀ ਅੰਦਾਜ਼ਾ ਲੱਗ ਜਾਂਦਾ। ਕਿਉਂਕਿ ਬੰਦੇ ਕੋਲ 4 ਪੈਸੇ ਹੁਣ ਪੱਧਰ ਉੱਪਰਲੇ ਪਾਸੇ ਨਹੀਂ, ਫਿਰ ਬੰਦੇ ਨਹੀਂ ਇਹ ਨਹੀਂ ਅੱਛੀ ਹੈ, ਇੱਥੇ ਪगार से तो काम चलते नहीं, पता नहीं लोग कैसे पगार में गुजारा कर लेते हैं, ਇੱਦਾਂ ਦੀ ਗੱਲ ਹੋਣ ਲੱਗ ਪੈਂਦੀ ਹੈ। ਬਾਕੀ ਸੰਧਾਲੀਆ ਸਾਹਿਬ ਪੰਜਾਬ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਜਦੋਂ ਵਿੱਤ ਮੰਤਰੀ ਬਣੇ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ, ਉਹ ਕਹਿੰਦੇ ਸੀ ਕਿ ਖਜ਼ਾਨਾ ਖਾਲੀ ਹੈ। ਫਿਰ ਉਹਨਾਂ ਨੇ ਕਿਹਾ ਸੀ ਕਿ 2 ਸਾਲ ਦੇ ਦਿਓ, ਸੈੱਟ ਕਰ ਦੇਵਾਂਗੇ, ਬਜਟ ਸਰਪਲਸ ਕਰ ਦਿਆਂਗੇ। ਸਰਪਲਸ ਤੋਂ ਭਾਵ ਤਾਂ ਮੈਨੂੰ ਜਿੰਨਾ ਕੁ ਲੱਗਦਾ, ਬਾਕੀ ਤੁਸੀਂ ਸਮਝਾ ਦਿਓ, ਕਿ ਖਰਚ ਜਿੰਨਾ ਆ ਆਮਦਨ ਉਹ ਤੋਂ ਵਧਾ ਦੇਣੀ ਆ, ਸਰਪਲਸ ਹੋ ਜਾਣਾ ਕਿ ਭਾਈ ਅਸੀਂ 2-4 ਰੁਪਏ ਜਿਹੜੇ ਵਧਣਗੇ ਉਹ ਹੋਰ ਵੀ ਖਰਚਣ ਜੋਗੇ ਹੋਵਾਂਗੇ। ਅਜੇ ਤਾਂ ਆਪਾਂ ਕਰਜ਼ਾ ਲੈ ਕੇ ਪੂਰਾ ਕਰਦੇ ਹਾਂ, ਵਿੱਚੇ ਕੋਵਿਡ ਆ ਗਿਆ, ਬਹਾਨੇ ਭੁੰਨੇ ਮਿਲ ਗਏ, ਪੂਰੇ ਵਾਅਦੇ ਵੀ ਨਹੀਂ ਪੂਰੇ ਕੀਤੇ, ਉਹ ਪਤਾ ਨਹੀਂ ਸਰਪਲਸ ਕੀ ਆ, ਬਜਟ ਕਿੱਥੇ ਆ, ਸਾਨੂੰ ਲੱਭਾ ਨਹੀਂ ਮੁੜ ਕੇ। ਹੁਣ ਫਿਰ ਹਰਪਾਲ ਸਿੰਘ ਚੀਮਾ ਸਾਹਿਬ ਨੂੰ ਫਾਈਨਾਂਸ ਮਿਨਿਸਟਰ ਬਣਾਇਆ ਭਗਵੰਤ ਮਾਨ ਹੋਰਾਂ ਨੇ ਕਿ ਤੁਸੀਂ ਦੂਜੀ ਵਾਰ ਦੇ ਐਮਐਲਏ ਹੋ, ਵਕੀਲ ਹੋ, ਸਿਆਣੇ ਬੰਦੇ ਹੋ, ਵਿਰੋਧੀ ਧਿਰ ਦੇ ਨੇਤਾ ਰਹੇ ਹੋ, ਬਹੁਤੀ ਕਿਸੇ ਗੱਲ ਦੇ ਵਿੱਚ ਆਉਂਦੇ ਨਹੀਂ। ਚੀਮਾ ਸਾਹਿਬ ਤੁਸੀਂ ਖਜ਼ਾਨਾ ਸੰਭੋ, ਇਹ ਨਹੀਂ ਦੇਖਣਾ, ਮਨਾ ਨਹੀਂ ਕਰ ਸਕਦੇ ਖਾਲੀ ਆ ਕੇ ਭਰਿਆ। ਚਲੋ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਉਹ ਕਹਿੰਦੇ ਜੀ ਅਸੀਂ ਪੂਰੇ ਸਫ਼ੇ ਦਾ ਇਸ਼ਤਿਹਾਰ ਦਿੱਤਾ ਕਿ ਬਜਟ ਬਣਾਉਣਾ, ਲੋਕ ਦੱਸਣ ਪੰਜਾਬ ਦੇ ਕਿ ਤੁਸੀਂ ਕਿਹੋ ਜਿਹਾ ਬਜਟ ਚਾਹੁੰਦੇ ਆ, ਇਸ ਨੰਬਰ ਦੇ ਉੱਤੇ, ਇਸ ਜਿਹੜਾ ਉਹ ਪੋਰਟਲ ਦੇ ਉੱਤੇ ਆਪਣੇ ਸੁਝਾਅ ਦੇ ਦਿਓ। ਹਾਲਾਂਕਿ ਵਿਰੋਧੀ ਧਿਰਾਂ ਨੇ, ਖਾਸ ਤੌਰ ਤੇ ਰਾਜਾ ਵੜਿੰਗ ਸਾਹਿਬ ਨੇ ਕਿਹਾ ਸੀ ਕਿ ਜੇ ਲੋਕਾਂ ਨੇ ਬਜਟ ਬਣਾਉਣਾ ਤਾਂ ਤੁਸੀਂ ਤਨਖਾਹ ਕਾਹਦੀ ਲੈਂਦੇ ਹੋ, ਤੁਹਾਡੀ ਸਰਕਾਰ ਕਾਹਦੀ ਹੈ। ਹੁਣ ਚੀਮਾ ਸਾਹਿਬ ਕਹਿੰਦੇ ਜੀ ਅਸੀਂ 10 ਮਈ ਤੱਕ ਸੁਝਾਅ ਮੰਗੇ ਸੀ, ਸਾਡੇ ਕੋਲ ਕਹਿੰਦੇ 500 ਤਾਂ ਮੈਮੋਰੰਡਮ ਆਏ ਆ ਲਿਖਤੀ ਕਿ ਆਹ ਚੀਜ਼ਾਂ ਬਜਟ ਦੇ ਵਿੱਚ ਹੋਣੀਆਂ ਚਾਹੀਦੀਆਂ। 20,000 ਉਹ ਕਹਿੰਦੇ ਜੀ ਸਾਨੂੰ ਸੁਝਾਅ ਆਏ ਆ, ਉਹਦੇ ਵਿੱਚੋਂ ਉਹ ਕਹਿੰਦੇ ਜੀ ਬੜੀ ਕਮਾਲ ਦੀ ਗੱਲ ਹੈ ਕਿ 4,000 ਸੁਝਾਅ ਜਿਹੜੇ ਆ ਪੰਜਾਬ ਦੀਆਂ ਔਰਤਾਂ ਨੇ, ਲੜਕੀਆਂ ਨੇ ਦਿੱਤੇ ਆ। ਇਹ ਤਾਂ ਕਹਿੰਦੇ ਇਨਵੋਲਵਮੈਂਟ ਇੰਨੀ ਵਧੀਆ ਹੋ ਗਈ, ਉਹਨਾਂ ਤੋਂ ਵਧੀਆ ਮੈਨੇਜਰ ਕੋਈ ਨਹੀਂ ਹੁੰਦਾ, ਘਰ ਦੀ ਰਸੋਈ ਉਹਨਾਂ ਨੇ ਚਲਾਉਣੀ ਹੁੰਦੀ ਹੈ। ਤੇ ਹੁਣ ਕਹਿੰਦੇ ਬਸ ਬਜਟ ਦੀ ਤਿਆਰੀ ਹੈ, ਐਤਕੀ ਲੋਕ ਦੇਖਣਗੇ, ਟੈਕਸ ਲਾਉਣਾ ਕੋਈ ਨਹੀਂ, ਆਮਦਨ ਅਸੀਂ ਫੇਰ ਵੀ ਵਧਾ ਲੈਣੀ ਹੈ। ਨਹੀਂ ਚਲੋ ਹੁਣ ਤੱਕ ਤਾਂ ਇਹ ਟਾਈਮ ਦੇ ਵਿੱਚ ਤੇ ਇਹਦੋਂ ਗੱਲੋਂ ਮੈਂ ਨਾ ਵੀ ਚੰਗੇ ਆ ਵੀ ਉਹ ਡਾਇਲੌਗ ਜਿਹੜਾ ਕਿ ਆਦੀ ਹੋ ਚੁੱਕੇ ਸੀ ਪੰਜਾਬ ਦੇ ਲੋਕ ਸੁਣਨ ਦਾ, ਖਜ਼ਾਨਾ ਖਾਲੀ ਹੈ, ਉਹ ਨਹੀਂ ਅਜੇ ਤੱਕ ਇਹਨਾਂ ਨੇ ਬੋਲਿਆ। ਹੁਣ ਦੂਜੀ ਚੀਜ਼ ਇਹ ਵੀ ਕਿ ਵੀ ਜਿਹੜਾ ਜ਼ਿਕਰ ਉਹਨਾਂ ਨੇ ਕੀਤਾ ਵੀ ਸਾਨੂੰ ਕਹਿੰਦੇ ਇਸ ਗੱਲ ਦੀ ਖੁਸ਼ੀ ਹੈ ਵੀ ਲੋਕ ਅੱਗੇ ਆਏ ਐਂਡ ਲੋਕਾਂ ਸੁਝਾਅ ਦਿੱਤੇ। ਫਿਰ ਸੁਝਾਅ ਦੇਣ ਦੇ ਵਿੱਚ ਜਿੱਦਾਂ ਉਹਨਾਂ ਨੇ ਇਹ ਜ਼ਿਕਰ ਕੀਤਾ ਵੀ ਜਿੱਥੇ ਜਿੱਥੇ ਵੀ ਅਸੀਂ ਗਏ ਉੱਥੇ ਅਲੱਗ-ਅਲੱਗ ਕਿਸਮ ਦੇ ਲੋਕ ਸੀਗੇ, ਮਤਲਬ ਇੰਡਸਟਰੀਲਿਸਟ ਸੀਗੇ, ਉਹਨਾਂ ਨੇ ਕਿਹਾ ਵੀ ਯਾਰ ਸਾਡਾ ਤਾਂ ਹਾਲ ਬਾਕੀ ਦਾ ਸਾਰਾ ਠੀਕ ਹੈ, ਸਹੂਲਤਾਂ ਪੱਖੋਂ ਮਾਰੇ ਜਾਂਦੇ ਆ, ਜਾਂ ਫਿਰ ਇੰਸਪੈਕਟਰੀ ਰਾਜ ਤੁਸੀਂ ਥੋੜ੍ਹਾ ਜਿਹਾ ਖਤਮ ਕਰ ਦਿਓ ਮਾਰਾ। ਕਿਸੇ ਵੇਲੇ ਅਗਲਾ ਆਹ ਹੁਣੇ ਉਦਾਹਰਨ ਆਪਾਂ ਜੇ ਜ਼ਿਕਰ ਕਰਕੇ ਹਟੇ ਵੀ ਜਿਹਦੇ ਕੋਲੇ ਮਾੜੇ ਮੋੜ ਕਾਗਜ਼ ਹੁੰਦਾ, ਅਗਲਾ ਲਿਆ ਬਈ ਕਾਗਜ਼ ਵਿਖਾ ਜਰਾ, ਉਹ ਕਾਗਜ਼ ਵਿਖਾਉਣ ਦੇ ਚੱਕਰ 'ਚ ਬਾਅਦ ਦੂਸਰੇ ਕਾਗਜ਼ ਅਗਲਾ ਲੈ ਜਾਂਦਾ। ਉਹ ਕਹਿੰਦੇ ਵੀ ਉਹਦਾ ਕੋਈ ਨਾ ਕੋਈ ਹੱਲ ਕਰ ਦਿਓ। ਫਿਰ ਉਹ ਕਹਿੰਦੇ ਵੀ ਸਾਡੇ ਕੋਲੇ ਕਿਸਾਨਾਂ ਦੇ ਸੁਝਾਅ, ਉਹ ਕਹਿੰਦੇ ਵੀ ਸਾਡੀ ਆਮਦਨ ਬਾਰੇ ਸੋਚੋ ਮਾਰਾ।
ਫਿਰ ਸਕੂਲ ਬਣਾਉਣ ਦੀ ਗੱਲ ਚੱਲੀ, ਲਾਇਬ੍ਰੇਰੀਆਂ ਬਣਾਉਣ ਤੱਕ ਦੇ ਸੁਝਾਅ ਆਏ। ਤੁਸੀਂ ਬੜੀ ਵਾਰ ਇਸ ਚੀਜ਼ ਦਾ ਗਿਲਾ ਕਰਦੇ ਨੇ ਮਹਾਰਾਜ ਵੀ ਯਾਰ ਲਾਇਬ੍ਰੇਰੀ ਨਹੀਂ ਬਣਾਉਂਦੇ। ਜੇ ਚੀਮਾ ਸਾਹਿਬ ਦੇ ਕੋਲ ਬਜਟ ਦੇ ਲਈ ਲਾਇਬ੍ਰੇਰੀ ਬਣਾਉਣ ਤੱਕ ਦੇ ਸੁਝਾਅ ਆਏ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਵੀ ਹਰੇਕ ਵਰਗ ਨੂੰ ਜਿਹੜੀ ਗੱਲ ਵੀ ਲੱਗੀ ਵੀ ਯਾਰ ਇੱਕ ਸੁਚੱਜਾ ਸਮਾਜ ਉਸਾਰਨ ਦੇ ਲਈ ਜਾਂ ਸੁਚੱਜਾ ਸਟੇਟ ਉਸਾਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਆ। ਤੇ ਚੰਗੀ ਗੱਲ ਹੈ। ਇੱਕ ਚੀਜ਼ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਦੋਂ ਸ਼ੁਰੂ 'ਚ ਚੀਮਾ ਸਾਹਿਬ ਨੇ ਜਾਂ ਪੰਜਾਬ ਸਰਕਾਰ ਨੇ ਕਹੀ ਸੀ ਕਿ ਵੀ ਬਜਟ ਲੋਕ ਬਣਾਉਣਗੇ, ਉਹ ਹੋ ਸਕਦਾ ਵੀ ਉਹਨੂੰ ਲਿਟਰਲੀ ਵਿਰੋਧੀਆਂ ਵੱਲੋਂ ਸਮਝ ਲਿਆ ਗਿਆ ਵੀ ਸ਼ਾਇਦ ਲੋਕਾਂ ਹੀ ਬਣਾਉਣ ਦੇਣਾ, ਇਹਨਾਂ ਦਾ ਨਹੀਂ ਬਣਾਉਣਾ, ਇਹਨਾਂ ਸਾਈਨ ਨਹੀਂ ਕਰਨੇ। ਉਹਨਾਂ ਨੇ ਤਾਂ ਇਹ ਕਹਿਣਾ ਚਾਹੀਦਾ ਵੀ ਅਸੀਂ ਸੁਝਾਅ ਲੈਣਾ ਵੀ ਯਾਰ ਤੁਸੀਂ ਆਪਣੀਆਂ ਲੋੜਾਂ ਦੱਸ ਦਿਓ, ਅਸੀਂ ਉਹਦੇ ਹਿਸਾਬ ਨਾਲ ਦੇਖਾਂਗੇ ਵੀ ਲੋਕ ਕਿੱਥੇ ਤੰਗ ਨੇ, ਕੀ ਚਾਹੁੰਦੇ ਨੇ, ਤੇ ਉਸ ਹਿਸਾਬ ਨਾਲ ਆਪਾਂ ਪਾਲਿਸੀ ਬਣਾ ਕੇ ਪੈਸੇ ਰੱਖ ਲਈਏ ਤਾਂ ਜੋ ਜਿਹਦੀ ਜੋ ਲੋੜ ਹੈ ਉਹਦੇ ਹਿਸਾਬ ਨਾਲ ਸਰਕਾਰ ਮਦਦ ਕਰ ਸਕੇ। ਮੈਨੂੰ ਲੱਗਦਾ ਵੀ ਅਸਲ ਗੱਲ ਇਹੀ ਨਿਕਲੀ। ਦੇਖੋ ਵਿਰੋਧੀਆਂ ਦਾ ਤਾਂ ਪਤਾ ਨਹੀਂ, ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਸਾਨੂੰ ਇਹ ਫਾਰਮੂਲਾ ਰਾਸ ਹੈ। ਪਹਿਲਾਂ ਬਹੁਤ ਸਾਰੇ ਲੀਡਰ ਕਹਿੰਦੇ ਸੀ ਆਮ ਆਦਮੀ ਪਾਰਟੀ ਕਿੱਥੇ ਮੁਕਾਬਲੇ 'ਚ ਆ। ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਫਿਰ ਕਿਹਾ ਕਿ ਮੁੱਖ ਮੰਤਰੀ ਕਿਹਨੂੰ ਬਣਾਈਏ, ਸੁਝਾਅ ਦਿਓ, ਜਦੋਂ ਕਿਹਾ ਸੀ ਮੇਰੇ ਖਿਆਲ 23 ਲੱਖ ਲੋਕਾਂ ਨੇ ਕਿਹਾ ਸੀ, ਉਹਦੇ ਵਿੱਚੋਂ ਕਿਹਾ ਸੀ ਇੰਨੇ % ਨੇ ਭਗਵੰਤ ਮਾਨ ਨੂੰ ਕਿਹਾ। ਅਗਲਿਆਂ ਨੇ ਇਸ ਤਰੀਕੇ ਦੇ ਨਾਲ ਭਗਵੰਤ ਮਾਨ ਸਾਹਿਬ ਨੂੰ ਰਿਪਰੈਜ਼ੈਂਟ ਕੀਤਾ। ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪ੍ਰਤੀਨਿਧ ਦੇ ਤੌਰ ਦੇ ਉੱਤੇ ਅੱਗੇ ਲਗਾਏ, ਉਹਨਾਂ ਨੇ ਵੋਟਾਂ ਜਿੱਤ ਲਈਆਂ ਤੇ ਉਹ ਕਹਿੰਦੇ ਕੰਮ ਹੀ ਬੜਾ ਸੂਦ ਆ ਯਾਰ, ਆਪਾਂ ਪਹਿਲਾਂ ਲੋਕਾਂ ਤੋਂ ਹੀ ਪੁੱਛ ਲੈਂਦੇ ਹਾਂ। ਸੰਧਾਲੀਆ ਸਾਹਿਬ, ਮੈਨੂੰ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਠੀਕ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ। ਪਹਿਲੀ ਗੱਲ ਹੈ ਕਿ ਲੰਬੇ ਸਮੇਂ ਦੀ ਯੋਜਨਾ ਚਾਹੀਦੀ ਹੈ ਪੰਜਾਬ ਲਈ। ਲੋਕਾਂ ਦੇ ਸੁਝਾਅ ਲੈਣੇ ਬਹੁਤ ਚੰਗੀ ਗੱਲ ਹੈ, ਪਰ ਇਹਦੇ ਬਾਵਜੂਦ ਵੀ ਜਿਹੜੇ ਵਿਦਵਾਨ ਸੱਜਣ ਨੇ, ਆਰਥਿਕਤਾ ਦੇ ਮਾਹਿਰ ਨੇ, ਉਹਨਾਂ ਨੂੰ ਵੀ ਪੁੱਛਣਗੇ ਉਹ ਜ਼ਰੂਰ। ਤੀਸਰੀ ਗੱਲ ਇਹ ਹੈ ਕਿ ਅੱਜ ਤੱਕ ਲੋਕਾਂ ਦੇ ਸੁਝਾਅ ਨਹੀਂ ਲਏ, ਜਾਣੀ ਅੱਜ ਤੱਕ ਸਰਕਾਰਾਂ ਨੇ ਆਪ ਹੀ ਬਜਟ ਬਣਾਏ ਆ, ਬੜੇ ਵਧੀਆ ਬਣਾਏ ਹੋਏ ਨਾ। ਜਾਣੀ ਪੰਜਾਬ ਦਾ ਕਰਜ਼ਾ ਵੀ ਲੈ ਗਿਆ, ਪੰਜਾਬ ਦਾ ਵਿਦਿਅਕ ਸਿਸਟਮ ਵੀ ਸੋਹਣਾ ਕਰਤਾ ਹੋਣਾ, ਪੰਜਾਬ ਦੇ ਵਿੱਚ ਅਸਾਮੀਆਂ ਵੀ ਭਰਤੀਆਂ ਹੋਣੀਆਂ, ਸਾਰੇ ਪਿੰਡਾਂ ਦੇ ਵਿੱਚ ਸਾਰੇ ਡਿਵੈਲਪਮੈਂਟ ਦੇ ਕੰਮ ਵੀ ਹੋ ਗਏ ਹੋਣੇ। ਜੇ ਉਸ ਤਰੀਕੇ ਦੇ ਨਾਲ ਬਣਾਏ ਹੋਏ ਬਜਟ ਕਾਰਗਰ ਸਾਬਤ ਨਹੀਂ ਹੋਏ, ਇੱਕ ਹੋਰ ਨਾ ਹੋਊਗਾ, ਨਾਲੇ ਇਹ ਤਾਂ ਬਜਟ ਵੀ 9 ਮਹੀਨਿਆਂ ਦਾ ਹੀ ਆ, ਮਾਰਚ ਦੇ ਵਿੱਚ ਅਗਲਾ ਫਿਰ ਬਜਟ ਪੇਸ਼ ਹੋਣਾ। ਤੀਸਰੀ ਗੱਲ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਕਿਤੇ ਜ਼ਿਮਨੀ ਚੋਣ ਹੋਣੀ ਆ, ਮੰਨ ਲਓ ਹੁਣ ਸੰਗਰੂਰ ਦੀ ਚੋਣ ਆ, ਇਹਦੇ ਤੋਂ ਪਹਿਲਾਂ ਗੁਰਦਾਸਪੁਰ ਦੀ ਚੋਣ ਹੋਈ, ਅੰਮ੍ਰਿਤਸਰ ਦੀ ਇੱਕ ਵਾਰੀ ਚੋਣ ਹੋਈ ਸੀ, ਆਦਮਪੁਰ ਦੀ ਹੋਈ ਸੀ ਜਦੋਂ ਬਾਦਲ ਸਾਹਿਬ 97 ਦੇ ਵਿੱਚ ਮੁੱਖ ਮੰਤਰੀ ਬਣੇ ਸੀ, ਤਲਵੰਡੀ ਸਾਬੋ ਦੀ ਹੋਈ ਸੀ, ਮੋਗੇ ਦੀ ਹੋਈ ਸੀ, ਬੜੀਆਂ ਬਾਈ ਇਲੈਕਸ਼ਨਸ ਹੋਈਆਂ, ਜਲਾਲਾਬਾਦ ਦੀ ਇਲੈਕਸ਼ਨ ਹੋਈ। ਜਿੱਥੇ ਕਿਤੇ ਜ਼ਿਮਨੀ ਚੋਣ ਹੁੰਦੀ ਉੱਥੇ ਸੜਕਾਂ ਬਣਦੀਆਂ ਹੁੰਦੀਆਂ, ਉੱਥੇ ਪਿੰਡਾਂ ਨੂੰ ਗ੍ਰਾਂਟਾਂ ਮਿਲਦੀਆਂ ਹੁੰਦੀਆਂ, ਉੱਥੇ ਲੋਕਾਂ ਦੇ ਵਿੱਚ ਜਾ ਕੇ ਦਰਬਾਰ ਲਾਏ ਜਾਂਦੇ ਆ, ਉੱਥੇ ਬੱਤੀ ਵੀ ਬਹੁਤ ਆਉਂਦੀ ਹੁੰਦੀ ਹੈ। ਜਾਣੀ ਕਿ ਸਰਕਾਰੀ ਪੈਸੇ ਦੀ ਵਰਤੋਂ ਇਸ ਤਰੀਕੇ ਘੱਟ ਕੀਤੀ ਜਾਂਦੀ ਰਹੀ ਹੈ ਕਿ ਭਾਈ ਪੰਜਾਬ ਨੂੰ ਡਿਵੈਲਪਮੈਂਟ ਕਿੱਦਾਂ ਕਰਨਾ, ਸਾਰੇ ਪੰਜਾਬ ਨੂੰ, ਕਿ ਕਿੱਥੇ ਕਿੱਥੇ ਗ੍ਰਾਂਟਾਂ ਦੀ ਲੋੜ ਹੈ, ਉੱਥੇ ਉੱਥੇ ਪੈਸੇ ਜ਼ਰੂਰ ਵੰਡੇ ਜਾਂਦੇ ਰਹੇ ਆ। ਜਿੱਥੇ ਜਿੱਥੇ ਬਾਈ ਇਲੈਕਸ਼ਨ ਹੋਣੀ ਹੁੰਦੀ ਹੈ, ਜਾਂ ਪਿਛਲੇ ਸਮੇਂ ਸ਼ਹਿਰਾਂ ਦੀ ਚੋਣ ਹੋਈ ਸੀ ਕੈਪਟਨ ਸਾਹਿਬ ਦੇ ਸਮੇਂ, ਚੱਲ ਸ਼ਹਿਰਾਂ 'ਚ ਗ੍ਰਾਂਟਾਂ। ਗੁਰਦਾਸਪੁਰ ਦੀ ਜ਼ਿਮਨੀ ਚੋਣ ਸੀ ਜਦੋਂ ਜਾਖੜ ਸਾਹਿਬ ਜਿੱਤੇ ਆ, ਚੱਲ ਗੁਰਦਾਸਪੁਰ 'ਚ ਵਿੱਚ ਗ੍ਰਾਂਟਾਂ, ਜਾਣੀ ਕਸਰ ਛੱਡੀ ਹੋਈ ਕੋਈ ਨਹੀਂ। ਹੁਣ ਜੇ ਆਪਾਂ ਵੋਟਾਂ ਨੂੰ ਦੇਖ ਕੇ ਗ੍ਰਾਂਟਾਂ ਦੇਣੇ ਗਏ, ਫਿਰ ਤਾਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੈ ਉਦੋਂ ਮੰਨਿਆ ਜਾਂਦਾ ਸੀ ਕਿ ਮਾਲਵੇ ਦੇ ਇੱਕ ਖੇਤਰ ਦੇ ਵਿੱਚ ਬੜੀ ਡਿਵੈਲਪਮੈਂਟ ਹੋਈ। ਕੈਪਟਨ ਸਾਹਿਬ ਦੀ ਸਰਕਾਰ ਹੈ ਤਾਂ ਮੰਨਿਆ ਜਾਂਦਾ ਸੀ ਕਿ ਭਾਈ ਪਟਿਆਲੇ ਵਾਲੇ ਖੇਤਰ ਦੀ ਬੜੀ ਡਿਵੈਲਪਮੈਂਟ ਹੋਈ। ਚੰਨੀ ਸਾਹਿਬ ਦੀ ਸਰਕਾਰ ਸੀ ਤਾਂ ਕਹਿੰਦੇ ਸੀ ਚਮਕੌਰ ਸਾਹਿਬ ਹਲਕਾ ਜਿਹੜਾ ਉਹਦੀਆਂ ਲਹਿਰਾਂ ਬਹਿਰਾਂ ਹੋ ਗਈਆਂ। ਇੱਦਾਂ ਬੜਾ ਅਜੀਬ ਜਿਹਾ ਮਸਲਾ ਹੋ ਜਾਂਦਾ। ਲੋਕਾਂ ਤੋਂ ਸੁਝਾਅ ਲਏ ਆ, ਮੰਨਣੇ ਨਾ ਮੰਨਣੇ ਉਹਨਾਂ ਦੀ ਗੱਲ ਆ, ਬਾਕੀ ਬਜਟ ਜਿੱਦਣ ਪੇਸ਼ ਹੁੰਦਾ ਉਦੋਂ ਚੀਰਫਾੜ ਪੋਸਟਮਾਰਟਮ ਐਕਸਰੇ ਆਪਾਂ ਸਾਰਾ ਕੁਝ ਸਕੈਨਿੰਗ ਕਰ ਦੇਣੀ ਹੈ। ਨਹੀਂ ਉਹ ਤੇ ਮੇਰਾ ਖਿਆਲ ਬਜਟ ਜਦੋਂ ਸਾਹਮਣੇ ਆਊਗਾ ਨਾ ਉਹਦੇ ਤੋਂ ਬਾਅਦ ਹੀ ਕਲੀਅਰ ਹੋ ਜਾਣਾ, ਕਿਉਂਕਿ ਹੁਣ ਤੱਕ ਤੇ ਇਹ ਗੱਲ ਬੜੀ ਸਪਸ਼ਟ ਹੈ ਵੀ ਚਾਹੇ ਆਪਾਂ ਅਖਬਾਰਾਂ 'ਚ ਦੇਖ ਲਈਏ, ਚਾਹੇ ਆਪਾਂ ਟੀਵੀ ਤੇ ਬਹਿ ਕੇ ਗੱਲਾਂ ਕਰ ਲਈਏ, ਉਹ ਜਿੰਨੀਆਂ ਕੁ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ਕਿ ਸਰਕਾਰ ਨੇ ਇਹਦੇ ਲਈ ਇੰਨਾ ਪੈਸਾ ਰੱਖਿਆ, ਇਹਦੇ ਲਈ ਇੰਨਾ ਪੈਸਾ ਰੱਖਿਆ, ਉਹ ਸਮਝ ਘੱਟ ਆਉਂਦਾ ਹੁੰਦਾ। 4 ਸਟੇਟਮੈਂਟਾਂ ਜ਼ਰੂਰ ਹੁੰਦੀਆਂ ਜਿਹਦੇ ਚੋਂ 2 ਸੱਤਾ ਧਿਰ ਦੀਆਂ ਹੁੰਦੀਆਂ ਜੋ ਕਹਿੰਦੇ ਓਏ ਹੋਏ 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 ਕਮਾਲ ਕਰਤੀ ਗੁਰੂ, ਇਦਾਂ ਦਾ ਬਜਟ ਵੇਖਿਆ ਹੀ ਨਹੀਂ ਕਦੀ। ਦੂਸਰਾ ਕਹਿੰਦਾ ਬਹੁਤ ਹੀ ਅਗਾਂਹ ਵਧੂ ਬਜਟ ਹੈ, ਇਹਨੇ ਪੰਜਾਬ ਨੂੰ ਵੇਖਿਓ ਹੋ ਸਕਦਾ ਮੰਗਲ ਗ੍ਰਹਿ ਤੋਂ ਵੀ ਗਾਂਹ ਲੈ ਜਾਵੇ ਕਿਤੇ। 2 ਸ਼ਬਦ ਭੁੱਲ ਗਏ, ਕਿਹੜੇ? ਸੱਤਾ ਧਾਰੇ ਕਹਿਣਾ ਲੋਕ ਪੱਖੀ ਬਜਟ, ਉਹਨਾਂ ਨੇ ਕਹਿਣਾ ਮਾੜਾ ਜਿਹਾ ਪੱਖੀ ਮਟੇਕ ਲੋਕ ਵਿਰੋਧੀ ਬਜਟ। ਆਹ ਦੂਸਰਿਆਂ ਦਾ ਕੰਮ ਤੇ ਇਹ ਹੁੰਦਾ ਵੀ ਏਡਾ ਮਾੜਾ ਬਜਟ, ਕੁਝ ਸੋਚੇ ਨਹੀਂ ਗਏ, ਆਹ ਚੀਜ਼ ਤਾਂ ਮਿੱਟੀ ਕਰ ਦਿੱਤੀ ਖਾਤੂ। ਮਤਲਬ ਇਹ 3 ਕੁ ਦਿਨ ਦੀ ਐਕਸਰਸਾਈਜ਼ ਹੁੰਦੀ ਹੈ, ਉਸ ਤੋਂ ਬਾਅਦ ਕਹਾਣੀ ਮੁੱਕ ਜਾਂਦੀ। ਪਰ ਜੇ ਐਤਕੀ ਬਜਟ ਆਊਗਾ ਉਹਦੇ ਵਿੱਚ ਲੋਕਾਂ ਨੂੰ ਕੁਝ ਵੱਖਰਾ ਨਜ਼ਰ ਆਊਗਾ ਵੀ ਯਾਰ ਅਸੀਂ ਸੁਝਾਅ ਦਿੱਤੇ ਸੀ, ਆਹ ਗੱਲ ਪਹਿਲਾਂ ਕਦੀ ਸੁਣੀ ਨਹੀਂ ਸੀ, ਜਾਂ ਅਗਲੇ ਕਹਿਣ ਵੀ ਹੋ ਸਕਦਾ ਚੀਮਾ ਸਾਹਿਬ ਇਹ ਕਰਨ ਵੀ ਕੰਪੈਰੀਜ਼ਨ ਵੀ ਬਾਅਦ 'ਚ ਦੇ ਦੇਣ ਵੀ ਯਾਰ ਪਹਿਲਾਂ ਸਰਕਾਰ ਇਸ ਚੀਜ਼ ਲਈ ਸਿਰਫ ਇੰਨੇ ਪੈਸੇ ਰੱਖਦੀ ਹੁੰਦੀ ਸੀ, ਐਤਕੀ ਸੁਝਾਵਾਂ ਦੇ ਹਿਸਾਬ ਨਾਲ ਅਸੀਂ ਇਹਦੇ 'ਚ ਇੰਨੇ % ਦਾ ਵਾਧਾ ਕੀਤਾ, ਇਸ ਚੀਜ਼ 'ਤੇ ਪਹਿਲਾਂ ਇੰਨਾ ਖਰਚ ਹੁੰਦਾ ਸੀ, ਇੱਥੇ ਅਸੀਂ ਹੱਥ ਘੁੱਟ ਲਿਆ ਕਿਉਂਕਿ ਇਹ ਐਵੇਂ ਗੈਰ ਜ਼ਰੂਰੀ ਪੈਸੇ ਹੈ। ਹੋ ਸਕਦਾ ਵੀ ਜੇ ਇਹੋ ਜਿਹਾ ਕੋਈ ਹਿਸਾਬ ਕਿਤਾਬ ਉਹ ਲੀਕਾਂ ਮਾਰ ਕੇ ਖੁਸ਼ਕਤ ਲਿਖਾਈ ਦੇ ਵਿੱਚ ਬਾਅਦ ਜਦੋਂ ਲੈ ਕੇ ਆਉਣਗੇ ਉਦੋਂ ਲੋਕਾਂ ਨੂੰ ਪਤਾ ਲੱਗ ਜੂ ਵੀ ਯਾਰ ਸਾਡੇ ਸੁਝਾਵਾਂ ਦਾ ਅਸਰ ਹੋਇਆ,
ਜਾਂ ਫਿਰ ਨਹੀਂ ਹੋਇਆ। ਕਿਉਂਕਿ ਇਹਦੋਂ ਪਹਿਲਾਂ ਤਾਂ ਇਹੀ ਰੌਲਾ ਸੀ ਨਾ, ਉਹ ਕਹਿੰਦੇ ਵੀ ਸਿਆਣੇ ਸਿਰ ਜੁੜਨਗੇ। ਆਪਾਂ ਉਹਦੇ ਕੋਈ ਸ਼ੱਕ ਨਹੀਂ ਕਰਦੇ ਵੀ ਸਿਆਣੇ ਸਿਰ ਜਿਹੜੇ ਉਹ ਸਿਆਣੇ ਨਹੀਂ ਹੈਗੇ, ਪਰ ਮੁਸ਼ਕਲ ਕਿਤੇ ਨਾ ਕਿਤੇ ਇਹ ਆ ਗਈ ਵੀ ਜਿਹੜਾ ਬੰਦਾ ਸਿਆਣਾ ਹੋ ਸਕਦਾ ਵੀ ਕੈਲਕੂਲੇਟਰ ਤੋਂ ਵੀ ਤੇਜ਼ ਕੈਲਕੂਲੇਸ਼ਨ ਕਰਦਾ ਵਾ ਵੀ ਇੰਨੇ ਹਜ਼ਾਰ ਕਰੋੜ ਇੱਥੇ ਜਾਏਗਾ, ਇੰਨੇ ਹਜ਼ਾਰ ਕਰੋੜ ਉੱਥੇ ਜਾਏਗਾ। ਪਰ ਜਿਹੜੇ ਵਿਚਾਰੇ ਥੱਲੇ ਬੰਦੇ ਹੁੰਦੇ ਆ, ਜਿਹਦਾ ਕੰਮ ਹੁੰਦਾ ਵੀ ਪੁੱਤ ਇੱਦਾਂ ਕਰ, ਭੱਜ ਕੇ ਨਾ ਫੁੱਫੜ ਤੇ ਰਾਇਆ ਬਿਸਕੁਟਾਂ ਦਾ ਪੈਕਟ ਲਿਆ ਹੱਟੀ ਤੋਂ ਤੇ ਉਹਨੂੰ ਆਖੇ ਲਿਖ ਲਏ ਪੈਸੇ ਖਾਤੇ 'ਚ ਆਪਣੇ ਕੋਲ ਪੈਸੇ ਨੇ। ਉਹ ਬੰਦਿਆਂ ਦਾ 19,000 ਕਰੋੜ ਦੇ ਨਾਲ ਕੋਈ ਲਿੰਕ ਨਹੀਂ ਹੁੰਦਾ, ਉਹ ਕਿਤੇ ਵਿਚਾਲੇ ਜੇ ਲਿਆਉਣ ਦੀ ਲੋੜ ਹੈ। ਹਾਂ ਨਹੀਂ, ਬਹੁਤ ਜ਼ਰੂਰੀ ਹੈ। ਜਿਨ੍ਹਾਂ ਦੇ ਕੋਲ 2 ਨਿੰਬੂ ਨਹੀਂ ਖਰੀਦੇ ਜਾਂਦੇ, ਜਦੋਂ ਉਹ ਪੜ੍ਹਦੇ ਹੁੰਦੇ ਨਾ ਇੰਨੇ ਹਜ਼ਾਰ ਕਰੋੜ ਦਾ ਬਜਟ ਪੇਸ਼ ਅਤੇ ਪਾਸ, ਇੰਨੇ ਫਲਾਈਓਵਰ ਬਣਨੇ, ਇੰਨੇ ਆਹ ਬਣਨੇ, ਉਹਨਾਂ ਨੂੰ ਹੁੰਦਾ ਕਿ ਸਾਡੇ ਹੱਟੀ ਤੇ ਜਿਹੜੀ ਸੜਕ ਜਾਂਦੀ ਸਾਨੂੰ ਤਾਂ ਉਹਦੇ ਨਾਲ ਰੌਲਾ, ਤੇ ਹੱਟੀ ਵਾਲੇ ਦੇ ਰਜਿਸਟਰ ਦੇ ਉੱਤੇ ਕਾਂਟਾ ਜਿੱਦਣ ਉਹ ਮਰਵਾ ਕੇ ਆਉਂਦੇ, ਅੱਜ ਦੇ ਤੇ ਪੈਸੇ, ਅੱਜ ਲਾਲੇ ਦਾ ਹਿਸਾਬ ਕਰ ਦਿੱਤਾ, ਉਦਣ ਉਹਨਾਂ ਦੀ ਖੁਸ਼ੀ ਦੇਖਣ ਵਾਲੀ ਹੁੰਦੀ, ਐਂ ਤੁਰਦਾ ਹੁੰਦਾ ਬੰਦਾ। ਇੰਨੀ ਕੀ ਦੌੜ ਆ। ਬਾਕੀ ਸੰਧਾਲੀਆ ਸਾਹਿਬ, ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ ਕੀਤੇ ਕਿ ਭਾਈ ਆਪਾਂ ਸੰਸਥਾਵਾਂ ਸੱਦਣੀਆਂ, ਜਥੇਬੰਦੀਆਂ ਸੱਦਣੀਆਂ, ਸਿੱਖ ਕੈਦੀਆਂ ਦੀ ਰਿਹਾਈ ਦੇ ਲਈ ਉਹਨਾਂ ਨੇ 3 ਮਤੇ ਪੇਸ਼ ਕੀਤੇ ਸੀ। ਇੱਕ ਪਹਿਲਾਂ ਕੁਰਬਾਨੀਆਂ ਦਾ ਇਤਿਹਾਸ ਦੱਸਿਆ, ਦੂਸਰਾ ਕਿਹਾ ਕਿ ਅਸੀਂ ਵਫਦ ਲੈ ਕੇ ਮਿਲਾਂਗੇ, ਸਰਕਾਰੀ ਦਰਬਾਰੇ ਜਾਵਾਂਗੇ, ਮੰਗ ਕਰਾਂਗੇ ਕਿ ਛੱਡੋ ਬੰਦੇ ਭਾਈ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ। ਤੀਸਰਾ ਪੰਜਾਬ ਦੇ MPs ਨੂੰ ਕਿਹਾ ਸੀ। ਤੁਸੀਂ ਇਹ ਦੇਖੋ ਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਵੱਖਰੇ ਤਰ੍ਹਾਂ ਦੀ ਰਣਨੀਤੀ ਤੇ ਹੈ। ਅਚਾਨਕ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਸਿੱਖ ਲੀਡਰਸ਼ਿਪ ਜਿਹੜੀ ਹੈ, ਉਹਨਾਂ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਦੇ ਨੇ। ਇਹਦੇ ਤੋਂ ਇਲਾਵਾ ਜੇ ਆਪਾਂ ਉਹਨਾਂ ਦੇ ਨਾਲ ਫਤਿਹ ਜੰਗ ਸਿੰਘ ਬਾਜਵਾ, ਇੱਕ ਨਾ ਉਹਨਾਂ ਦੇ ਵਿੱਚ ਹੋਰ ਹੈ ਬਲਵਿੰਦਰ ਸਿੰਘ ਲਾਡੀ, ਉਹ ਵੀ ਗਏ। ਇਹਨਾਂ ਤੋਂ ਇਲਾਵਾ ਡਾਕਟਰ ਹਰਜੋਤ ਕਮਲ ਗਏ, ਸਾਬਕਾ MLA ਸ਼ਮਸ਼ੇਰ ਸਿੰਘ ਰਾਏ ਗਏ, ਜੱਸੀ ਜਸਰਾਜ ਗਏ, ਹੋਰ ਕਿੰਨੇ ਹੀ ਸੱਜਣ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ। ਉਹ ਜਾ ਕੇ ਪਹਿਲਾਂ ਤਾਂ ਕੇਂਦਰ ਸਰਕਾਰ ਦੇ ਮੰਤਰੀ ਸਾਹਿਬ ਨੂੰ ਮਿਲੇ, ਉਹਦੇ ਤੋਂ ਬਾਅਦ ਉਹ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਇਕਬਾਲ ਸਿੰਘ ਲਾਲਪੁਰਾ ਸਾਹਿਬ, ਉਹਨਾਂ ਨੂੰ ਮਿਲੇ ਤੇ ਜਾ ਕੇ ਬੇਨਤੀ ਕੀਤੀ ਕਿ ਦੇਖੋ ਜੀ, ਮੰਗ ਉੱਠਦੀ ਹੈ ਬਾਰ-ਬਾਰ, ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਸਿੱਖਾਂ ਸਮੇਤ ਘੱਟ ਗਿਣਤੀਆਂ ਦੇ ਜੇ ਕੋਈ ਵੀ ਉਹ ਬੰਦੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੰਦ ਨੇ ਪਰ ਕਾਨੂੰਨ ਦੇ ਮੁਤਾਬਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ, ਤੇ ਅਸੀਂ ਪੰਜਾਬ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਭਾਈ ਉਹਨਾਂ ਦੇ ਬਾਬਤ ਕਾਨੂੰਨੀ ਤੌਰ ਦੇ ਉੱਤੇ ਵਿਚਾਰ ਕੀਤਾ ਜਾਵੇ। ਹੁਣ ਆਪਾਂ ਕੱਲ ਹੀ ਜ਼ਿਕਰ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਠ ਦੇ ਵਿੱਚ ਅਕਾਲੀ ਦਲ ਦੇ ਤਕਰੀਬਨ ਸਾਰੇ ਧੜੇ ਪਹੁੰਚੇ, ਇੱਕ ਜਗ੍ਹਾ ਤੇ ਬੈਠੇ। ਹੁਣ ਤੁਸੀਂ ਇਹ ਦੇਖੋ ਕਿ ਇਹ ਕੈਦੀ ਜਿਹੜੇ ਸਿੱਖ ਕੈਦੀ ਖਾਸ ਤੌਰ ਤੇ, ਇਹ ਸੰਧਾਲੀਆ ਸਾਹਿਬ 2 ਸਾਲ 3 ਸਾਲ ਜਾਂ 4 ਸਾਲ ਪਹਿਲਾਂ ਦੇ ਜੇਲ੍ਹਾਂ 'ਚ ਨਹੀਂ, ਕਿਸੇ ਨੂੰ 25 ਸਾਲ, ਕਿਸੇ ਨੂੰ 18 ਸਾਲ, ਕਿਸੇ ਨੂੰ 35 ਸਾਲ, ਇੰਨਾ ਵੱਡਾ ਸਮਾਂ ਹੋ ਗਿਆ। ਜੇ ਭਲਕ ਨੂੰ ਕੇਂਦਰ ਸਰਕਾਰ ਇਸ ਸੰਬੰਧ ਦੇ ਵਿੱਚ ਕੋਈ ਐਲਾਨ ਕਰ ਦਿੰਦੀ ਹੈ, ਮੰਨ ਲਓ ਕਿ ਉੱਪਰਲੇ ਪਾਸੇ ਇਹ ਵਫਦ ਕੱਲ੍ਹ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਚਲੇ ਜਾਏ, ਇਹ ਵਫਦ ਕੱਲ੍ਹ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੂੰ ਮਿਲਣ ਚਲੇ ਜਾਏ, ਭਾਰਤੀ ਜਨਤਾ ਪਾਰਟੀ ਦੀ ਸਿੱਖ ਲੀਡਰਸ਼ਿਪ ਦਾ, ਜਾਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਸਾਹਿਬ ਕਹਿਣ ਕਿ ਜੀ ਮੇਰੇ ਕੋਲ ਆਹ ਵਫਦ ਆਇਆ ਸੀ ਤੇ ਮੈਂ ਉਹਦੇ ਆਧਾਰ ਦੇ ਉੱਤੇ ਕੇਂਦਰ ਸਰਕਾਰ ਨੂੰ ਆਹ ਕਹਿੰਨੇ, ਉਹਦੇ ਤੋਂ ਬਾਅਦ ਜੇ ਕਿਤੇ ਰਿਹਾਈ ਦੇ ਢਿੱਲ ਦੇ ਕੋਈ ਹੁਕਮ ਹੋ ਜਾਂਦੇ ਆ ਤਾਂ ਫਰਕ ਕੀ ਹੈ ਸੰਧਾਲੀਆ ਸਾਹਿਬ ਕਿ ਜੇ ਆਹੀ ਕੰਮ ਸਾਲ 2 ਸਾਲ ਪਹਿਲਾਂ ਹੁੰਦਾ, ਉਦੋਂ ਭਾਰਤੀ ਜਨਤਾ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸਾਂਝ ਸੀ ਤੇ ਗੱਠਜੋੜ ਸੀ। ਉਦੋਂ ਕੀ ਜਾਣਾ ਸੀ ਕਿ ਸਿਹਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਰ ਕਿ ਭਾਈ ਅਸੀਂ ਗੱਠਜੋੜ ਦੇ ਵਿੱਚ ਸੀ, ਅਸੀਂ ਕੇਂਦਰ ਸਰਕਾਰ ਦੇ ਵਿੱਚ ਸੀ, ਅਸੀਂ ਆਹ ਕੰਮ ਕਰਾ ਲਿਆ, ਸਿੱਖ ਕੌਮ ਦੀ ਬੜੀ ਪੁਰਾਣੀ ਮੰਗ ਸੀ। ਤੇ ਹੁਣ ਉਹ ਕਹਿਣਗੇ ਕਿ ਭਾਈ ਅਸੀਂ ਤਾਂ ਗੱਠਜੋੜ 'ਚ ਨਹੀਂ, ਅਸੀਂ ਤਾਂ ਆਪ ਕੀਤਾ ਹੈ, ਸਾਨੂੰ ਪਤਾ ਹੈ। ਜੇ ਇਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨਰਮੀ ਢਿੱਲ ਇਧਰਲੇ ਪਾਸੇ ਨੂੰ ਹਾਂ ਪੱਖੀ ਵਤੀਰਾ ਦਿਖਾ ਰਹੀ ਹੈ, ਕੋਈ ਵੱਡੀ ਗੱਲ ਨਹੀਂ ਜੇ ਭਲਕ ਨੂੰ ਕੋਈ ਫੈਸਲਾ ਆ ਜਾਏ। ਆ ਜਾਵੇ ਤੇ ਚਲੋ ਚੰਗੀ ਗੱਲ ਹੈ ਜੀ। ਦੇਖੋ ਇਹਦੇ ਤੇ ਵੀ ਬੜੀ ਤਰ੍ਹਾਂ ਦੀ ਡਿਬੇਟ ਹੈ। ਕੁਝ ਲੋਕ ਇਹ ਕਹਿੰਦੇ ਆ ਵੀ ਯਾਰ ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਲੀਡਰ ਸਾਹਿਬਾਨ ਇਸ ਵਕਤ ਮੰਗ ਕਰ ਰਹੇ, ਉਹ ਬਹੁਤ ਦੇਰ ਸੱਤਾ 'ਚ ਰਹੇ, ਉਹਨਾਂ ਦੇ ਕੋਲ ਸਮਾਂ ਵੀ ਸੀਗਾ ਜਦੋਂ ਉਹ ਇਹ ਕੰਮ ਕਰਵਾ ਸਕਦੇ ਸੀ। ਜੀ ਠੀਕ ਹੈ, ਇਹ ਗੱਲ ਦਰੁਸਤ ਵੀ ਲੱਗਦੀ ਹੈ ਵੀ ਹਾਂਜੀ ਉਦੋਂ ਉਹ ਕੰਮ ਕਰਵਾ ਸਕਦੇ ਸੀ। ਹੁਣ ਜਦੋਂ ਤੁਸੀਂ BJP ਦੀ ਸਿੱਖ ਲੀਡਰਸ਼ਿਪ ਦੇ ਲੀਡਰਾਂ ਦੇ ਨਾਂ ਗਿਣਾ ਰਹੇ ਸੀ ਤੇ ਉਹ ਬਹੁਤਾ ਕਰਕੇ ਤੁਸੀਂ ਵਾਰ-ਵਾਰ ਕਹਿੰਦੇ BJP ਦੇ ਸਿੱਖ ਲੀਡਰ ਸਾਹਿਬਾਨ, ਪਰ ਦਿਮਾਗ ਆਉਂਦਾ ਵੀ ਯਾਰ ਉਹ BJP ਦੇ ਲੀਡਰ ਹੁਣੀ ਬਣੇ ਨੇ ਜੇ ਤੱਤੇ ਤਾਜ਼ੇ, ਇਸ ਤੋਂ ਪਹਿਲਾਂ ਕਿਸੇ ਹੋਰ ਪਾਰਟੀ ਸੀਗੇ। ਜਦੋਂ ਉਸ ਪਾਰਟੀ ਸੀਗੀ, ਉਸ ਪਾਰਟੀ ਵਾਲੇ ਪਾਸੇ ਵਿਰੋਧ ਹੁੰਦਾ ਰਿਹਾ, ਉਦੋਂ ਉਹਨਾਂ ਨੂੰ ਉੱਧਰ ਵੀ ਖੜਨਾ ਪੈਂਦਾ ਸੀ। ਇਹ ਤੇ ਹੋ ਗਈ ਰਾਜਨੀਤਿਕ ਲੜਾਈ ਵੀ ਕਿਹੜੇ ਪਾਸੇ ਆਪਾਂ ਖੜੇ ਹਾਂ, ਕਿਸ ਪਾਰਟੀ ਦੇ ਨਾਲ ਆ ਤੇ ਇਸ ਵਕਤ ਮੁੱਦਾ ਕਿਹੜਾ ਗਰਮ ਆ ਤੇ ਆਪਾਂ ਨੂੰ ਕਿਸ ਹੱਕ ਜਾਂ ਵਿਰੋਧ 'ਚ ਬਿਆਨ ਦੇਣਾ ਪੈਣਾ। ਇਹ ਸਿਆਸਤ ਹੈ ਕਰਨ ਜੀ ਸਦਕੇ ਕਰਨ ਜੀ। ਪਰ ਗੱਲ ਆ ਵੀ ਜਿਹੜੇ ਲੋਕ ਉੱਥੇ ਨੇ, ਜੇ ਉਹਨਾਂ ਦੇ ਨਾਲ ਕਿਤੇ ਕਿਤੇ ਜਿੱਥੇ ਜਿਹਨੂੰ ਵੀ ਜਾਪਦਾ ਵੀ ਆਹ ਬੇਇਨਸਾਫੀ ਹੈ ਯਾਰ, ਵੀ ਇੱਥੇ ਕਿਤੇ ਨਾ ਕਿਤੇ ਮਨੁੱਖੀ ਹੱਕਾਂ ਦੀ ਗੱਲ ਹੋਣੀ ਚਾਹੀਦੀ ਆ, ਉਹਨਾਂ ਦਾ ਮਸਲਾ ਇੱਕ ਤਰ੍ਹਾਂ ਸਿਰ ਜੋੜ ਕੇ ਕਰ ਲੈਣ, ਉਹ ਆਪਣੇ ਘਰੋਂ ਘਰੀ ਚਲੇ ਜਾਣ, ਆਪਣੇ ਪਰਿਵਾਰਾਂ ਕੋਲ ਚਲੇ ਜਾਣ,
ਫਿਰ ਵਿਹਲੇ ਹੋ ਕੇ ਮੁੜ ਕੇ ਸਿਹਰਾ ਵੰਡਦੇ ਫਿਰਨ ਵੀ ਇਹ ਤੇਰਾ ਕਿ ਮੇਰਾ, ਉਹਦੇ 'ਚ ਕੀ ਫਰਕ ਪਊਗਾ ਲੋਕਾਂ ਨੂੰ? ਜ਼ਰੂਰੀ ਹੈ। ਬਾਕੀ ਸੰਧਾਲੀਆ ਸਾਹਿਬ, ਕਿਉਂਕਿ ਭਾਜਪਾ ਦੇ ਕੋਲ ਕੇਂਦਰ ਦੀ ਸੱਤਾ, ਉਹਨਾਂ ਦੇ ਕੋਲ ਅਧਿਕਾਰ ਨੇ, ਬਾਕੀਆਂ ਨੇ ਮੰਗ ਕਰਨੀ ਆ, ਉਹਨਾਂ ਨੇ ਫੈਸਲਾ ਕਰਨਾ, ਇੰਨਾ ਕੁ ਫਰਕ ਹੈ ਮੰਗ ਤੇ ਫੈਸਲੇ ਦੇ ਵਿੱਚ। ਮੰਗ ਦੇ ਉੱਤੇ ਵਿਚਾਰ ਅਗਲੇ ਕਰਦੇ ਆ ਕਿ ਮੰਗ ਪੱਤਰ ਮੁੱਦਾ ਕਰਕੇ ਰੱਖ ਦਿੰਦੇ ਆ, ਤੇ ਇਧਰਲੇ ਪਾਸੇ ਫੈਸਲਾ ਕਰਨਾ। ਕਿਉਂਕਿ ਜੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਕੋਲ ਹਰਾ ਪੈਨ ਆ ਤਾਂ ਉੱਪਰ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਦੇ ਕੋਲ ਵੀ ਹਰਾ ਪੈਨ ਆ, ਫਿਰ ਕੁਛ ਵੀ ਕਿੱਧਰਲੇ ਪਾਸੇ ਨੂੰ ਵੀ ਹੋ ਸਕਦਾ। ਨਹੀਂ, ਪਰ ਇਹਦੇ 'ਚ ਮੈਂ ਇੱਕ ਬੇਨਤੀ ਕਰਾਂ, ਤੁਸੀਂ ਜਿੱਦਾਂ ਆਹ ਗੱਲ ਕੀਤੀ ਨਾ, ਹੋ ਸਕਦਾ ਵੀ ਜਿਹੜੇ ਬੰਦੇ ਉੱਧਰ ਬੈਠੇ ਸੀ ਸਿਰ ਜੋੜ ਕੇ ਉਹ ਕਹਿਣ ਵੀ ਅੱਛਾ ਯਾਰ ਮੁੱਦਾ ਖੋਇਆ ਗਿਆ ਸਾਡੇ ਕੋਲ, ਇਦਾਂ ਨਹੀਂ ਹੈ। ਕਿਉਂਕਿ ਜੇ ਮੰਨ ਲਓ ਕਰਤਾਰਪੁਰ ਸਾਹਿਬ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਆਪਾਂ ਕਰ ਲੈਂਦੇ ਹਾਂ ਵੀ ਜੇ ਉਦੋਂ ਚਰਚਾ ਚੱਲਦੀ ਸੀ, ਸਿੱਧੂ ਸਾਹਿਬ ਨੇ ਗੱਲ ਚਲਾਈ ਜੀ, ਤੁਰੀ ਜੀ ਗੱਲ ਚੁਲੀ, ਅਖੀਰ ਤਾਂ ਭਾਵੇਂ ਚਲੋ ਕੇਂਦਰ ਸਰਕਾਰ ਦੇ ਹੱਥ ਵੱਸ ਸੀਗਾ, ਬੀਜੇਪੀ ਨੂੰ ਸਿਹਰਾ ਜਾਂਦਾ ਵੀ ਉਹਨਾਂ ਨੇ ਉਹ ਕੰਮ ਕੀਤਾ, ਪਰ ਵਿੱਚ ਲੋਕ ਨਾਂ ਲੈਂਦੇ ਯਾਰ ਵੀ ਸਿੱਧੂ ਸਾਹਿਬ ਨੇ ਕੀਤਾ। ਹੁਣ ਵੀ ਜੇ ਮੰਨ ਲਓ ਬੀਜੇਪੀ ਦੀ ਸਿੱਖ ਲੀਡਰਸ਼ਿਪ ਦਾ ਕਹਿਣ ਦਾ ਕਰਕੇ ਜਾਂ ਬੀਜੇਪੀ ਦੀ ਉੱਪਰਲੀ ਲੀਡਰਸ਼ਿਪ ਸੋਚੇ ਵੀ ਯਾਰ ਇਹ ਹੱਲ ਹੈ, ਇਹ ਕਰਨਾ ਚਾਹੀਦਾ, ਤੇ ਅਗਲਿਆਂ ਦਾ ਨਾਂ ਇਹਨਾਂ ਦਾ ਹੋਊਗਾ ਵੀ ਨਹੀਂ ਯਾਰ ਉਹ ਬੰਦੇ ਵੀ ਕਹਿੰਦੇ ਰਹੇ ਸੀ ਉਦੋਂ, ਤਾਂ ਇਹ ਪ੍ਰੈਸ਼ਰ ਬਣਿਆ। ਅਸੀਂ ਤਾਂ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਜੇ ਉਹ ਮੀਟਿੰਗ ਨਾ ਹੁੰਦੀ ਸ਼ਾਇਦ ਅਜੇ ਵਫਦ ਜਾਂਦਾ ਹੀ ਨਾ, ਅਜੇ ਲੇਟ ਜਾਂਦਾ ਜਾਂ ਜਾਂਦਾ ਹੀ ਨਾ, ਕੁਝ ਵੀ ਹੋ ਸਕਦਾ। ਇਸ ਕਰਕੇ ਨਾ ਤੁਹਾਨੂੰ ਦੇਣਾ, ਤੁਸੀਂ ਯਤਨ ਜਾਰੀ ਰੱਖਿਓ, ਮੰਨ ਕੇ ਚਲੋ ਤੁਹਾਡੇ ਕਰਕੇ ਗਏ ਆ, ਸਿਰਾ ਤੁਹਾਡੇ ਸਿਰ ਪੰਜਾਬ ਦੇ ਲੋਕਾਂ ਨੇ ਬੰਨ੍ਹ ਦੇਣਾ, ਸਿੱਖਾਂ ਨੇ ਬੰਨ੍ਹ ਦੇਣਾ ਜੇ ਬੰਨਣਾ ਹੋਇਆ ਤਾਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਧਾਲੀਆ ਸਾਹਿਬ, ਬੀਜੇਪੀ ਦੀ ਜੇ ਸਰਗਰਮੀ ਦੇ ਉੱਤੇ ਨਜ਼ਰ ਕਰੀਏ ਕਿ ਉਹ ਪੰਜਾਬ 'ਚ ਕਿਵੇਂ ਆ, 7.5% ਵੋਟਾਂ ਮਿਲੀਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਵਿੱਚ, ਜਿੰਨੀਆਂ ਕੁੱਲ ਵੋਟਾਂ ਪੋਲ ਹੋਈਆਂ ਸੀ। ਉਮੀਦਵਾਰ 2 ਜਿੱਤੇ, ਮਾਲਵਾ ਖਾਲੀ ਰਹਿ ਗਿਆ, ਇੱਕ ਮਾਝੇ ਚੋਂ, ਇੱਕ ਦੁਆਬੇ ਚੋਂ, ਉਹ ਵੀ ਇੱਕ ਕੋਨਿਆਂ ਚੋਂ, ਬਾਕੀ ਉਹ ਵੀ ਏਰੀਏ ਖਾਲੀ ਨੇ। ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਪਰ ਉਹਨਾਂ ਨੇ ਕਸਰ ਨਹੀਂ ਕੋਈ ਛੱਡੀ। ਉਹਦੇ ਤੋਂ ਬਾਅਦ ਕੇਂਦਰੀ ਮੰਤਰੀ ਬਾਰ-ਬਾਰ ਆ ਰਿਹਾ, ਮੀਟਿੰਗਾਂ ਕਰ ਰਹੇ ਆ, ਉਹਨਾਂ ਨੇ ਇਹ ਵੀ ਦੇਖਿਆ ਕਿ ਕਹਾਣੀ ਕਿੱਧਰ ਨੂੰ ਗਈ ਹੈ ਜੀ, ਕਿਉਂ ਹੋਇਆ ਜੀ। ਫਿਰ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਇੰਚਾਰਜ ਲਾਤੇ ਕਿ ਆ 4 ਸ਼ਹਿਰਾਂ ਦੇ ਵਿੱਚ ਚੋਣਾਂ ਹੋਣ ਵਾਲੀਆਂ, ਆ ਮੁੱਖ ਇੰਚਾਰਜ ਆ, ਸਹਾਇਕ ਇੰਚਾਰਜ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਵਾਲੀ ਹੈ, ਜੂਨ ਦੇ ਵਿੱਚ ਵੀ ਹੋ ਸਕਦੀ ਹੈ, ਉਹਦੇ ਲਈ ਇੰਚਾਰਜ ਲਾਤੇ। ਪਰ ਉਧਰਲੇ ਪਾਸੇ ਬੀਜੇਪੀ ਦੇ ਵਰਕਰ ਇਕੱਠੇ ਹੋਏ, ਲਹਿਰਾ ਗਾਗਾ, ਧੂਰੀ, ਸੁਨਾਮ, ਸੰਗਰੂਰ ਤੇ ਬਰਨਾਲਾ, 4-5 ਵਿਧਾਨ ਸਭਾ ਹਲਕੇ, ਇਹ ਸਾਰੇ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਆਉਂਦੇ ਆ। ਉਹ ਕਹਿੰਦੇ ਜੀ ਅਸੀਂ ਮੰਗ ਕਰਦੇ ਹਾਂ ਕਿ ਸਥਾਨਕ ਬੰਦੇ ਨੂੰ ਟਿਕਟ ਦਿਓ, ਕਿ ਭਾਰਤੀ ਜਨਤਾ ਪਾਰਟੀ ਨੇ ਐਤਕੀ ਜਦੋਂ ਸੰਗਰੂਰ ਦੀ ਜ਼ਿਮਨੀ ਚੋਣ ਲੜਨੀ ਹੈ ਉਹ ਸਥਾਨਕ ਉਮੀਦਵਾਰ ਨੂੰ ਟਿਕਟ ਦਿਓ, ਕਿਉਂਕਿ ਉਹ ਕਹਿੰਦੇ ਜੀ ਸਾਨੂੰ ਪਤਾ ਲੱਗਿਆ ਕਿ ਬਾਹਰਲਾ ਕੈਂਡੀਡੇਟ ਲਿਆਉਣ ਲੱਗਿਆ। ਉਹਨਾਂ ਤੱਕ ਜਾਣਕਾਰੀ ਕਿੱਦਾਂ ਪਹੁੰਚੀ, ਉਹਨਾਂ ਨੂੰ ਕਿਹਨੇ ਦੱਸਿਆ, ਇਹ ਵੱਖਰੀ ਗੱਲ ਹੈ। ਪਰ ਜੇ ਇਹਦੇ ਬਾਵਜੂਦ ਵੀ ਉਹਨਾਂ ਦੇ ਸਥਾਨਕ ਲੀਡਰ ਉਹ 2 ਨੇ, ਉਹ 200 ਨੇ, ਉਹ 2000 ਨੇ ਜਾਂ 2 ਲੱਖ ਨੇ, ਉਹ ਇਹ ਚਾਹੁੰਦੇ ਆ ਕਿ ਭਾਈ ਆਪਾਂ ਚੋਣ ਆਪਣੇ ਸਿਰ ਤੇ ਲੜਨੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਜੀ ਬਾਹਰੋਂ ਬੰਦੇ ਆਪਾਂ ਲਿਆਂਦੇ ਸੀ ਤੇ ਬੰਦੇ ਲਿਆ ਕੇ ਕੀ ਖੱਟਿਆ ਤੁਸੀਂ ਆਪ ਦੇਖ ਲਓ, ਕਿਉਂਕਿ ਜਿਹੜੇ 2 ਬੰਦੇ ਜਿੱਤੇ ਆ, ਅਸ਼ਵਨੀ ਸ਼ਰਮਾ ਸਾਹਿਬ ਪੁਰਾਣੇ ਭਾਜਪਾ ਦੇ, ਜੰਗੀ ਲਾਲ ਮਹਾਜਨ ਸਾਹਿਬ ਮੁਕੇਰੀਆਂ ਵਾਲੇ ਪੁਰਾਣੇ ਭਾਜਪਾ ਦੇ, ਨਵਾਂ ਤਾਂ ਕੋਈ ਵੀ ਨਹੀਂ ਜਿੱਤਿਆ। ਇਸ ਕਰਕੇ ਉਹ ਕਹਿੰਦੇ ਜੀ ਸਾਨੂੰ ਪ੍ਰਧਾਨ ਮੰਤਰੀ ਸਾਹਿਬ ਤੱਕ ਵੀ ਜਾਣਾ ਪਿਆ, ਜੇਪੀ ਨੱਡਾ ਸਾਹਿਬ ਭਾਜਪਾ ਦੇ ਕੌਮੀ ਪ੍ਰਧਾਨ ਸਾਹਿਬ ਤੱਕ ਵੀ ਜਾਣਾ ਪਿਆ, ਇਹ ਕਹਿਣ ਦੇ ਲਈ ਕਿ ਭਾਜਪਾ ਦੇ ਸਥਾਨਕ ਲੀਡਰਾਂ ਨੂੰ ਭਾਈ ਮੌਕਾ ਦਿਓ, ਬਾਹਰਲੇ ਪਾਸਿਓਂ ਜਿਹੜੇ ਛਤਰੀ ਦੇ ਨਾਲ ਲਿਆ ਕੇ ਨਾ ਸੁੱਟੋ। ਕਹਿੰਦੇ ਜੀ ਅਸੀਂ ਐਤਕੀ ਚੋਣ ਆਪ ਸਥਾਨਕ ਲੀਡਰ ਨੇ ਲੜਾਂਗੇ। ਮੈਨੂੰ ਲੱਗਦਾ ਵੀ ਸ਼ਾਇਦ ਇਹ ਤਜਰਬਾ ਬੀਜੇਪੀ ਕਰ ਲਵੇ, ਕਿਉਂਕਿ ਉਹਨਾਂ ਕੋਲੇ ਸਮਾਂ ਹੈਗਾ, ਕਿਉਂਕਿ ਇੱਕ ਜ਼ਿਮਨੀ ਚੋਣ ਹੀ ਆ ਨਾ, ਇੱਕ ਜ਼ਿਮਨੀ ਚੋਣ ਦਾ ਮਤਲਬ ਇਹ ਹੋ ਗਿਆ ਵੀ 24 ਦੇ ਲਈ ਇੱਕ ਸੈਮੀਫਾਈਨਲ ਹੋ ਗਿਆ ਵੀ ਆਪਾਂ ਨੂੰ ਆਪਣੇ ਥੋੜਾ ਜਿਹਾ ਡੌਲਿਆਂ 'ਚ ਪਤਾ ਲੱਗ ਜੂ ਵੀ ਇਕੱਲੇ ਨੂੰ ਇਕੱਲਾ ਸਾਡੀ ਖੇਡ ਕਬੱਡੀ ਹੈ ਨਾ। ਹੁਣ ਗੱਲ ਇਹ ਆ ਵੀ ਜੇ ਤੇ ਇਹ ਕੰਮ ਕਰ ਲਿਆ ਜਾਵੇ ਤੇ ਉਹਦੇ ਨਾਲ ਇੱਕ ਤੇ ਇਹ ਪਤਾ ਲੱਗ ਜੂਗਾ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਰੁਝਾਨ ਕੀ ਸੀ ਲੋਕਾਂ ਦਾ, ਤੇ ਜਦੋਂ ਉਹ ਸੋਚਦੇ ਆ ਵੀ ਯਾਰ ਦੇਸ਼ ਦੀ ਸਰਕਾਰ ਦੇ ਵਿੱਚ ਲੋਕ ਸਭਾ ਦੇ ਲਈ ਬੰਦਾ ਸਾਨੂੰ ਚਾਹੀਦਾ, ਤੇ ਕਿਤੇ ਦਿੱਲੀ ਵਾਲਾ ਕੰਮ ਤੇ ਨਹੀਂ ਹੁੰਦਾ, ਕਿਉਂਕਿ ਦਿੱਲੀ 'ਚ ਹੁੰਦਾ ਨਾ ਵਿਧਾਨ ਸਭਾ ਆਮ ਆਦਮੀ ਪਾਰਟੀ ਦੀ, ਲੋਕ ਸਭਾ ਬੀਜੇਪੀ ਦੀ, ਵੀ ਜਿਹੜੀ ਸੀਟ ਇੰਨੇ ਸਾਲ MP ਰਹਿ ਕੇ ਭਗਵੰਤ ਮਾਨ ਸਾਹਿਬ ਦਾ ਕਰਕੇ ਖਾਲੀ ਹੋਈ, ਉਹ ਸੀਟ ਦੇ ਉੱਪਰ ਬੀਜੇਪੀ ਕਬਜ਼ਾ ਕਰ ਪਾਉਂਦੀ ਕਿ ਨਹੀਂ ਕਰ ਪਾਉਂਦੀ, ਇਹ ਤੇ ਗੱਲ ਹੋ ਗਈ। ਪਰ ਮੈਨੂੰ ਇੱਕ ਗੱਲ ਇਹ ਵੀ ਲੱਗਦੀ ਹੈ ਵੀ ਜਿੰਨੀਆਂ ਨਾ ਤੁਸੀਂ ਆਹ ਗੱਲ ਕਰਦੇ ਨੇ ਵੀ ਆਪਣੇ ਸਿਰ ਬਸਿਰ ਆਪਣੇ ਸਥਾਨਕ ਲੀਡਰ ਦੇ ਤੌਰ 'ਤੇ ਆਪਾਂ ਉੱਥੇ ਇਲੈਕਸ਼ਨ ਲੜਨੀ ਹੈ, ਉਹ ਜਿਹੜੇ ਵਿਚਾਰੇ ਬੰਦੇ ਗੱਠਜੋੜ ਸੀਗੇ ਉਹਨਾਂ ਨੂੰ ਦੇਖਣਾ ਵੀ ਯਾਰ ਸ਼ਿਕੰਜਵੀ ਬਣਾ ਲਿਆ, ਉਹ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੇ, ਦਿਲ ਜਾ ਘਟਦਾ ਯਾਰ, ਇੰਨੀ ਛੇਤੀ ਥੋੜਾ ਗੱਠਜੋੜ ਤੋੜ ਦਈਦਾ। ਨਹੀਂ, ਉਹਨਾਂ ਨੇ ਇੱਦਾਂ ਵੀ ਕਹਿੰਦੇ ਸ਼ਿਕੰਜਵੀ ਬਣਾ ਲਿਆ, ਉੱਥੇ ਜਦੋਂ ਨਿੰਬੂ ਥੋੜਾ ਪਾਇਓ, ਖੱਟੀ ਨਾ ਹੋਵੇ, ਪਤਾ ਦੇ ਕਿ ਨਿੰਬੂ ਮਹਿੰਗਾ ਬਹੁਤ ਆ। ਅੱਛਾ, ਨਹੀਂ ਚਲੋ ਇੱਕ ਗੱਲ ਤਾਂ ਇਹ ਹੋ ਗਈ ਵੀ ਇਹ ਜ਼ਿਮਨੀ ਚੋਣ ਹੋਣੀ ਆ, ਉਹ ਬੀਜੇਪੀ ਦੀ ਝੋਲੀ ਪੈਂਦੀ ਆ ਜਾਂ ਆਮ ਆਦਮੀ ਪਾਰਟੀ ਆਪਣੀ ਸੀਟ ਬਚਾ ਲੈਂਦੀ ਆ, ਜਾਂ ਉੱਥੇ ਕੁਛ ਪਤਾ ਨਹੀਂ ਅਕਾਲੀ ਦਲ ਜਾਂ ਕਾਂਗਰਸ ਆਪਣਾ ਮਾਰਕਾ ਮਾਰ ਲੈਂਦਾ, ਤਾਂ ਟਾਈਮ ਦੱਸੂ। ਪਰ ਇਹ ਸੁਣਨ 'ਚ ਆਇਆ ਵੀ ਹੁਣ ਕਹਿੰਦੇ ਆ ਮਈ ਮਹੀਨੇ ਦੇ ਅਖੀਰ ਤੱਕ ਜਾਂਦਿਆਂ ਜਿਹੜੀਆਂ 2 ਰਾਜ ਸਭਾ ਸੀਟਾਂ ਹੋਰ ਸੀ ਜੀ, ਉਹਨਾਂ ਦਾ ਫੈਸਲਾ ਵੀ ਲਗਭਗ ਟਿਕਾਣੇ ਆ ਗਿਆ, ਤੇ ਬੀਬੀ ਅੰਬਿਕਾ ਸੋਨੀ ਦੇ ਭੁੰਦੜ ਸਾਹਿਬ ਦਾ ਕਰਕੇ 2 ਸੀਟਾਂ ਹੋਰ ਖਾਲੀ ਹੋਣੀਆਂ, ਕਿਉਂਕਿ ਜੁਲਾਈ 'ਚ ਉਹਨਾਂ ਦਾ ਕਾਰਜਕਾਲ ਮੁੱਕ ਜਾਣਾ। ਉਹਦੇ 'ਤੇ ਵੀ ਕਹਿੰਦਾ ਸ਼ਾਇਦ ਆਮ ਆਦਮੀ ਪਾਰਟੀ ਵਾਲਿਆਂ ਦਾ ਦਾਅ ਲੱਗ ਜੇ। ਪਰ ਹੁਣ ਇੱਕ ਚਰਚਾ ਹੈਗੀ ਵੀ ਜੋ ਪਿਛਲੀ ਵਾਰ ਹੋਇਆ ਸੀ
ਇਹ ਨਾ ਹੋਵੇ ਵੀ ਐਤਕੀ ਫਿਰ ਉਹ ਕਰਕੇ ਬਹਿ ਜਾਣ। ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ 3 ਮੇਰਾ ਖਿਆਲ ਰਾਜ ਸਭਾ ਦੇ ਮੈਂਬਰ 2 ਜਾਂ 3 ਦਿੱਲੀੋਂ ਵੀ ਆਮ ਆਦਮੀ ਪਾਰਟੀ ਦੇ ਹੈਗੇ ਆ, 5 ਇੱਧਰੋਂ ਹੋ ਗਏ, 7-8 ਹੋ ਗਏ। ਹੁਣ ਜਦੋਂ 7-8 ਪਹਿਲਾਂ ਹੀ ਆ ਤੇ ਇਹ ਗੱਲ ਪੱਕੀ ਹੈ ਕਿ ਇਹ 2 ਦੇ 2 ਇਹਨਾਂ ਦੇ ਹੀ ਜਿੱਤਣੇ ਆ, ਕਿਉਂਕਿ 92 MLA ਨੇ। ਜੇ ਉਧਰ ਅਕਾਲੀ, ਭਾਜਪਾ, ਕਾਂਗਰਸ ਤੇ ਆਜ਼ਾਦ ਸਾਰੇ MLA ਇਕੱਠੇ ਵੀ ਹੋ ਜਾਣ ਤਾਂ ਵੀ ਸੀਟ ਨਹੀਂ ਨਿਕਲਦੀ। ਇਸ ਕਰਕੇ ਆ ਮਈ ਮਹੀਨੇ ਦੇ ਵਿੱਚ ਨਾਮਜ਼ਦਗੀ ਪਰਚੇ ਦਾਖਲ ਕਰਨੇ ਆ, ਜਾਣੀ ਕਿ 28 ਮਈ ਤੱਕ ਪਤਾ ਲੱਗ ਜੂਗਾ ਕਿ ਆਮ ਆਦਮੀ ਪਾਰਟੀ ਕਿਹੜੇ 2 ਆਪਣੇ ਲੀਡਰਾਂ ਨੂੰ ਪੰਜਾਬ ਦੇ ਕੋਟੇ ਦੇ ਵਿੱਚੋਂ ਰਾਜ ਸਭਾ ਦੇ ਵਿੱਚ ਭੇਜਣਾ ਚਾਹੁੰਦੀ ਹੈ। ਜੇ ਤਾਂ ਕਿਸੇ ਹੋਰ ਪਾਰਟੀ ਨੇ ਉਮੀਦਵਾਰ ਨਾ ਖੜਾ ਕੀਤਾ, ਚਾਂਸ ਕੋਈ ਨਹੀਂ ਕਿ ਉਹ ਕਰਨ, ਫਿਰ 1 ਜੂਨ ਨੂੰ ਕਲੀਅਰ ਹੋ ਜਾਣਾ। ਨਹੀਂ ਤਾਂ ਵੋਟਾਂ MLA ਸਾਹਿਬਾਨ ਨੇ ਪਾਉਣੀਆਂ 10 ਜੂਨ ਨੂੰ ਪਾ ਦੇਣਗੇ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਰਾਘਵ ਚੱਡਾ ਸਾਹਿਬ ਜਾਂ ਬਾਕੀ ਕਈ ਸੱਜਣਾਂ ਨੂੰ MP ਬਣਾਇਆ ਸੀ ਰਾਜ ਸਭਾ ਦੇ, ਤਾਂ ਉਦੋਂ ਚਰਚਾ ਬੜੀ ਚੱਲੀ ਸੀ, ਐਨ ਸਿਖਰ ਦੇ ਉੱਤੇ ਕੰਮ ਪਹੁੰਚ ਗਿਆ ਸੀ ਕਿ ਭਾਈ ਆ ਹੋਈ ਕੀ ਜਾਂਦਾ, ਇਦਾਂ ਕਿਉਂ ਕੀਤਾ। ਹਾਲਾਂਕਿ ਮੁੜ ਕੇ ਚਰਚਾ ਬੰਦ ਹੋ ਗਈ। ਕੱਲ੍ਹ ਨੂੰ ਲੋਕ ਸਭਾ ਰਾਜ ਸਭਾ ਦਾ ਕੋਈ ਸੈਸ਼ਨ ਹੁੰਦਾ ਹੈ, ਉੱਥੇ ਜਾ ਕੇ ਉਹ ਪੰਜਾਬ ਦੇ ਹੱਕ 'ਚ ਕਿੰਨਾ ਕੁ ਬੋਲਦੇ ਆ, ਉਹ ਬਾਅਦ ਦੀਆਂ ਗੱਲਾਂ। ਪਰ ਐਤਕੀ ਬਹੁਤ ਚੰਗਾ ਹੋਵੇ, ਕਿਉਂਕਿ ਸਭ ਤੋਂ ਵੱਧ ਜ਼ੋਰ ਜੇ ਕਿਸੇ ਗੱਲ ਦੇ ਉੱਤੇ ਦਿੱਤਾ ਖੇਤੀਬਾੜੀ ਲਈ ਦਿੱਤਾ ਜਾ ਰਿਹਾ ਭਗਵੰਤ ਮਾਨ ਸਾਹਿਬ ਵੱਲੋਂ ਕਿ ਖੇਤੀਬਾੜੀ ਲਿਆ ਕਰਨਾ, ਆਪਾਂ ਮੂੰਗੀ ਨੂੰ MSP ਦੇਣੀ ਹੈ, ਆਪਾਂ ਝੋਨਾ ਜਿਹੜਾ ਸਿੱਧਾ ਬੀਜੂਗਾ 1500 ਉਹਨੂੰ ਦੇਣਾ ਹੈ, ਆਪਾਂ ਜ਼ੋਨਾਂ ਦੇ ਵਿੱਚ ਵੰਡ ਕੇ ਝੋਨਾ ਲਾਉਣਾ ਹੈ। ਜਾਣੀ ਹਰ ਇੱਕ ਗੱਲ ਦਾ ਧਿਆਨ ਖੇਤੀਬਾੜੀ ਤੇ। ਜੇ ਕੋਈ ਇਮਾਨਦਾਰੀ ਦੇ ਨਾਲ ਐਗਰੀਕਲਚਰ ਦਾ ਐਕਸਪਰਟ ਆਮ ਆਦਮੀ ਪਾਰਟੀ ਰਾਜ ਸਭਾ ਦੇ ਵਿੱਚ ਭੇਜਦਾ ਹੈ, ਇਸ ਕਰਕੇ ਨਹੀਂ ਕਿ ਉਹਨਾਂ ਨੇ ਕੋਈ ਪਾਲਿਸੀ ਬਣਾ ਕੇ ਲੈ ਆਉਣੀ ਹੈ, ਪੰਜਾਬ ਦੀ ਆਵਾਜ਼ ਹੀ ਬੁਲੰਦ ਕਰ ਸਕਦੇ ਆ, ਪੰਜਾਬ ਨੂੰ ਕੀ ਚਾਹੀਦਾ ਉੱਥੇ। ਕਿਉਂਕਿ ਸਿਆਸੀ ਲੀਡਰ ਸਿਆਸੀ ਹੋਣਾ, ਕੋਈ ਉਹ ਨਾ ਫਿਰ ਭੇਜ ਦਿਓ ਭਾਈ ਜਿਹਨੇ ਕਦੀ ਵੱਟ ਦੇ ਉੱਤੇ ਚੜ੍ਹ ਕੇ ਨਹੀਂ ਦੇਖਿਆ, ਜਿਹਨੇ ਕਦੇ ਚਿੱਟੇ ਕੁੜਤੇ ਪਜਾਮੇ ਤੋਂ ਇਲਾਵਾ ਫਿਰ ਜਦੋਂ ਪਜਾਮਾ ਆਪਾਂ ਟੰਗ ਕੇ ਤਾਂ ਨੂੰ ਤੇ ਮੋਢੇ ਦੇ ਉੱਤੇ ਰੱਖ ਕੇ ਕਈ ਤਾਂ ਫਿਰ ਆੜ ਦੇ ਵਿੱਚ ਦੀ ਤੁਰ ਕੇ ਜਾਈਦਾ, ਤੇ ਇਹ ਵੀ ਨਾਲ ਕਦੇ ਪੈਰ ਇਦਾਂ ਮਾਰਨਾ ਹੁੰਦਾ ਕਿ ਭਾਈ ਆੜ ਪੱਕੀ ਆ, ਠੀਕ ਹੀ ਆ ਸਾਰਾ ਕੁਝ, ਜਿਹਨੂੰ ਪਤਾ ਨਹੀਂ ਕਿ ਕੰਡ ਲੜਦੀ ਕਿੱਦਾਂ ਹੁੰਦੀ, ਉੱਦਾਂ ਦਾ ਬੰਦਾ ਨਾ ਹੋਵੇ। ਦੂਸਰੀ ਗੱਲ ਹੈ ਕਿ ਜੇ ਕਿਉਂਕਿ ਬੜੀ ਵਾਰੀ ਚਰਚਾ ਚੱਲਦੀ ਹੁੰਦੀ ਹੈ ਕਿ ਆਪਾਂ ਐਜੂਕੇਸ਼ਨ ਦਾ ਲੈਵਲ ਵਧੀਆ ਕਰਨਾ, ਕੋਈ ਬੰਦਾ ਹੈਲਥ ਜਾਂ ਐਜੂਕੇਸ਼ਨ ਸੈਕਟਰ ਦੇ ਵਿੱਚੋਂ ਜੋ ਉੱਪਰਲੇ ਪਾਸੇ ਭੇਜ ਦੇਣ, ਮੈਨੂੰ ਲੱਗਦਾ ਕਿ ਉਹ ਵੀ ਚੰਗਾ ਹੋਊਗਾ, ਪਿਛਲੇ ਧੋਣੇ ਵੀ ਧੋਤੇ ਜਾਣਗੇ। ਨਹੀਂ, ਇਹ ਮੌਕਾ ਮਤਲਬ ਇੱਕ 2 ਤਰ੍ਹਾਂ ਨਾਲ ਮੌਕਾ ਆਮ ਆਦਮੀ ਪਾਰਟੀ ਕੋਲ। ਇੱਕ ਤੇ ਇਹ ਮੌਕਾ ਵੀ ਜਿਹੜਾ ਪਿਛਲਾ ਉਲਾਂਭਾ ਸੀਗਾ ਉਹ ਲੱਥ ਜੂਗਾ, ਵੀ ਲੋਕਾਂ ਨੂੰ ਇਹ ਲੱਗੂਗਾ ਵੀ ਹਾਂ ਯਾਰ ਸਹੀ ਨੁਮਾਇੰਦੇ ਜਿਹੜੇ ਸੀਗੇ ਇਹਨਾਂ ਨੇ ਪੇਸ਼ ਕੀਤੇ ਉੱਥੇ, ਤੇ ਰਿਪਰੈਜ਼ੈਂਟੇਸ਼ਨ ਜਿਹੜੀ ਚਾਹੀਦੀ ਸੀ ਪੰਜਾਬ ਵਾਲੇ ਪਾਸਿਓਂ ਉਹ ਹੋਈ। ਤੇ ਦੂਸਰਾ ਮੇਰੇ ਖਿਆਲ ਨਾਲ ਇਹ ਵੀ ਮੌਕਾ ਵੀ ਜਿੱਦਾਂ ਤੁਸੀਂ ਪਹਿਲਾਂ ਗਣਾ ਕੇ ਹਟੇ ਹੋ ਵੀ ਯਾਰ ਅਗਲਿਆਂ ਨੇ ਇੱਕ ਲੋਕ ਸਭਾ ਦੇ ਵਿੱਚੋਂ ਸੀਟ ਆਪਣੀ ਛੱਡੀ ਏ, ਉਹ ਵੀ ਪਤਾ ਨਹੀਂ ਜ਼ਿਮਨੀ ਚੋਣ 'ਚ ਦੁਬਾਰਾ ਵਾਪਸ ਮਿਲ ਜਾਵੇ, ਤੇ ਦੂਸਰੇ ਪਾਸੇ ਪੰਜਾਬੀਆਂ ਨੇ ਉਹਨਾਂ ਦੀ ਝੋਲੀ 'ਚ 7 ਰਾਜ ਸਭਾ ਦੀਆਂ ਪਾਤੀਆਂ ਇੱਕ ਤਰ੍ਹਾਂ ਨਾਲ। ਸੋ ਇਹ ਜਿਹੜਾ ਦੇਣਾ ਹੈ 92 ਇੱਕ ਪਾਸੇ MLA, 7 ਰਾਜ ਸਭਾ ਦੇ, ਤੇ ਇੱਕ ਹੋ ਸਕਦਾ ਵੀ ਲੋਕ ਸਭਾ ਦੀ ਦੁਬਾਰਾ ਵਾਪਸ ਮਿਲ ਜਾਵੇ। ਇਸ ਗੱਲ ਨੂੰ ਹਮੇਸ਼ਾ ਦਿਮਾਗ 'ਚ ਰੱਖਣ ਵੀ ਯਾਰ ਉਹਨਾਂ ਨੇ ਕਿੰਨਾ ਜ਼ਿਆਦਾ ਵਿਸ਼ਵਾਸ ਕੀਤਾ, ਤੇ ਜੇ 5 ਸਾਲਾਂ ਦੇ ਵਿੱਚ ਇਹ ਵਿਸ਼ਵਾਸ ਟੁੱਟ ਗਿਆ ਫਿਰ ਇਹ ਤੋਂ ਵੱਧ ਧੋਖਾ ਨਹੀਂ ਹੋ ਸਕਦਾ ਕੁਝ ਵੀ। ਨਹੀਂ, ਮੁਸ਼ਕਿਲ ਹੋ ਜਾਣੀ ਹੈ ਜੀ, ਫਿਰ ਵਾਹਵਾ ਮੁਸ਼ਕਿਲ ਹੋ ਜੂਗੀ। ਬਾਕੀ ਸੰਧਾਲੀਆ ਸਾਹਿਬ ਫੈਸਲੇ ਤਾਂ ਕੀਤੇ ਆ, ਲਾਗੂ ਕਰਨ ਦੀ ਗੱਲ ਹੈ ਨਾ, ਕਿਉਂਕਿ ਪਿਛਲੀ ਵਾਰੀ ਬਜਟ ਦੇ ਵਿੱਚ ਮੈਨੂੰ ਲੱਗਦਾ 100 ਕਰੋੜ ਰੁਪਈਆ ਰੱਖਿਆ ਗਿਆ ਸੀ ਕਿ ਸਮਾਰਟਫੋਨ ਦੇਣੇ ਆ, ਉਹ ਫਿਰ ਦੀਵਾਲੀ ਕਰਦੇ ਆ 2-3 ਸਾਲ ਜਿਹੜੇ ਉਹ ਨਿਕਲ ਗਏ। ਐਤਕੀ ਵੀ ਐਲਾਨ ਬਹੁਤ ਸਾਰੇ ਹੋ ਰਹੇ ਆ, ਇੰਪਲੀਮੈਂਟ ਹੋ ਜਾਣ ਵਧੀਆ। ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ, ਉਹ ਕਹਿੰਦੇ ਜੀ 10 ਦਿਨ 1008 ਏਕੜ ਜ਼ਮੀਨ ਜਿਹੜੀ ਉਹ ਵਿਹਲੀ ਕਰਾਈ ਹੈ, 1008 ਏਕੜ। ਉਹਨਾਂ ਨੇ ਅੰਕੜਾ ਬੜਾ ਕਮਾਲ ਦਾ ਦਿੱਤਾ, ਉਹ ਕਹਿੰਦੇ ਜੀ ਦੇਖੋ 300 ਕਰੋੜ ਰੁਪਈਆ ਇਸ ਜ਼ਮੀਨ ਦੀ ਕੀਮਤ ਬਣਦੀ ਹੈ, ਯਾਨੀ ਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਅਸੀਂ 10 ਦਿਨਾਂ ਦੇ ਵਿੱਚ 300 ਕਰੋੜ ਰੁਪਈਆ ਮੰਨ ਕੇ ਚੱਲੋ ਕਿ ਪੰਜਾਬ ਸਰਕਾਰ ਨੂੰ ਲਿਆਤਾ, ਕਿਉਂਕਿ ਪਹਿਲਾਂ ਜ਼ਮੀਨਾਂ ਕਿਸ ਨੇ ਦੱਬੀਆਂ ਸੀ, ਹੁਣ ਕਹਿੰਦੇ ਜੀ ਛੜਾ ਲਈਆਂ। ਤੇ ਸਭ ਤੋਂ ਕਮਾਲ ਦੀ ਗੱਲ, ਅਜੇ 2 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਭਾਈ 31 ਮਈ ਤੱਕ ਜਿਹਨੇ ਛੜਨੀਆਂ ਛੱਡ ਦਿਓ, ਮੁੜ ਕੇ ਪਰਚਾ ਤੇ ਖਰਚਾ ਦੋਨੇ ਚੀਜ਼ਾਂ ਪੈਣਗੀਆਂ। ਤੇ ਹੁਣ ਇੱਕ ਪਿੰਡ ਦੇ ਲੋਕਾਂ ਨੇ 400 ਏਕੜ ਛੱਡੀ ਹੈ, 425 ਏਕੜ, ਸਾਰਾ ਪਿੰਡ ਇਕੱਠਾ ਹੋਇਆ। ਤੇਰੇ ਕੋ ਕਿੰਨੀ, ਮੇਰੇ ਕੋ 20 ਖੇਤ, ਤੁਹਾਡੇ ਕੋ ਕਿੰਨੀ, 4 ਕਨਾਲ, 1.5 ਖੇਤ, ਪੌਣੇ 2, ਯਾਨੀ ਸਾਰੇ ਪਿੰਡ ਨੇ ਸਲਾਹ ਕੀਤੀ ਕਿ ਭਾਈ ਛੱਡਣੀ ਪੈਣੀ ਆ, ਮੁੜ ਕੇ ਕੱਲ ਨੂੰ ਰੌਲਾ ਰੱਪਾ ਪੈਂਦਾ ਫਿਰੂਗਾ, ਕੋਈ ਚੰਗਾ ਲੱਗਦੇ ਆ। 400 ਏਕੜ ਤੋਂ ਵੱਧ ਜ਼ਮੀਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਗਏ, ਸਾਰੇ ਪਿੰਡ ਨੇ ਕਿਹਾ ਜੀ ਛੱਡੀ ਤੁਸੀਂ ਸਰਕਾਰ ਵਾਲੇ ਉਭਾ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਮੰਤਰੀ ਸਾਹਿਬ ਨੇ ਧੰਨਵਾਦ ਕੀਤਾ, ਸਨਮਾਨਿਤ ਕੀਤੇ ਕਿ ਭਾਈ ਚੰਗਾ ਹੋਇਆ, ਨਹੀਂ ਤਾਂ ਕਿੰਨੀ ਫੋਰਸ ਲੈ ਕੇ ਜਾਣਾ ਸੀ, ਕੀ ਕੁਛ ਹੋਣਾ ਸੀ। ਤੇ ਜਦੋਂ ਬਾਰ-ਬਾਰ ਫਿਰ ਮੰਤਰੀ ਸਾਹਿਬ ਨੂੰ ਕਿਹਾ ਗਿਆ ਕਿ ਮੰਤਰੀ ਸਾਹਿਬ ਦੇਖੋ ਥੋੜੀ ਜਿਹੀ ਗੱਲ ਹੈ ਕਿ ਕਈ ਬੰਦੇ ਇਸੇ ਤੋਂ ਹੀ ਕਾਸ਼ਤ ਕਰਦੇ ਸੀ, 40-40 50-50 ਸਾਲ ਹੋ ਗਏ, ਰੋਟੀ ਦਾ ਕੋਈ ਸਾਧਨ ਨਹੀਂ। ਉਹ ਕਹਿੰਦੇ ਜੀ ਦੇਖੋ ਜ਼ਮੀਨ ਤਾਂ ਹੋਗੀ ਸਰਕਾਰ ਦੀ, ਹਾਂ ਅਸੀਂ ਉਹਨਾਂ ਨੂੰ ਥੋੜ੍ਹੇ ਜਿਹੇ ਸਸਤੇ ਭਾਅ ਠੇਕੇ ਤੇ ਦੇ ਸਕਦੇ ਤਾਂ ਜੋ ਰੋਟੀ ਪਾਣੀ ਉਹਨਾਂ ਦਾ ਚੱਲਦਾ ਰਹੇ, ਪਰ ਉਹ ਪੈਸੇ ਸਰਕਾਰ ਦੇ ਖਾਤੇ 'ਚ ਆਉਣਗੇ। ਸੰਧਾਲੀਆ ਸਾਹਿਬ 10 ਦਿਨ
1000 ਏਕੜ ਜ਼ਮੀਨ ਰੋਜ਼ ਦੀ 100 ਏਕੜ ਛਡਾਉਂਦੇ ਆ, ਤੇ ਉਹ ਕਹਿੰਦੇ ਜੀ ਅਗਲੇ ਹਫਤੇ ਤੁਸੀਂ 200 ਏਕੜ ਰੋਜ਼ ਦੀ ਛਡਾਇਆ ਕਰਨੀ ਆ, ਸਾਨੂੰ ਟੈਲੀਫੋਨ ਬਹੁਤ ਆ ਰਿਹਾ ਕਿ ਭਾਈ ਅਸੀਂ ਵੀ ਛੱਡਣੀ ਆ, ਅਸੀਂ ਵੀ ਛੱਡਣੀ ਆ। ਇਹ ਉਹ ਤੇ ਗੱਲ ਚੱਲ ਪਈ, ਕਹਿੰਦੇ ਵੀ ਅੱਜ ਦਾ ਦੇਣਾ ਸ਼ਾਇਦ ਜਾਂ ਕੱਲ ਦਾ ਦੇਣਾ। ਜਿੱਦਾਂ ਅੱਗੇ ਨੇ ਜ਼ਿਕਰ ਕੀਤਾ ਸੀ ਵੀ ਨੰਬਰ ਦੇ ਦਿੰਦੇ ਨੇ ਉਹ ਜੀ, ਹੁਣ ਕਹਿੰਦੇ ਵੀ ਇੱਕ ਹੋਰ ਨੰਬਰ ਅਸੀਂ ਜਾਰੀ ਕਰ ਦੇਣਾ ਤੇ ਉਸ ਨੰਬਰ ਦੇ ਉੱਪਰ ਲੋਕ ਆਪਣੇ ਆਪ ਹੀ ਜਾਣਕਾਰੀ ਦੇ ਦਿੰਦੇ ਵੀ ਮੈਂ ਫਲਾਣੇ ਪਿੰਡ ਦਾ ਵਸਨੀਕ ਹਾਂ, ਜੇ ਤੇ ਉਹਦੇ ਆਪਣੇ ਕੋਲ ਵਗਦੀ ਹੈ ਤਾਂ ਦੱਸਦੇ ਵੀ ਮਹਾਰਾਜ ਵੀ ਮੈਂ ਆ ਛੱਡੀ, ਮੇਰੇ ਨਾਲ ਤੁਸੀਂ ਸੰਪਰਕ ਕਰ ਲਓ ਤੇ ਨਿਬੇੜੀਏ ਕੰਮ। ਜਾਂ ਜੇ ਜਾਪਦਾ ਵੀ ਅਗਲਾ ਬੰਦਾ ਨਹੀਂ ਦੱਸਦਾ ਤੇ ਫਿਰ ਪਿੰਡ ਚੋਂ ਪਤਾ ਹੀ ਹੁੰਦਾ, ਉਹ ਕਹਿੰਦੇ ਵੀ ਨਾਂ ਲਿਖ ਕੇ ਤੇ ਤੁਸੀਂ ਸਾਨੂੰ ਭੇਜ ਦੇਣਾ, ਉਦੋਂ ਬਾਅਦ ਅਸੀਂ ਆਪੇ ਜਾਣੀਏ ਤੇ ਸਾਡਾ ਕੰਮ ਜਾਣੇ। ਇੱਕ ਚੀਜ਼ ਜਿਹੜੀ ਮੈਨੂੰ ਵਧੀਆ ਲੱਗੀ ਉਹ ਇਹ ਵੀ ਮੰਤਰੀ ਨੇ ਅਗਲੇ 2-2 3-3 ਮਹਿਕਮੇ ਨੇ ਜੀ, ਤੇ ਬੰਦਾ ਪ੍ਰੈਸ ਦੇ ਸਾਹਮਣੇ ਹੱਥ ਜੋੜ ਕੇ ਆਖੀ ਜਾਂਦਾ ਯਾਰ ਮੈਂ ਬੇਨਤੀ ਕਰਦਾ ਵੀ ਯਾਰ ਆਪਾਂ ਪੰਜਾਬ ਨੂੰ ਬਚਾਈਏ, ਦੇਖੋ ਵੀ ਜੇ ਪੰਜਾਬ ਨਾ ਬਚਿਆ ਤੇ ਫਿਰ ਆਪਾਂ ਜਾਵਾਂਗੇ ਕਿੱਥੇ, ਵੀ ਤੁਸੀਂ ਛੱਡ ਦਿਓ ਯਾਰ, ਜੋ ਹੋ ਗਿਆ ਸੋ ਹੋ ਗਿਆ, ਅਸੀਂ ਕਿਸੇ ਤੇ ਪਰਚਾ ਨਹੀਂ ਕਰਾਉਂਦੇ, ਅਸੀਂ ਕੋਈ ਖਰਚਾ ਨਹੀਂ ਮੰਗਦੇ, ਪਰ ਹਾਂ ਇੰਨਾ ਵੀ ਜੋ ਪਿੱਛੇ ਲੰਘ ਗਿਆ ਹੁਣ ਗਾਂ ਆਪਾਂ ਚੱਲੀਏ ਜੀ। ਹੁਣ ਜੀ ਇਸ ਬੇਨਤੀ ਤੋਂ ਬਾਅਦ ਵੀ ਅਗਲੇ ਬੰਦੇ 31 ਤੱਕ ਅਗਲਾ ਬੰਦਾ ਵਧੋ ਵਧੀਆ ਆਖੇ ਲੈ ਇਹ ਕਿਤੇ ਇੱਦਾਂ ਹੋ ਜਾਂਦੀ ਹੈ, ਫਿਰ ਮੇਰੇ ਖਿਆਲ ਨਾਲ 1 ਜੂਨ ਨੂੰ ਜੇ ਅਗਲੇ ਕਰਨ ਤੇ ਫਿਰ ਉਹਨਾਂ ਦਾ ਜਾਇਜ਼ ਹੋਊਗਾ ਮੇਰੇ ਖਿਆਲ ਨਾਲ। ਨਹੀਂ ਦੇਖੋ 1 ਜੂਨ ਤੋਂ ਬਾਅਦ ਸਖਤੀ ਕਰਨੀ ਵੀ ਚਾਹੀਦੀ ਹੈ ਸੰਧਾਲੀਆ ਸਾਹਿਬ, ਸਖਤੀ ਤੋਂ ਬਿਨਾਂ ਸੂਤ ਨਹੀਂ ਆਉਣਾ। ਵੱਡਿਆਂ ਦੇ ਉੱਤੇ ਪਹਿਲਾਂ ਸਖਤੀ ਕਰਨ, ਫਿਰ ਛੋਟਿਆਂ ਨੂੰ ਇਤਰਾਜ਼ ਨਹੀਂ ਕੋਈ ਹੁੰਦਾ। ਜੇ ਪਹਿਲਾਂ ਛੋਟਿਆਂ ਤੇ ਸਖਤੀ ਕੀਤੀ ਤੇ ਫਿਰ ਇਤਰਾਜ਼ ਹੁੰਦਾ ਭਾਈ ਸਾਨੂੰ ਹੀ ਮਾਰਨਾ ਹੀ, ਅਸੀਂ ਤਾਂ ਪਹਿਲਾਂ ਹੀ ਜੀਣ ਜੋਗੇ ਨਹੀਂ। ਇਸ ਕਰਕੇ ਵੱਡਿਆਂ ਨੂੰ ਥੋੜ੍ਹਾ ਜਿਹਾ ਕਰ ਦੇਣ। ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਜੀ ਕਈ ਜ਼ਮੀਨਾਂ ਜਿਹੜੀਆਂ ਵਾਹੁਣ ਵਾਲੀਆਂ ਉਹ ਤਾਂ ਅਸੀਂ ਵਾਵਾਂਗੇ ਜਾਂ ਠੇਕੇ ਦੇ ਦੇਵਾਂਗੇ, ਪੈਸੇ ਸਰਕਾਰ ਨੂੰ ਆਉਣਗੇ, ਪਰ ਕਈ ਜ਼ਮੀਨਾਂ ਜਿਹੜੀਆਂ ਕਹਿੰਦੇ ਵੱਡੀਆਂ ਬਿਲਡਿੰਗਾਂ ਖੜੀਆਂ ਹੋ ਗਈਆਂ, ਬਹੁਤ ਕੁਝ ਹੋ ਗਿਆ, ਹੋ ਸਕਦਾ ਉਹਨਾਂ ਦੇ ਵਿੱਚੋਂ ਕੁਝ ਵਿਕਰੀ ਕਰਨੀ ਪਵੇ ਕਿਉਂਕਿ ਉਹ ਉਸ ਸਟੇਜ ਦੇ ਉੱਤੇ ਨਹੀਂ ਹੋਣੀਆਂ, ਹੋ ਸਕਦਾ ਕਿ ਉਹਨਾਂ ਨੂੰ ਹੀ ਕਰਨੀ ਪਵੇ। ਉਹ ਵੀ ਕਹਿੰਦੇ ਅਸੀਂ ਸੋਚ ਵਿਚਾਰ ਰਹੇ ਹਾਂ, ਪਾਲਿਸੀ ਲਿਆਵਾਂਗੇ, ਬਕਾਇਦਾ ਲੋਕਾਂ ਤੋਂ ਪਹਿਲਾਂ ਸਲਾਹ ਲਵਾਂਗੇ, ਲੋਕਾਂ ਦੀ ਪ੍ਰਵਾਨਗੀ ਲਵਾਂਗੇ, ਫਿਰ ਇੰਪਲੀਮੈਂਟ ਕਰਾਂਗੇ। ਪਰ ਉਹ ਕਹਿੰਦੇ ਜੀ ਇੱਕ ਗੱਲ ਪੱਕੀ ਹੈ ਕਿ ਪੰਜਾਬ ਹੁਣ ਆਪਾਂ ਬਚਾ ਲੈਣਾ। ਕਹਿੰਦੇ ਜੀ ਤੁਹਾਡੇ ਸਾਹਮਣੇ ਹੀ ਆ ਕਿ ਰਫ਼ਤਾਰ ਅਸੀਂ ਕਿੰਨੀ ਤੇਜ਼ ਜਿਹੜੀ ਹੈ ਉਹ ਕਰ ਦਿੱਤੀ ਹੈ। ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਨਾਲ ਲੱਗਦੀ ਗੱਲ ਆਪਾਂ ਨਸ਼ੇ ਦੇ ਮੁੱਦੇ ਤੇ ਜ਼ਰੂਰ ਕਰ ਲਈਏ ਜੇ ਤੁਹਾਡੀ ਆਗਿਆ ਹੋਵੇ ਤਾਂ। ਨਹੀਂ ਮੇਰੀ ਆਗਿਆ ਤੇ ਮੈਂ ਵੀ ਰੋਕਿਆ ਵੀ ਨਸ਼ਾ ਨਾ ਬੰਦ ਕਰੋ, ਮੈਂ ਤੇ ਕਹਿਣਾ ਵੀ ਕਰ ਦਿਓ ਵੀਰ, ਜੇ ਕਿਤੇ ਕੋਈ ਟੂਟੀ ਲੱਭਦੀ ਕਿਸੇ ਨੂੰ ਤੇ ਉਹਨੂੰ ਪੱਕਾ ਦੇਖੋ ਨਾ ਬਰੋਜਾ ਜਿਹਾ ਲਾ ਕੇ ਉੱਤੇ ਕੁਝ ਬੰਦ ਕਰ ਦੇ ਪੱਕਾ। ਮੈਂ ਆਗਿਆ ਪਤਾ ਕਿਉਂ ਮੰਗੀ ਆ, ਦੇਖੋ ਜਦੋਂ ਤਾਂ MLA ਸਾਹਿਬ ਪਿੰਡ 'ਚ ਆਉਂਦੇ ਆ ਉਦੋਂ ਉਹੀ ਸਾਰਾ ਕੁਝ ਹੁੰਦੇ, ਉਹਨਾਂ ਤੋਂ ਪੁੱਛ ਕੇ ਜੀ ਕਰੀਏ ਸ਼ੁਰੂ, ਕਰੀਏ ਜੀ ਸਮਾਪਤੀ। ਉਹਨਾਂ ਨੇ ਭਾਸ਼ਣ ਦੇਣਾ ਤਾਂ ਇੱਕ ਇੱਧਰਲੇ ਪਾਸੇ 2-3 ਜਣੇ ਇੱਧਰਲੇ ਪਾਸੇ ਖੜੇ ਆ, ਉਹੀ ਮੁੱਖ ਮਹਿਮਾਨ, ਉਹੀ ਇਨਾਮ ਵੰਡਦੇ ਆ। ਜਦੋਂ ਵਜ਼ੀਰ ਆ ਜਾਵੇ, ਮੰਤਰੀ ਆ ਜਾਵੇ ਤਾਂ ਫਿਰ ਉਹ MLA ਸਾਹਿਬ ਵੀ ਉਹਨਾਂ ਨੂੰ ਪੁੱਛ ਕੇ ਤੁਰਦੇ ਆ ਕਿ ਨਹੀਂ MLA ਸਾਹਿਬ ਤੁਸੀਂ MLA ਸਾਹਿਬ ਕਰੀਏ ਸਟਾਰਟ, ਫਰਕ ਪੈਂਦਾ ਨਾ। ਇੱਦਾਂ ਹੀ ਜਦੋਂ ਮੁੱਖ ਮੰਤਰੀ ਸਾਹਿਬ ਆਏ ਨੂੰ ਫਿਰ ਵਜ਼ੀਰ ਸਾਹਿਬ ਬੈਠੋ, ਮੁੱਖ ਮੰਤਰੀ ਸਾਹਿਬ ਬੈਠੋ, ਪਲੀਜ਼ ਤੁਸੀਂ ਆ ਲਓ ਨਾ ਬਰਫੀ ਪਾਣੀ ਥੋੜਾ ਪੀਓ ਨਾ, ਅੱਗੇ ਰੀਬਨ ਕੱਟੋ ਫੀਤਾ। ਇੱਦਾਂ ਹੀ ਭਾਈ ਜਦੋਂ ਤੱਕ ਵੱਡੇ ਲੀਡਰ ਨੇ ਸਾਡੇ ਤੁਸੀਂ ਹੋ ਲੀਡਰ। ਮੈਂ ਕਿਹਾ ਬੰਦਾ ਪਤਾ ਨਹੀਂ ਕਿੱਧਰ ਨੂੰ ਲੈ ਕੇ ਅੱਛਾ ਮੈਂ ਜੇ ਲੀਡਰ ਹੈਗਾ। ਨਹੀਂ ਮੇਰੇ ਪਕਾ ਕੇ ਤੁਸੀਂ ਭਾ ਲੀਡਰ ਆ ਹਮੇਸ਼ਾ। ਚਲੋ ਠੀਕ ਮੰਨ ਲਿਆ। ਇੱਕ ਗੱਲ ਤੇ ਪੱਕੀ ਆ ਵੀ ਇਹ ਵਾਹਵਾ ਦਿਨਾਂ ਦਾ ਰੌਲਾ ਪੈਂਦਾ ਸੀ। ਦੇਖੋ ਆਪਾਂ ਇਹ ਦੇਖਣ ਚ ਆਇਆ ਵੀ ਸਰਕਾਰ ਬਦਲਣ ਤੋਂ ਬਾਅਦ ਆਪਾਂ ਧਰਨੇ ਲੱਗਦੇ ਦੇਖੇ ਪਿੰਡਾਂ 'ਚ ਜੀ। ਆਮ ਪਿੰਡਾਂ ਦੇ ਲੋਕ ਉੱਥੇ ਆਪਣੇ ਘਰਾਂ ਦੇ ਬਾਹਰ ਬੈਠੇ ਕੂਕਾਂ ਦਾ ਵੀਡੀਓ ਬਣਾ ਕੇ ਪੇਸ਼ ਕਰਦਾ, ਜਾਂ ਲਓ ਜੀ ਫਲਾਣੀ ਥਾਂ ਤੋਂ ਮੁੰਡੇ ਫੜ ਲਏ, ਢੀਂਗੜੇ ਥਾਂ ਤੋਂ ਵੇਚਣ ਵਾਲੇ ਫੜ ਲਏ, ਪਿਛਲੇ ਥਾਂ ਦੇ ਉੱਪਰ ਉਹ ਕਹਿੰਦਾ ਜੀ ਆਹ ਦੇਖੋ ਮਹਾਰਾਜ ਸਾਨੂੰ ਤਾਂ ਧਮਕੀਆਂ ਦੇ ਕੇ ਅਗਲੇ ਫੋਨ ਕਰਦੇ ਵੀ ਤੂੰ ਆਈ ਸੀ, ਤੇਰੇ ਗਿੱਟੇ ਵੇਖ ਕਿੱਦਾਂ ਛਾਂਗਦੇ, ਵੀ ਅਸੀਂ ਜਾਈਏ ਤੇ ਜਾਈਏ ਕਿੱਥੇ। ਉਹ ਗੱਲਾਂ ਚਲੋ ਹੌਲੀ ਹੌਲੀ ਪਹੁੰਚਦੀਆਂ ਉੱਪਰ ਤੱਕ ਪਹੁੰਚੀਆਂ ਹੋਣਗੀਆਂ। ਤੇ ਹੁਣ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਵੱਡੀ ਮੀਟਿੰਗ ਕੀਤੀ, ਉਹਨੂੰ ਆਪਣੇ ਹਾਈ ਲੈਵਲ ਮੀਟਿੰਗ, ਉਹਦੇ 'ਚ ਮੇਰੇ ਖਿਆਲ ਨਾਲ ਜਿਸ ਹਿਸਾਬ ਨਾਲ ਉਹਨਾਂ ਨੇ ਇੱਕ ਤੇ ਜ਼ਿੰਮੇਵਾਰੀ ਤੈਅ ਕਰ ਦਿੱਤੀ ਵੀ ਭਾਈ ਫਲਾਨਾ ਬੰਦਾ ਜ਼ਿੰਮੇਵਾਰ, ਜੇ ਸਿੱਧਾ ਫਿਰਨਾ ਕਿਉਂ ਦੱਸਿਆ ਨਹੀਂ। ਤੇ ਦੂਜੀ ਗੱਲ ਇਹ ਵੀ ਕਹਿ ਦਿੱਤੀ ਵੀ ਜੋ ਤੁਹਾਨੂੰ ਕਰਨਾ ਪੈਂਦਾ ਤੁਸੀਂ ਕਰੋ, ਇਹ ਚੀਜ਼ ਬੰਦ ਚਾਹੀਦੀ ਹੈ। ਮੈਨੂੰ ਲੱਗਦਾ ਵੀ ਇਹਨਾਂ ਇੰਸਟਰਕਸ਼ਨਾਂ ਦੇ ਨਾਲ ਹੀ ਬੜਾ ਫਰਕ ਪੈ ਜਾਣਾ, ਕਿਉਂਕਿ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਵੀ ਉਹ ਕਹਿੰਦੇ ਵੀ ਅਸੀਂ ਕਰ ਰਹੇ ਹਾਂ, ਉਹ ਕਹਿੰਦੇ ਕਿੱਦਾਂ ਯਾਰ ਕਿਹਾ ਤਾਂ ਹੈ ਵੀ ਕਰ ਰਹੇ ਹਾਂ, ਉਹੀ ਗੱਲ ਕਰੀਏ ਨੇ ਵਾਰ-ਵਾਰ, ਕਹਿੰਦੇ ਕਦੋਂ, ਫਿਰ ਉਹ ਗੱਲ ਯਾਰ ਕਰ ਤਾਂ ਰਹੇ ਹਾਂ, ਵੀ ਉਹ ਕਰ ਤਾਂ ਰਹੇ ਹਾਂ ਦੇ ਚੱਕਰ ਦੇ ਵਿੱਚ ਅਜੇ ਬੜੇ ਸਾਲ ਲੰਘ ਗਏ। ਪਰ ਇਹਨੂੰ ਜਿੰਨੀ ਛੇਤੀ ਹੋ ਸਕੇ ਰੋਕ ਲਾਉਣ ਦੀ ਲੋੜ ਹੈ, ਕਿਉਂਕਿ ਜਿਹਦੀਆਂ ਰਗਾਂ ਵਿੱਚ ਦੀ ਇੱਕ ਵਾਰ ਉਹ ਚੀਜ਼ ਲੰਘ ਜਾਂਦੀ ਹੈ ਨਾ, ਉਹ ਮੁੜਦਾ ਨਹੀਂ ਮੁੜ ਕੇ ਵਾਟ ਸਕਦਾ। ਸੰਧਾਲੀਆ ਸਾਹਿਬ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਪੰਜਾਬੀਆਂ ਦੇ ਲਈ ਸਭ ਤੋਂ ਔਖਾ ਹੁੰਦਾ ਆਪਣੀ ਮਾੜੀ ਚੀਜ਼ ਲੋਕਾਂ ਦੇ ਸਾਹਮਣੇ ਲਾਉਣਾ। ਅਸੀਂ ਬੜੀ ਦਬ ਕੇ ਰੱਖਦੇ ਹਾਂ, ਕਰਜ਼ਾ ਚੜਿਆ ਹੋਵੇ ਦੱਸਦੇ ਨਹੀਂ, ਧੀ ਪੁੱਤ ਕਿਤੇ ਮਾੜਾ ਹੋ ਜਾਏ ਅਸੀਂ ਦੱਸਦੇ ਨਹੀਂ, ਸਾਡੇ ਲਈ ਉਹ ਸਭ ਤੋਂ ਚੰਗਾ ਹੁੰਦਾ ਸੀ ਲੋਕਾਂ ਨਾਲ ਲੜ ਪੈਣੇ, ਇੱਦਾਂ ਕਿੱਦਾਂ ਸਾਡੇ ਧੀ ਪੁੱਤ ਨੂੰ ਕਿੱਦਾਂ ਕਹਿ ਦਿੱਤਾ। ਪਰ ਹੁਣ ਪਿਛਲੇ ਨਾ ਕੁਛ ਮਹੀਨਿਆਂ ਤੋਂ ਲੋਕ ਦੱਸਣ ਲੱਗ ਪਏ ਸੀ। ਮਾਲਵੇ ਦੇ ਇੱਕ ਪਿੰਡ ਦੀ ਰਿਪੋਰਟ ਸੀ, ਉੱਥੋਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਇੱਕ ਦਾਦੀ ਕਹਿੰਦੀ ਮੁੰਡਾ ਮੇਰਾ ਹੈ ਨਹੀਂ, ਪੋਤੇ ਦੋਨੇ ਨਸ਼ਾ ਕਰਦੇ ਆ। ਕੋਈ ਕਹਿੰਦੀ ਜੀ ਮੇਰਾ ਘਰ ਵਾਲਾ ਨਸ਼ਾ ਕਰਦਾ, ਕੋਈ ਕਹਿੰਦਾ ਜੀ ਭਰਾ ਨਸ਼ਾ ਕਰਦਾ। ਲੋਕ ਦੱਸਣ ਲੱਗ ਪਏ ਸੀ ਸਾਡੇ ਪਿੰਡ ਆਹ ਵੇਚਦਾ, ਫੜਾਉਂਦੇ ਆ ਲੋਕ ਆਪ। ਉਹ ਚੱਕ ਫਤਿਹ ਸਿੰਘ 'ਚ ਧਰਨਾ ਹੀ ਲੱਗ ਗਿਆ। ਰਾਣੀ ਵਾਲਾ ਪਿੰਡ ਵਾਲਿਆਂ ਨੇ ਗੁਰੂ ਘਰ 'ਚ ਮੀਟਿੰਗ ਕਰ ਲਈ, ਹੋਰ ਬੜੇ ਥਾਵਾਂ ਦੇ ਉੱਤੇ ਲੋਕਾਂ ਨੇ ਟੀਮਾਂ ਬਣਾ ਲਈਆਂ
ਆ ਫਰੀਦਕੋਟ ਦੇ ਵਿੱਚ ਆਪਾਂ ਹੀ ਖਬਰ ਸਾਂਝੀ ਕੀਤੀ ਸੀ ਕਿ ਗੁਰਦਿੱਤ ਸਿੰਘ ਸੇਖੋਂ ਸਾਹਿਬ ਨੂੰ ਲੋਕਾਂ ਨੇ ਸੱਦਿਆ ਕਿ ਨਸ਼ਾ ਵਿਕਦਾ, ਪੁਲਿਸ ਲੈ ਕੇ ਆ ਜਾਓ। ਉਹ ਪੁਲਿਸ ਦੇ ਨਾਲ ਗਿਆ ਤੇ ਉੱਥੇ 10-11 ਬੰਦੇ ਐਂ ਕਰਕੇ ਫੜ ਲਏ। ਜਾਨੀ ਲੋਕ ਚਾਹੁੰਦੇ ਆ ਕਿ ਭਾਈ ਇਹ ਕੰਮ ਬੰਦ ਹੋਵੇ। ਸੰਧਾਲੀਆ ਸਾਹਿਬ ਬੜੀਆਂ ਚੀਜ਼ਾਂ ਨੇ, ਬੀਬੀਆਂ ਨੂੰ 1000 ਰੁਪਈਆ ਦੇਣਾ ਹੈ, ਬੇਰੁਜ਼ਗਾਰੀ ਭੱਤਾ ਦੇਣਾ ਹੈ, ਅਸੀਂ ਇਹ ਸਿਲੰਡਰ ਮੁਫਤ ਦੇਣਾ ਹੈ, ਆਹ ਕਰਨਾ ਹੈ, ਆਟਾ ਦਾਲ ਸਕੀਮ ਹੈ, ਸਬਸਿਡੀ ਬਿਜਲੀ ਤੇ ਕਿਸਾਨਾਂ ਨੂੰ ਦੇਣੀ ਹੈ, ਘਰਾਂ ਨੂੰ ਦੇਣੀ ਹੈ। ਸਾਰੀਆਂ ਗੱਲਾਂ ਸਿਫਰ ਨੇ, ਜ਼ੀਰੋ ਸ਼ੂਨਯ। ਜੇ ਤੁਹਾਡੇ ਘਰ ਦੇ ਵਿੱਚ ਕੋਈ ਨਿੱਕਾ ਨਿਆਣਾ ਨਸ਼ਾ ਕਰਨ ਲੱਗ ਪਿਆ, ਪਤਾ ਹੀ ਨਹੀਂ ਕਿੰਨੇ ਦਿਨ ਜੀਣਾ। ਹੁਣ ਤੁਸੀਂ ਪਿਛਲੇ 8, 10, 12 ਸਾਲ ਦੀਆਂ ਅਖਬਾਰਾਂ ਚੱਕ ਕੇ ਦੇਖ ਲਓ, ਕਿੰਨੇ ਮੁੱਖ ਮੰਤਰੀ ਬਦਲ ਗਏ। ਰੋਜ਼ ਪਹਿਲੇ ਸਫੇ ਦੇ ਉੱਤੇ, ਦੂਜੇ ਸਫੇ ਤੇ, ਤੀਸਰੇ ਤੇ ਨਸ਼ੇ ਦੀ ਓਵਰਡੋਜ਼ ਦੇ ਕਰਕੇ ਇੱਕ ਹੋਰ ਨੌਜਵਾਨ ਮੌਤ ਨੇ ਨਿਕਲਿਆ, ਨਸ਼ੇ ਦੇ ਦੈਂਤ ਨੇ ਨਿਕਲਿਆ। 3 ਭੈਣਾਂ ਦਾ ਕੱਲਾ ਕੱਲਾ ਭਰਾ ਨਸ਼ੇ ਦੀ ਲਪੇਟ 'ਚ ਆ ਗਿਆ। ਆਹ ਦੇਖੋ ਜੀ, ਬਾਪ ਦਾ ਕਤਲ ਕਰਤਾ, ਮਾਂ ਦਾ ਕਤਲ ਕਰ ਦਿੱਤਾ। ਜਾਣੀ ਕਿ ਰਿਸ਼ਤਿਆਂ ਤੋਂ ਲੈ ਕੇ ਕੋਈ ਚੀਜ਼ ਐਸੀ ਬਚੀ ਨਹੀਂ ਜਿਹੜੀ ਤਾਰ-ਤਾਰ ਨਾ ਹੋਈ ਹੋਵੇ। ਤੇ ਇਸ ਮੁੱਦੇ ਦੇ ਉੱਤੇ ਤੁਹਾਨੂੰ ਚੇਤਾ ਹੀ ਹੋਣਾ ਕਿ ਪਿਛਲੀ ਵਾਰ 2017 ਦੀ ਪੰਜਾਬ ਵਿਧਾਨ ਸਭਾ ਚੋਣ ਦੇ ਵਿੱਚ ਸਭ ਤੋਂ ਵੱਡਾ ਵਾਅਦਾ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਭਾਈ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਿਆਂਗੇ, ਖਤਮ ਕਰ ਦਿਆਂਗੇ, ਫਿਰ ਨਾ ਹੋਇਆ। 20-20, 25-25 ਹਜ਼ਾਰ ਬੰਦਾ ਚੱਕ ਕੇ ਅੰਦਰ ਦਿੱਤਾ, ਨਸ਼ਾ ਨਾ ਰੁਕਿਆ। ਹੁਣ ਭਗਵੰਤ ਮਾਨ ਸਾਹਿਬ ਨੇ STF ਸਪੈਸ਼ਲ ਟਾਸਕ ਫੋਰਸ ਜਿਹੜੀ ਬਣੀ ਹੋਈ ਆ ਕੈਪਟਨ ਸਾਹਿਬ ਦੇ ਸਮੇਂ ਦੀ, ਹਰਪ੍ਰੀਤ ਸਿੰਘ ਸਿੱਧੂ ਉਦੋਂ ਵੀ ਚੀਫ ਸੀ, ਅੱਜ ਵੀ ਚੀਫ ਹਨ। ਉਹਨਾਂ ਨੂੰ ਪਹਿਲਾਂ ਸੱਦਿਆ ਜੀ ਵੀ ਆਪਾਂ ਨਸ਼ਾ ਕਾਬੂ ਕਰਨਾ ਬਹੁਤ ਔਖਾ, ਓਵਰਡੋਜ਼ ਦੇ ਕਰਕੇ ਮਰੀ ਜਾਂਦੇ ਬੰਦੇ, ਅਸੀਂ ਲੋਕਾਂ ਨਾਲ ਵਾਅਦਾ ਕੀਤਾ। ਉਹਨਾਂ ਨੇ ਫਿਰ ਕੁਝ ਚੀਜ਼ਾਂ ਦੱਸੀਆਂ। ਜਦੋਂ ਦੱਸੀਆਂ ਤਾਂ ਫਿਰ ਸਾਰੇ ਜ਼ਿਲ੍ਹਿਆਂ ਦੇ SSP ਤੇ ਡਿਪਟੀ ਕਮਿਸ਼ਨਰ ਸਾਹਿਬ ਮਾਣਯੋਗ, ਉਹਨਾਂ ਨੂੰ ਸੱਦਿਆ ਕਿ ਭਾਈ ਤੁਸੀਂ ਇੱਥੇ ਆਓ, ਬੈਠੋ, ਦੱਸੋ, ਆਪਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਹੋਰਾਂ ਨਾਲ ਮੀਟਿੰਗ ਲਈ। ਫਿਰ ਉਹਨਾਂ ਨੂੰ ਕਿਹਾ ਗਿਆ ਕਿ ਭਾਈ STF ਦਾ ਸਹਿਯੋਗ ਕਰੋ। ਹਰ ਜ਼ਿਲ੍ਹੇ ਦੇ ਵਿੱਚ STF ਦੀਆਂ 2-2 ਟੀਮਾਂ ਹੋਣਗੀਆਂ ਜਿਹੜੀਆਂ ਕਿ ਨਸ਼ਾ ਤਸਕਰਾਂ ਨੂੰ ਹੀ ਫੜਨਗੀਆਂ, ਤੇ ਤੁਸੀਂ ਉਹਨਾਂ ਦਾ ਸਾਥ ਦੇਣਾ ਹੀ। ਕਿਉਂਕਿ ਕਈ ਵਾਰ ਇਹ ਚਰਚਾ ਚੱਲਦੀ ਸੀ ਕਿ STF ਵਾਲੇ ਜਦੋਂ ਕਾਰਵਾਈ ਕਰਦੇ ਆ ਤਾਂ ਸਥਾਨਕ ਪੁਲਿਸ ਜਿਹੜੀ ਉਹਨਾਂ ਦਾ ਪੂਰਾ ਸਾਥ ਦਿੰਦੀ ਨਹੀਂ। ਫਿਰ ਜਿਹੜੇ ਸਰਹੱਦੀ ਜ਼ਿਲ੍ਹੇ ਨੇ, ਇੰਟਰਨੈਸ਼ਨਲ ਬਾਉਂਡਰੀ ਜਿਨ੍ਹਾਂ ਦੇ ਨਾਲ ਲੱਗਦੀ ਹੈ, ਉੱਥੇ STF ਦੀਆਂ ਟੀਮਾਂ 4-4, ਕਿਉਂਕਿ ਐ ਘੁਮਾ ਕੇ ਵੀ ਨਸ਼ਾ ਬੜਾ ਸਿੱਟਦੇ ਉੜਦਾ। ਪੰਜਾਬ ਫਿਲਮ 'ਚ ਆਪਾਂ ਦੇਖਿਆ, ਡਰੋਨਾਂ ਰਾਹੀਂ ਬਹੁਤ ਸੌਦਾ ਆਉਂਦਾ ਹੈ, ਉੱਥੇ ਵੱਧ ਹੁੰਦਾ ਹੈ। ਉੱਥੇ 4-4 ਟੀਮਾਂ। ਇਹ ਵੀ ਤੈਅ ਕਰ ਦਿੱਤਾ ਗਿਆ ਕਿ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੋਏਗਾ, ਇਹ ਨਹੀਂ ਕਿ ਅੱਜ ਆਪਾਂ ਬੰਦੇ ਫੜੇ ਆ, ਸੁਰਖੀ ਵੱਡੀ ਸਾਰੀ ਲਵਾ ਲਈ, 250 ਕਰੋੜ ਦੀ ਹੈਰੋਇਨ ਬਰਾਮਦ, 3 ਬੰਦੇ ਥੱਲੇ ਬਿਠਾਏ ਆ, ਮੂੰਹ ਜਿਹੜੇ ਆ ਉਹਨਾਂ ਦੇ ਬੰਨੇ ਹੋ ਆ, ਵੱਡੀ ਪ੍ਰਾਪਤੀ। ਉਹਦੇ ਤੋਂ ਬਾਅਦ ਜਦੋਂ ਅਦਾਲਤ ਦੇ ਵਿੱਚ ਮਸਲਾ ਜਾਵੇ, ਢਹਿ ਢੇਰੀ ਨਾ ਗਵਾਹ ਲੱਭਣ, ਨਾ ਸਬੂਤ ਲੱਭਣ, ਨਾ ਕੁਸ਼ਾਲ ਲੱਭਣ, ਨਾ ਵੇਲੇ ਸਿਰ ਚਲਾਨ ਪੇਸ਼ ਹੋਵੇ। ਕਹਿੰਦੇ ਇਦਾਂ ਨਹੀਂ, ਵੇਲੇ ਸਿਰ ਚਲਾਨ ਪੇਸ਼ ਕਰਨਾ ਪਊਗਾ। ਜੇ ਇਸ ਥਾਣੇ ਦੇ ਵਿੱਚੋਂ ਬਹੁਤਾ ਨਸ਼ਾ ਕਿਸੇ ਹੋਰ ਨੇ ਫੜ ਲਿਆ ਆਣ ਕੇ, ਥਾਣੇਦਾਰ ਸਾਹਿਬ ਕੀ ਕਰਦੇ, SHO ਸਾਹਿਬ ਕੀ ਕਰਦੇ ਆ, ਜ਼ਿੰਮੇਵਾਰੀ ਉਹਨਾਂ ਦੀ। ਜ਼ਿਲ੍ਹੇ ਦੇ ਵਿੱਚ ਜੇ ਨਸ਼ਾ ਬਹੁਤਾ ਹੋਇਆ ਤੇ ਜ਼ਿੰਮੇਵਾਰੀ SSP ਸਾਹਿਬ ਦੀ। ਉਹ ਕਹਿੰਦੇ ਜੀ ਹੁਣ ਕੰਮ ਆਪਾਂ ਖਿੱਚ ਕੇ ਰੱਖਣਾ। ਇਹ ਬੜਾ ਜ਼ਰੂਰੀ ਆ। ਦੂਜੀ ਚੀਜ਼ ਮੈਨੂੰ ਲੱਗਦਾ ਵੀ ਜਿਹੜੀ ਮਾਨ ਸਾਹਿਬ ਨੇ ਵਧੀਆ ਕਹੀ, ਉਹ ਇਹ ਆ ਕਿ ਵੀ ਉਹ ਕਹਿੰਦੇ ਵੀ ਆਪਾਂ ਉਹ ਆਇਡੈਂਟੀਫਾਈ ਕਰਨਾ ਜਿਹੜਾ ਵਾਕਿਆ ਵੇਚਣ ਵਾਲਾ ਕੰਮ ਕਰਦਾ। ਕਿਉਂਕਿ ਬਹੁਤਾ ਕਰਕੇ ਪਿਛਲੇ ਸਮੇਂ 'ਚ ਕੀ ਹੋਇਆ ਸੀ ਵੀ ਕਾਬੂ ਵਿਚਾਰਾ ਉਹ ਆ ਜਾਂਦਾ ਸੀ ਜਿਹੜਾ ਵਿਚਾਰਾ ਛਕਦਾ ਸੀ। ਹੁਣ ਕਾਰਨ ਹੈ ਵੀ ਉਹ ਛਕਣ ਵਾਲੇ ਨੂੰ ਵੀ ਅਗਲਾ ਬੰਦਾ ਸਲਾਹ ਦਿੰਦਾ ਵੀ ਦੇਖ ਇੱਦਾਂ ਕਰ, ਵੀ ਜੇ ਮੰਨ ਲਓ ਆਪਾਂ ਚਲੋ ਸਸਤਾ ਜਿਹਾ ਸ਼ੁਰੂ ਕਰ ਲਓ, ਉਹ ਕਹਿੰਦਾ ਵੀ ਤੂੰ 100 ਦੀ ਲੈ ਜਾ, ਤੇ ਇੱਦਾਂ ਕਰੇ ਵੀ ਥੋੜ੍ਹਾ ਜਿਹਾ ਆਸਾ ਪਾਸਾ ਜਿਹਾ ਕਰਕੇ ਵਿੱਚੋਂ ਭਾਵੇਂ 25 ਦੀ ਵੇਚ ਲਈ, ਵੀ 75 ਦੀ ਤੇਰੇ ਵੀ ਕੁਛ ਨਾ ਕੁਛ ਬਾਜੂ। ਉਹ ਹੁਣ ਇਹੋ ਜਿਹੇ ਕੰਮ ਵਾਲੇ, ਇਹ ਮੈਂ ਬੜੀ ਛੋਟੀ ਉਦਾਹਰਨ ਦਿੱਤੀ, ਪਰ ਇੱਦਾਂ ਦੇ ਬੰਦੇ ਬਹੁਤ ਸੀ ਵੀ ਜਿਹੜਾ ਵਿਚਾਰਾ ਆਪਣੇ ਲਈ ਲਿਆਂਦਾ, ਵਿੱਚੋਂ ਕੁਛ ਵੇਚ ਵੱਟ ਲਿਆ, ਕੁਛ ਖਾ ਪੀ ਲਿਆ, ਤੇ ਅਗਲੇ ਦਿਨ ਫੇਰ ਲੱਭਦੇ ਰਿਹਾ ਵੀ ਹੁਣ ਆਪਾਂ ਕੋਈ ਗ੍ਰਿਲ ਲਾਉਣੀ ਆ, ਬਾਰੀ ਲਾਉਣੀ, ਕਿਸੇ ਦੀ ਤਾਰ ਖੋਲ੍ਹਣੀ ਹੈਗੇ, ਟਰਾਂਸਫਾਰਮਰ 'ਚੋਂ ਤੇਲ ਕੱਢਣੇ, ਵੀ ਕਰੀਏ ਕੀ। ਵੀ ਉਹਨਾਂ ਲੋਕਾਂ 'ਤੇ ਆਪਾਂ ਕਬਜ਼ਾ ਨਹੀਂ ਕਰਨਾ, ਆਪਾਂ ਉਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰਨਾ ਜਿਹੜੇ ਉਹ ਕੇਂਦਰ ਨੇ, ਨਸ਼ਾ ਛਡਾਊ ਕੇਂਦਰ ਜਾਂ ਜਿਨ੍ਹਾਂ ਦੇ ਵਿੱਚ ਰੀਹੈਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਦੀ ਗਿਣਤੀ ਵਧਾਵਾਂਗੇ ਤਾਂ ਜੋ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਲਿਆ ਕੇ ਉਹਨਾਂ ਦਾ ਦਿਮਾਗੀ ਤੌਰ 'ਤੇ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਠੀਕ ਕੀਤਾ ਜਾਵੇ। ਦਵਾਈਆਂ ਦੀ ਲੋੜ ਆ ਤੇ ਦਵਾਈਆਂ ਦਿੱਤੀਆਂ ਜਾਣ ਤਾਂ ਜੋ ਦੁਬਾਰਾ ਮੁੱਖ ਧਾਰਾ 'ਚ ਆ ਸਕਣ। ਕਿਉਂਕਿ ਇਹ ਵੀ ਗੱਲ ਠੀਕ ਆ ਵੀ ਹੁਣ ਜੇ ਬੰਦਾ ਹੋ ਜਾ ਕੰਮ ਕਰਦਾ, ਉਹਨੂੰ ਚੱਕ ਕੇ ਤੁਸੀਂ ਜੇਲ੍ਹ 'ਚ ਲੈ ਜਾਓਗੇ, ਹੁਣ ਜਿਹਨੂੰ ਤੋੜ ਲੱਗਦੀ ਉੱਥੇ ਰਹਿ ਕੇ ਆ ਜਾਊਗਾ, 2-3 ਮਹੀਨੇ ਬਾਅਦ ਉਹਨੂੰ ਫੇਰ ਆ ਜਾਊਗਾ ਬਾਹਰ। ਜਦੋਂ ਦਿਮਾਗੀ ਤੌਰ 'ਤੇ ਜਾਂ ਫਿਜ਼ੀਕਲੀ ਉਹਦੇ ਵਿਚਾਰੇ ਨੂੰ ਸੈੱਟ ਕੀਤਾ ਹੀ ਨਹੀਂ ਤੇ ਬਾਹਰ ਨਿਕਲ ਕੇ ਉਹ ਕਰੂਗਾ ਵੀ ਕੀ, ਉਹਨੇ ਤਾਂ ਉਸੇ ਰਹਿ ਜਾਣਾ। ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ ਸੰਧਾਲੀਆ ਸਾਹਿਬ ਕਿ ਉਸੇ ਵੇਲੇ ਹੀ ਕੰਮ ਸਾਰਾ ਖਰਾਬ ਹੁੰਦਾ ਯੋਜਨਾ ਜੇ ਨਾ ਹੋਵੇ। ਕਿਉਂਕਿ ਉਹਨੇ ਨਸ਼ਾ ਕੀਤਾ, ਬੜੇ ਪਰਿਵਾਰ ਕਹਿੰਦੇ ਹੁੰਦੇ ਜੀ ਜਮ੍ਹਾਂ ਕਰਾਤਾ ਸੀ ਮੁੰਡਾ ਜਾਣੀ ਨਸ਼ਾ ਛਡਾਊ ਕੇਂਦਰ 'ਚ, ਅਸੀਂ ਪੈਸਾ ਬੜਾ ਲਾਇਆ। ਇੱਕ ਆਰਥਿਕ ਤੌਰ 'ਤੇ ਕਮਜ਼ੋਰ ਬੀਬੀ ਉਹ ਕਹਿੰਦੀ ਜੀ 2 ਵਾਰੀ ਜਮ੍ਹਾਂ ਕਰਾਇਆ ਮੈਂ ਮੁੰਡਾ, 35,000 ਰੁਪਈਆ ਲਾਤਾ, ਫੇਰ ਖਾਣ ਲੱਗ ਪਿਆ, ਬੰਦ ਕਰਾਵੇ ਸਰਕਾਰ। ਹੁਣ ਸੰਧਾਲੀਆ ਸਾਹਿਬ ਜੇ ਇੱਕ ਗੱਲ ਬੜੀ ਕਲੀਅਰ ਹੈ ਕਿ ਆਹ ਬੰਦਾ ਫੜਿਆ ਗਿਆ ਖਾਂਦਾ, ਜਿਹੜਾ ਉਹਦੇ ਕੋਲ ਪੁੜੀ ਫੜੀ ਗਈ, ਮੰਨ ਲਓ ਉਹ ਪੁੜੀ ਕਿਤੇੋਂ ਲਿਆਇਆ, ਉਹ ਜੇ ਤੋਂ ਲਿਆਇਆ ਉਹ ਬੰਦਾ ਵੀ ਫੜਿਆ ਗਿਆ, ਉਹ ਪੁੜੀ ਵਾਲਾ ਕਿਤੋਂ ਕਿਲੋ ਲਿਆਇਆ ਹੋਣਾ, ਕਿਲੋ ਵਾਲਾ ਨਹੀਂ ਫੜਨ ਦਾ, ਤੇ ਕਿਲੋ ਵਾਲਾ ਜੇ ਤੋਂ ਬੋਰੀ ਲਿਆਇਆ, ਜੇ ਤਾਂ ਗੱਲ ਇੱਥੋਂ ਇੱਥੇ ਗਈ ਫਿਰ ਤਾਂ ਕੰਮ ਨਿਬੜ ਜਾਊਗਾ।
ਨਹੀਂ ਤਾਂ ਥੱਲੜਾ ਪੁੜੀ ਵੇਚਣ ਵਾਲਾ ਫੜਿਆ ਜਾਂਦਾ, ਉੱਪਰ ਵਾਲੇ ਨੂੰ ਕੀ ਆ, ਪੁੜੀ ਵੇਚਣ ਵਾਲਾ ਨੂੰ ਹੋਰ ਲੱਭ ਲੈਣਾ ਕੋਈ। ਉਹ ਥੱਲੇ ਪੁੜੀ ਤੱਕ ਨਾ ਕੰਮ ਰਵੇ, ਪੰਡ ਤੱਕ ਕੰਮ ਜਾਣਾ ਚਾਹੀਦਾ। ਜਿੰਨੀ ਦੇਰ ਪੁੜੀ ਤੋਂ ਪੰਡ ਤੱਕ ਦਾ ਸਫ਼ਰ ਨਹੀਂ ਤੈਅ ਹੁੰਦਾ, ਨਸ਼ਾ ਬੰਦ ਹੋਣਾ ਔਖਾ। ਬਾਕੀ ਲੋਕ ਸਾਥ ਦੇਣ, ਪੁਲਿਸ ਵਾਲਿਆਂ ਨੂੰ ਤਾਂ ਛਾਪਾ ਮਾਰਨਗੇ, ਕਿਤੇ ਨਾਕੇ ਦੇ ਵਿੱਚ ਗਸ਼ਤ ਕਰਦਿਆਂ ਕੋਈ ਕਾਬੂ ਆ ਗਿਆ। ਪਿੰਡਾਂ ਸ਼ਹਿਰਾਂ ਵਾਲਿਆਂ ਨੂੰ ਸਭ ਪਤਾ ਹੁੰਦਾ ਕਿ ਕਿਹੜਾ ਬੰਦਾ ਕੀ ਕਰਦਾ। ਇਹ ਵੀ ਵਧੀਆ ਗੱਲ ਹੋਵੇ ਜੇ ਇਹਦਾ ਵੀ ਕੋਈ ਨਾ ਕੋਈ ਟੈਲੀਫੋਨ ਨੰਬਰ ਦੇ ਦੇਣ, WhatsApp ਨੰਬਰ ਦੇ ਦੇਣ, ਲੋਕ ਫਿਰ ਸੰਪਰਕ ਕਰਨ ਤੇ ਠਾਠਾ ਕਰਾਈ ਜਾਣ। ਇਹ ਬੜਾ ਜ਼ਰੂਰੀ ਆ। ਬਾਕੀ ਹੁਣ ਇਹ ਵੀ ਚੱਕਰ ਆ ਕਿ ਵੀ ਹੌਲੀ ਹੌਲੀ MLA ਸਾਹਿਬਾਨ ਜਿਹੜੇ ਨੇ ਉਹ ਹੀ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਲੱਗ ਪਏ ਤੇ ਦੱਸਣ ਲੱਗ ਪਏ ਵੀ ਮਹਾਰਾਜ ਆਹ ਮਸਲੇ ਹੱਲ ਕਰਨ ਵਾਲੇ ਆ। ਗੁਰਦੇਵ ਸਿੰਘ ਸੇਖੋਂ ਨਹੀਂ ਗਏ, ਉਹ ਕਹਿੰਦੇ ਦੇਖੋ ਮਾਨ ਸਾਹਿਬ ਇੱਕ ਗੱਲ ਤੇ ਇਹ ਹੈ ਵੀ ਜਿਹੜਾ ਬੇਅਦਬੀ ਕਾਂਡ ਹੋਇਆ ਨਾ ਜੀ, ਉਹਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ। ਵੀ ਜੇ ਆਪਾਂ ਐਂ ਕਹੀਏ ਕਿ ਵੀ ਆਪਾਂ ਉਦੋਂ ਕਹਿ ਕੇ ਆ ਗਏ ਸੀ ਤੇ ਉਦੋਂ ਬਾਅਦ ਮੁੜ ਕੇ ਆਪਾਂ ਉਹਦੇ ਪਾਸੇ ਧਿਆਨ ਨਹੀਂ ਦੇ ਰਹੇ, ਉਹ ਗੱਲ ਬਣਨੀ ਨਹੀਂ। ਤੇ ਦੂਜੀ ਗੱਲ ਉਹਨਾਂ ਨੇ ਜਿਹੜੀ ਉਹ ਬੰਦੀ ਸਿੱਖਾਂ ਦੀ ਰਿਹਾਈ ਵਾਲੀ ਹੈ, ਉਹ ਵੀ ਗੱਲ ਕਹਿੰਦੀ ਵੀ ਆਪਾਂ ਨੂੰ ਉਹਦੇ 'ਤੇ ਵੀ ਗੱਲ ਕਰਨੀ ਚਾਹੀਦੀ ਵੀ ਜਿਹੜੇ ਲੋਕ ਅੰਦਰ ਨੇ ਜਿਹਨਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਦੇ ਬਾਰੇ ਜੇ ਆਪਾਂ ਕੁਝ ਕਰ ਸਕਦੇ ਹਾਂ ਆਪਣੇ ਵੱਲੋਂ ਤੇ ਆਪਾਂ ਵੀ ਕਰੀਏ। ਸੰਧਾਲੀਆ ਸਾਹਿਬ ਧਰਨਾ ਲੱਗਾ ਹੋਇਆ, ਜਿਹੜਾ ਪਹਿਲਾ ਮਸਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਉਹਦੇ ਤੋਂ ਬਾਅਦ ਲੱਗੇ ਧਰਨੇ ਤੇ ਚੱਲੀ ਗੋਲੀ ਦਾ, ਗੋਲੀ ਦੇ ਵਿੱਚ ਜਿਹੜੇ ਸ਼ਹੀਦ ਹੋਏ 2 ਬੰਦੇ ਸੀ ਉਹਨਾਂ ਦਾ ਧਰਨਾ ਲੱਗਾ। ਤੇ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਜਾਮ ਲਾਤਾ ਸੀ ਤੇ ਉਹ ਫਰੀਦਕੋਟ ਵਾਲਾ ਇਲਾਕਾ, ਜਿਸ ਫਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ ਸਾਹਿਬ ਜਿੱਤ ਕੇ ਆਏ ਆ, ਉਹ ਸਾਰਾ ਉਹੀ ਅਹਿਮ ਹੈ। ਸਭ ਤੋਂ ਵੱਧ ਉਧਰਲੇ ਪਾਸੇ ਹੀ ਸਰਗਰਮੀ ਹੁੰਦੀ ਹੈ। ਜਦੋਂ ਉਹਨਾਂ ਨੇ ਜਾਮ ਲਾਤਾ ਸੀ ਤਾਂ ਫਿਰ ਵਕੀਲਾਂ ਦੀ ਟੀਮ ਗਈ ਸੀ ਇੱਧਰੋਂ ਸਰਕਾਰ ਵੱਲੋਂ, ਤੇ ਉਹਨਾਂ ਨੇ ਜਾ ਕੇ ਕਿਹਾ ਸੀ ਕਿ ਅਸੀਂ ਸਰਕਾਰ ਦੁਆਰਾ ਨਿਯੁਕਤ ਵਕੀਲ ਹਾਂ, ਸਰਕਾਰ 3 ਮਹੀਨੇ ਮੰਗਦੀ ਹੈ, 90 ਦਿਨ, ਤੇ ਅਸੀਂ ਇਹ ਨਹੀਂ ਕਿ 90 ਦਿਨ ਬਾਅਦ ਤੁਹਾਡੇ ਕੋਲ ਆਵਾਂਗੇ, ਅਸੀਂ ਹਰ ਮਹੀਨੇ ਦੀ 10 ਤਰੀਕ ਨੂੰ ਤੁਹਾਡੇ ਕੋਲ ਆਇਆ ਕਰਾਂਗੇ, 1 ਮਹੀਨੇ ਦੀ ਪ੍ਰੋਗਰੈਸ ਰਿਪੋਰਟ ਦੇਵਾਂਗੇ, ਪਰ 3 ਮਹੀਨਿਆਂ ਦੇ ਵਿੱਚ ਤੁਹਾਨੂੰ ਇਨਸਾਫ ਮਿਲੂਗਾ, ਇਹ ਸਰਕਾਰ ਦਾ ਵਾਅਦਾ। ਬਹੁਤੇ ਲੋਕਾਂ ਨੇ ਕਿਹਾ ਸੀ ਜੀ ਪਿਛਲੀ ਵਾਰੀ ਵੀ MLA ਮੰਤਰੀ ਆਉਂਦੇ ਹੁੰਦੇ ਸੀ, ਉਹ ਚੱਲਦਾ ਸੀ ਸਾਰਾ ਅੰਦੋਲਨ ਤੇ ਚੁਕਾ ਗਿਆ ਸੀ, ਬਰਗਾੜੀ ਮੋਰਚਾ ਲੱਗਾ ਸੀ ਜਦੋਂ, ਐਤਕੀ ਕਿਤੇ ਉੱਦਾਂ ਨਾ ਹੋਵੇ। ਪਰ ਹੁਣ ਮਹੀਨਾ ਹੋਇਆ, ਸਰਕਾਰ ਦੇ ਜਿਹੜਾ ਵਕੀਲਾਂ ਦਾ ਪੈਨਲ ਹੈ 10 ਤਰੀਕ ਨੂੰ ਪਹੁੰਚ ਗਿਆ, ਉੱਥੇ ਜਾ ਕੇ ਗੱਲ ਸਾਂਝੀ ਕੀਤੀ, ਜੀ ਆਹ ਹੋ ਗਿਆ, ਮਹੀਨੇ 'ਚ ਆ ਵੀ ਹੋ ਗਿਆ, ਆ ਵੀ ਹੋ ਗਿਆ, 2 ਮਹੀਨੇ ਅਸੀਂ ਤੁਹਾਡੇ ਤੋਂ ਹੋਰ ਮੰਗੇ, ਟੋਟਲ 3, ਤੇ ਅਸੀਂ ਅਗਲੇ ਮਹੀਨੇ ਵੀ 10 ਤਰੀਕ ਨੂੰ ਆਵਾਂਗੇ, ਤੇ ਉਹਦੇ ਤੋਂ ਅਗਲੇ ਮਹੀਨੇ 10 ਨੂੰ ਆਉਣ ਦੀ ਲੋੜ ਨਹੀਂ, ਇਨਸਾਫ ਤੁਹਾਡੇ ਸਾਹਮਣੇ ਹੋਊਗਾ। ਤੇ ਉਹ ਕਹਿੰਦੇ ਜੀ ਠੀਕ ਹੈ, ਤੁਸੀਂ ਆਏ ਹੋ, ਸਾਨੂੰ ਤੁਹਾਡੀ ਪ੍ਰੋਗਰੈਸ ਰਿਪੋਰਟ ਵੀ ਕੁਝ ਠੀਕ ਲੱਗੀ ਹੈ, ਅਸੀਂ ਇੰਤਜ਼ਾਰ ਕਰਾਂਗੇ, ਜਿੱਥੇ ਇੰਨੇ ਦਿਨਾਂ ਦੇ ਬੈਠੇ ਹਾਂ 2 ਮਹੀਨੇ ਹੋਰ ਸਹੀ। ਜੇ ਤਾਂ ਇਨਸਾਫ ਇਧਰਲੇ ਪਾਸੇ, ਦੇਖੋ ਇਨਸਾਫ ਤਾਂ ਮਿਲਣਾ ਚਾਹੀਦਾ, ਇਹ ਨਹੀਂ ਕਿ ਉਹ ਮੰਗ ਰਹੇ ਆ ਤਾਂ ਮਿਲਣਾ ਚਾਹੀਦਾ, ਇਨਸਾਫ ਤਾਂ ਵੈਸੇ ਹੀ ਮਿਲਣਾ ਚਾਹੀਦਾ। ਦੂਸਰੇ ਪਾਸੇ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ, ਸਰਕਾਰ ਦੇ ਹੱਥ ਵਸ ਬਹੁਤ ਕੁਝ ਹੁੰਦਾ, ਹੋਰ ਨਹੀਂ, ਘੱਟੋ ਘੱਟ ਮੰਗ ਪੱਤਰ ਤਾਂ ਹੁੰਦਾ ਹੀ ਹੈ ਨਾ। ਲਿਖਣਾ ਕੀ ਹੈ ਕਿ ਭਾਈ ਜੇ ਭਾਰਤ ਦਾ ਸੰਵਿਧਾਨ, ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਭਾਈ ਇਹਨਾਂ ਨੇ ਸਜ਼ਾ ਪੂਰੀ ਕਰ ਲਈ ਹੈ ਤੇ ਰਿਹਾ ਕਰੋ, ਅਸੀਂ ਪੰਜਾਬ ਸਰਕਾਰ ਵੱਲੋਂ ਮੰਗ ਕਰਦੇ ਹਾਂ। ਤੇ ਗੁਰਦਿੱਤ ਸਿੰਘ ਸੇਖੋਂ ਕਿਉਂਕਿ ਉਹ ਲੋਕਾਂ 'ਚ ਵਿਚਰਦੇ ਆ, ਜੇ ਲੋਕ ਸਿੱਧਾ ਟੈਲੀਫੋਨ ਕਰ ਲੈਂਦੇ ਜੀ ਇੱਥੇ ਨਸ਼ਾ ਵੇਚਦੇ ਆ ਕਰਦੇ ਆ, ਉਹਨਾਂ ਨੂੰ ਕੱਲ ਨੂੰ ਸਵਾਲ ਇਸ ਮੁੱਦੇ ਤੇ ਵੀ ਉਹਨੇ ਚੰਗਾ ਕੀਤਾ, ਉਹਨਾਂ ਨੇ ਜਾ ਕੇ ਮੁੱਖ ਮੰਤਰੀ ਹੋਣਾ ਦੱਸਿਆ, ਹੁਣ ਘੱਟੋ ਘੱਟ ਐਕਸ਼ਨ ਤਾਂ ਹੋ ਜੂ ਮਾੜਾ ਮੋਟਾ। ਨਹੀਂ ਗੱਲ ਹੈਗੀ ਆ। ਮੈਨੂੰ ਜਾਪਦਾ ਵੀ ਜੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਆ ਜੀ, ਹੁਣ ਜਿਹੜਾ ਪਿਛਲੇ ਦਿਨੀ ਉਹ ਇੱਕ ਜਿਹੜਾ ਕਮੇਟੀ ਬਣਾਈ ਗਈ, ਕਹਿ ਲਓ ਕਿ ਵੀ ਜਿਹਨੇ ਰਿਵਿਊ ਕਰਨਾ ਵੀ ਸਜ਼ਾ ਜਿਹੜੀ ਘੱਟ ਹੋਣੀ ਚਾਹੀਦੀ, ਬੰਦਾ ਰਿਹਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਉਹ ਜਿਹੜਾ ਬੋਰਡ ਆ, ਉਸ ਬੋਰਡ ਦੇ ਵਿੱਚ ਜੇ ਉਹਨਾਂ ਨੂੰ ਲੱਗਦਾ ਵੀ ਸਾਡੇ ਵਾਲੇ ਬੰਦੇ ਆਪਣੇ ਵੱਲੋਂ ਆਹ ਕੰਮ ਕਰਦੇ ਆ, ਉਹਦੇ ਵਿੱਚ ਅੜਚਣ ਪਾਉਣ ਵਾਲੇ ਬੰਦੇ ਹੋਰ ਨੇ, ਤੇ ਮੇਰੇ ਖਿਆਲ ਨਾਲ ਉਹ ਵੀ ਕਲੈਰੀਫਾਈ ਕਰ ਦੇਣਾ ਚਾਹੀਦਾ ਵੀ ਭਾਈ ਇੰਨੇ ਮੈਂਬਰ ਨੇ, ਫਲਾਣੇ ਕੋਲੇ ਫਲਾਨੀ ਪਾਵਰ ਆ, ਸਾਡੇ ਵੱਲੋਂ ਆਹ ਚੀਜ਼ਾਂ ਉੱਥੇ ਕਹੀਆਂ ਗਈਆਂ, ਲਿਖਤੀ ਕਹੀਆਂ ਗਈਆਂ, ਵਰਬਲੀ ਕਹੀਆਂ ਗਈਆਂ, ਉਹਦੇ ਤੋਂ ਬਾਅਦ ਫਲਾਣੇ ਬੰਦੇ ਨੇ ਜਿਨ੍ਹਾਂ ਨੇ ਇਹਦੇ ਤੇ ਢਿੱਕੜ ਆਇਆ ਵੀ ਆਹ ਜਿਹੜੇ ਬੰਦੇ ਰਿਹਾ ਨਹੀਂ ਹੋਣੇ ਚਾਹੀਦੇ, ਤੇ ਮੇਰੇ ਖਿਆਲ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਆਪੇ ਜਿਹੜੇ ਬੰਦੇ ਦੇ ਅੰਡਰ ਉਹ ਬੰਦੇ ਆਉਂਦੇ ਹੋਣਗੇ, ਲੋਕ ਉਹਨਾਂ ਨੂੰ ਸਵਾਲ ਕਰ ਲੈਣਗੇ। ਹਾਂ ਨਹੀਂ, ਬਸ ਇੰਨਾ ਕੀ ਹੈ ਜੀ ਮਸਲਾ ਤਾਂ, ਕਿ ਇੱਕ ਦੂਜੇ ਨੂੰ ਸਵਾਲ ਜਿਹੜੇ ਉਹ ਕਰਨੇ ਚਾਹੀਦੇ ਆ। ਤੇ ਬਾਕੀ ਸੰਧਾਲੀਆ ਸਾਹਿਬ ਇਹ ਵੀ ਹੈ, ਮੈਨੂੰ ਰਾਜਾ ਵੜਿੰਗ ਹੋਰਾਂ ਦੀ ਵੀ ਇੱਕ ਗੱਲ ਜਿਹੜੀ ਹੈ ਠੀਕ ਲੱਗੀ। ਪਿਛਲੇ ਦਿਨੀ ਜਦੋਂ ਕਿਹਾ ਗਿਆ ਸੀ ਲਾਲਜੀਤ ਸਿੰਘ ਭੁੱਲਰ ਹੋਰਾਂ ਵੱਲੋਂ ਕਿ ਜੀ ਟਰਾਂਸਪੋਰਟ ਵਿਭਾਗ 'ਚ ਗੜਬੜੀ ਹੋਈ ਲੱਗਦੀ ਹੈ, 825 ਬੱਸਾਂ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਤਾਂ ਉਦੋਂ ਖਰੀਦੀਆਂ, ਤੇ ਜਿਹੜੀਆਂ ਬਾਡੀ ਲਵਾਉਣੀ ਹੁੰਦੀ ਉੱਪਰੋਂ ਉਹ ਕਹਿੰਦੇ ਜੀ ਜੈਪੁਰੋਂ ਲਵਾਈ, ਪੰਜਾਬ ਤੋਂ ਨਾ ਲਿਆਈ, ਹਰਿਆਣੇ ਤੋਂ ਨਾ। ਸਾਨੂੰ ਲੱਗਦਾ ਕਿ ਬਾਡੀਆਂ ਉਹ ਮਾੜੀਆਂ, ਕੁਆਲਿਟੀ ਘਟੀਆ, ਕਿਤੇ ਕੋਈ ਪੈਸੇ ਇੱਧਰ ਉੱਧਰ ਤਾਂ ਨਹੀਂ ਹੋਏ, ਭ੍ਰਿਸ਼ਟਾਚਾਰ ਤਾਂ ਨਹੀਂ ਹੋਇਆ। ਉਹ ਕਹਿੰਦੇ ਜੇ ਲੋੜ ਪਈ ਤਾਂ ਆਪਾਂ ਪੁਰਾਣੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਵੀ ਪੁੱਛਗਿੱਛ ਲਈ ਸੱਦਾਂਗੇ। ਰਾਜਾ ਵੜਿੰਗ ਹੋਰਾਂ ਨੂੰ ਪੁੱਛਿਆ ਪੱਤਰਕਾਰਾਂ ਜੀ, ਤੁਹਾਡਾ ਨਾਂ ਲਈ ਜਾਂਦੇ ਆ ਪ੍ਰਧਾਨ ਸਾਹਿਬ, ਤੁਹਾਡਾ ਨਾਂ ਲਈ ਜਾਂਦੇ ਆ। ਉਹ ਕਹਿੰਦੇ ਤਾਂ ਕੀ ਹੋਇਆ, ਜਿੱਦਾਂ ਬੰਦਾ ਕਹਿੰਦੇ ਸਿਆਸਤ ਦੇ ਵਿੱਚ ਉੱਚਾ ਚੜ੍ਹਦਾ ਨਾ, ਉਹਦੀ ਉਨੀ ਪੁੱਛਗਿੱਛ ਵੱਧਦੀ ਹੁੰਦੀ ਹੈ। ਉਹ ਕਹਿੰਦੇ ਜੀ ਮੈਂ ਤਾਂ ਸਰਕਾਰ ਨੂੰ ਕਹਿੰਦਾ ਕਿ ਜਦੋਂ ਤੁਹਾਨੂੰ ਲੱਗਦਾ, ਜਿੱਥੇ ਤੁਹਾਨੂੰ ਲੱਗਦਾ ਕੋਈ ਸਵਾਲ ਪੁੱਛਣਾ, ਕੋਈ ਪੁੱਛਗਿੱਛ ਕਰਨੀ ਆ, ਮੈਨੂੰ 1 ਅੱਧਾ ਦਿਨ ਪਹਿਲਾਂ ਦੱਸ ਦਿਓ, ਮੈਂ ਉੱਥੇ ਆਊਂਗਾ, ਕਿਉਂਕਿ ਜਦ ਮੈਂ ਕਹਿੰਦੇ ਗੜਬੜੀ ਕੀਤੀ ਹੋਈ ਕੋਈ ਨਹੀਂ ਤਾਂ ਮੈਂ ਜਾਂਚ ਤੋਂ ਕਿਉਂ ਭੱਜਾਂ, ਇਸ ਕਰਕੇ ਕਹਿੰਦੇ ਮੈਂ ਤਾਂ ਉੱਥੇ ਜਾਊਂਗਾ। ਚੰਗੀ ਗੱਲ ਹੈ, ਨਹੀਂ ਤਾਂ ਆਮ ਤੌਰ ਦੇ ਉੱਤੇ ਸਿਆਸਤਦਾਨ ਕਹਿੰਦੇ ਬਦਲਾਖੋਰੀ ਦੀ ਕਾਰਵਾਈ ਜੀ, ਇੱਦਾਂ ਕਿੱਦਾਂ ਜੀ, ਇਹਨਾਂ ਨੂੰ ਲੱਗਦਾ ਕਿ ਸਾਡੀ ਚੜ੍ਹਾਈ ਜਰਨੀ ਹੁੰਦੀ ਜੀ,
ਵਧੀਆ ਕੀਤਾ। ਰਾਜਾ ਵੜਿੰਗ ਹੋਰਾਂ ਨੇ ਕਹਿਤਾ ਕਿ ਮੈਨੂੰ ਸੱਦ ਲਿਓ, ਕਿਉਂਕਿ ਜੇ ਕੋਈ ਗੜਬੜੀ ਨਹੀਂ ਤਾਂ ਬੰਦੇ ਨੂੰ ਡਰ ਕਾਹਦਾ ਭਾਈ। ਨਹੀਂ, ਇਹ ਵਧੀਆ ਗੱਲ ਹੈ। ਦੇਖੋ ਕਾਰਨ ਇਹਦੇ ਨਾਲ ਦੋ ਗੱਲਾਂ ਤੇ ਸਾਫ਼ ਹੋ ਜਾਣੀਆਂ। ਇੱਕ ਤੇ ਲੋਕਾਂ ਦਾ ਇਹ ਵਹਿਮ ਨਿਕਲ ਜੂ ਵੀ ਇਸ ਤੋਂ ਪਹਿਲਾਂ ਹੋਇਆ ਕੁਛ ਨਹੀਂ ਜੀ। ਦੂਜੀ ਗੱਲ ਇਹ ਵੀ ਹੋਊਗੀ ਵੀ ਜੇ ਬਹੁਤੇ ਬੰਦੇ ਹੁੰਦੇ ਨਾ, ਅਗਲਾ ਕਹਿੰਦਾ ਮੈਂ ਨਹੀਂ ਸ਼ਾਮਲ ਹੋਊਂਗਾ, ਮੈਂ ਸਹਿਯੋਗ ਨਹੀਂ ਕਰੂੰਗਾ, ਜੀ, ਤੇ ਇਹਦੇ ਨਾਲ ਇੱਕ ਉਦਾਹਰਨ ਸੈੱਟ ਹੋ ਜਾਊਗੀ। ਕੱਲ ਨੂੰ ਲੋਕ ਉਸ ਚੀਜ਼ 'ਚ ਸਵਾਲ ਕਰਨ ਲੱਗ ਜਾਂਦੇ, ਯਾਰ ਜੇ ਫਲਾਨਾ ਲੀਡਰ ਆ ਗਿਆ ਆਪਣੀ ਗੱਲ ਰੱਖ ਸਕਦਾ, ਤੁਹਾਨੂੰ ਕੀ ਪ੍ਰੋਬਲਮ? ਜੀ, ਉਹਦੇ ਨਾਲ ਕਈ ਮਸਲੇ ਹੱਲ ਹੋ ਜਾਂਦੇ। ਹੁਣ ਇੱਕ ਇਹ ਵੀ ਚਰਚਾ ਜੀ ਚੱਲਦੀ ਹੈ ਨਾ ਵੀ ਸਰਕਾਰ ਜਿਹੜੀ ਆ ਉਹ ਰਿਵਿਊ ਕਰਨਾ ਚਾਹੁੰਦੀ ਵੀ ਮਾਰਾ ਗੱਡੀਆਂ ਚੱਲਦੀਆਂ ਨੇ ਸਰਕਾਰੀ ਜੀ, ਸਿਲੰਸਰ ਧੂੰਆਂ ਵੀ ਮਾਰਦਾ ਏ, ਪਰ ਧੂੰਆਂ ਮਾਰਨ ਦੇ ਲਈ ਜਿਹੜਾ ਉਹਦੇ 'ਚ ਤੇਲ ਪਾਇਆ ਜਾਂਦਾ ਉਹ 'ਤੇ ਖਰਚਾ ਆਉਂਦਾ ਵੀਰ ਜੀ। ਉਹਦਾ ਵੀ ਕਹਿੰਦੇ ਹਿਸਾਬ ਸੂਬ ਕਰਨਾ ਪੈਣਾ ਵੀ ਪਤਾ ਤੇ ਲੱਗੇ ਵੀ ਗੱਡੀ ਕਿੱਥੋਂ ਚੱਲੀ, ਕਿੰਨੀ ਚੱਲੀ, ਕਿੰਨਾ ਤੇਲ ਪਾਇਆ, ਕੀ ਉਹਦੀ ਟੁੱਟ ਭੱਜ ਹੋਈ, ਉਹਦੀ ਰਿਪੇਅਰ ਕਿੱਥੋਂ ਕਰਾਈ, ਉਹ ਸਾਰੇ ਖਰਚੇ ਕਹਿੰਦੇ ਰਿਵਿਊ ਕਰਨੇ ਪੈਣੇ। ਸੰਧਾਲੀਆ ਸਾਹਿਬ, ਜਦੋਂ ਲੀਡਰ ਨੂੰ ਸੁਰੱਖਿਆ ਮਿਲਦੀ ਹੈ, ਲੀਡਰ ਨੂੰ ਸਰਕਾਰੀ ਕਾਰ ਮਿਲਦੀ ਹੈ, ਡਰਾਈਵਰ ਨਾਲ ਮਿਲਦਾ, ਸੁਰੱਖਿਆ ਕਰਮੀਆਂ ਨੂੰ ਸਰਕਾਰੀ ਕਾਰਾਂ ਮਿਲਦੀਆਂ, ਉਹ ਕਾਰ ਜਦੋਂ ਚੱਲਦੀ ਹੈ, ਜਿੱਥੋਂ ਤੇਲ ਪਵਾਉਂਦੇ ਆ ਉਹਦੇ ਵਿੱਚੋਂ ਬਿੱਲ ਨਿਕਲਦਾ, ਬਿੱਲ ਜਾ ਕੇ ਕਲੇਮ ਕਰਦੇ ਆ, ਫਿਰ ਪੈਸੇ ਉਹਨਾਂ ਨੂੰ ਮਿਲਦੇ ਆ। ਜਿੱਥੋਂ ਜਾ ਕੇ ਮੁਰੰਮਤ ਕਰਾਉਂਦੇ, ਕਲੱਚ ਪਲੇਟਾਂ ਸੜ ਗਈਆਂ, ਕੋਈ ਗੇਅਰ ਸੈੱਟ ਕਰਾਉਣਾ, ਕੋਈ ਪੈਂਚਰ ਲਵਾਉਣਾ, ਉਹ ਸਾਰੇ ਦਾ ਸਾਰਾ ਬਿੱਲ ਬਣਦਾ ਤੇ ਉੱਥੇ ਜਾਂਦਾ। ਹੁਣ ਜਦੋਂ ਉਹਨਾਂ ਨੇ ਭਰਨੀ ਹੁੰਦੀ ਇੱਕ ਸ਼ੀਟ ਜੀ, ਅਸੀਂ ਇੱਥੋਂ ਇੱਥੇ ਤੱਕ ਗਏ, ਉਹ ਕਹਿੰਦੇ ਜੀ ਹੁਣ ਮਿਲਾਵਾਂਗੇ ਕਿ ਕਾਰ ਚੱਲੀ ਕਿੰਨੀ ਹੈ, ਐਵਰੇਜ ਕੀ ਸੀ, ਤੇਲ ਕਿੰਨਾ ਲੱਗਾ, ਸੱਚੀ ਉੱਥੇ ਗਏ ਵੀ ਹੈ। ਜਾਣੀ ਕਿ ਜਿਹੜੇ ਸੁਰੱਖਿਆ ਕਰਮਚਾਰੀਆਂ ਨੂੰ ਵਹੀਕਲ ਮਿਲੇ ਆ, ਉਹਨਾਂ ਦਾ ਜਿਹੜਾ ਤੇਲ ਖਰਚਾ ਪਿਛਲੇ 5 ਸਾਲ ਦਾ, ਉਹਦੀ ਜਾਂਚ ਪੜਤਾਲ ਸਰਕਾਰ ਕਰਾਉਣ ਨੂੰ ਫਿਰਦੀ ਹੈ। ਤੇ ਇਹ ਵੀ ਪਤਾ ਲੱਗਾ ਕਿ ਕਈ ਕਹਿੰਦੇ ਜੀ ਚਲੋ ਠੀਕ ਆ, ਅਸੀਂ ਕਿਹੜ ਵਿੱਚੋਂ ਕੁਛ ਇੱਧਰ ਉੱਧਰ ਗੜਬੜੀ ਨਹੀਂ ਕੀਤੀ, ਜਿੰਨੀ ਮਰਜ਼ੀ ਜਾਂਚ ਕਰਾਓ। ਕਈਆਂ ਨੂੰ ਕਹਿੰਦੇ ਥੋੜੀਆਂ ਭਾਜੜਾਂ ਜੀਆਂ, ਉਹੀ ਜਿੱਦਾਂ ਨਕਸੀਰ ਫੁੱਟੀ ਨਹੀਂ ਹੁੰਦੀ, ਫੀਲ ਹੁੰਦਾ ਯਾਰ ਨਕਸੀਰ ਤਾਂ ਨਹੀਂ ਫੁੱਟੀ। ਦੇਖੋ ਹੋ ਸਕਦਾ ਵੀ ਕਿਸੇ ਨੂੰ ਲੱਗਦਾ ਹੋਵੇ ਵੀ ਯਾਰ ਇਹ ਕਿਹੜੀ ਗੱਲਾਂ 'ਚੋਂ ਗੱਲ ਸੀਗੀ। ਦੇਖੋ ਇਹ ਜਿਹੜੀ ਗੱਲਾਂ 'ਚੋਂ ਗੱਲ ਨੂੰ ਆਪਾਂ ਇੱਕ ਉਦਾਹਰਨ ਦੇ ਦਿੰਦੇ ਹਾਂ ਵੀ ਜਦੋਂ ਵੀ ਬੰਦੇ ਨੂੰ ਇਹ ਸਾਰੀਆਂ ਚੀਜ਼ਾਂ ਕਿਤੇ ਮਿਲਦੀਆਂ ਨੇ ਜੀ, ਉਦੋਂ ਫਿਰ ਬੰਦੇ ਨੂੰ ਲੱਗਦਾ ਵੀ ਹੁਣ ਇਸ ਸਹੂਲਤ ਦਾ ਕੋਈ ਨਾ ਕੋਈ ਫਾਇਦਾ ਚੱਕ ਲਈ। ਹੁਣ ਜਿੱਦਾਂ ਆਪਾਂ ਕਈ ਸਮੇਂ 'ਚ ਦੇਖਿਆ ਵੀ ਯਾਰ ਉਹ ਬੰਦਾ ਸੋਚਦਾ ਵੀ ਯਾਰ ਆ ਗੱਡੀ ਇੰਨੇ ਤੋਂ ਇੰਨੇ ਲਗਾਤਾਰ ਵੀ ਚੱਲਦੀ ਰਹੇ ਜੀ ਤਾਂ ਵੀ ਇਹ ਇੰਨਾ ਤੇਲ ਨਹੀਂ ਖਾ ਸਕਦੀ, ਪਰ ਕਾਗਜ਼ ਪੱਤਰ ਕਹਿੰਦੇ ਨਹੀਂ ਮਹਾਰਾਜ ਇਹ ਤੋਂ ਤੇ ਜ਼ਿਆਦਾ ਖਾ ਗਈ ਉਹ ਤੇ। ਹੁਣ ਪਤਾ ਨਹੀਂ ਵੀ ਉਸ ਗੱਡੀ ਨੂੰ ਅਗਲਾ ਨਵਾਉਂਦਾ ਰਿਹਾ ਹੁੰਦਾ ਤੇਲ ਦੇ ਨਾਲ ਵੀ ਕੀ ਹਿਸਾਬ ਤਾਂ ਹੁੰਦਾ। ਹੁਣ ਚੱਕਰ ਆ ਵੀ ਇੱਕ ਅੱਧੀ ਚੀਜ਼ ਦਾ ਹੋਵੇ ਤੇ ਫਿਰ ਤੇ ਕੋਈ ਰੌਲਾ ਨਹੀਂ ਜੀ, ਪਰ ਕਾਰਨ ਹੈ ਵੀ ਪੰਜਾਬ ਕਿੱਡਾ ਵੱਡਾ, ਪੰਜਾਬ ਦੇ ਵਿੱਚ ਕਿੰਨਾ ਸਰਕਾਰੀ ਕਹਿ ਲਓ ਕਿ ਵੀ ਗੱਡਖਾਨਾ, ਤੇ ਜੋ ਸਰਕਾਰੀ ਗੱਡਖਾਨੇ ਦੇ ਵਿੱਚੋਂ 50% ਦੇ ਵਿੱਚ ਵੀ 50% ਵੀ ਕੁਛ ਨਾ ਕੁਛ ਹੁੰਦਾ ਰਵੇ। ਤੇ ਤੁਸੀਂ ਆਪ ਅੰਦਾਜ਼ਾ ਲਾਓ ਵੀ ਜਿਹੜਾ ਉਹ ਖਜ਼ਾਨੇ ਵਾਲਾ ਪੀਪਾ ਉਹ 'ਚ ਵੱਡਾ ਸਾਰਾ ਮਘੋਰਾ ਹੋਣਾ, ਮੋਰੀ ਨਹੀਂ ਹੋਣੀ। ਨਾਲ ਇਹ ਵੀ ਪਤਾ ਲੱਗ ਜੂਗਾ ਸੰਧਾਲੀਆ ਸਾਹਿਬ ਬਹਾਨੇ ਜਾਂ ਨਾ ਕਿ ਸਰਕਾਰੀ ਕੰਮਾਂ ਦੇ ਲਈ ਕਿੰਨੀ ਕੁ ਵਰਤੀ ਗਈ ਹੈ ਗੱਡੀ, ਵੈਸੇ ਹੀ ਸਿਆਸੀ ਕੰਮਾਂ ਦੇ ਲਈ ਕਿੰਨੀ ਵਰਤੀ ਗਈ ਹੈ, ਤੇ ਲੀਡਰ ਸਾਹਿਬ ਦੇ ਲਈ ਗੋਭੀ ਖਰੀਦਣ ਦੇ ਲਈ, ਟੱਬਰ ਦੇ ਨਿਆਣੇ ਸਕੂਲੇ ਛੱਡਣ ਦੇ ਲਈ ਕਿੰਨੇ ਖਰਚ ਹੋ ਸਕਦਾ। ਇੱਕ ਚੀਜ਼ ਨੂੰ ਹੱਥ ਪਾਓ, ਕਈ ਵਾਰੀ ਸਟੋਰ 'ਚ ਸਮਾਨ ਪਿਆ ਹੁੰਦਾ ਨਾ, ਬੰਦਾ ਰੰਬਾ ਲੱਭਣ ਜਾਂਦਾ, ਉੱਥੋਂ ਕਈ ਲੱਭ ਜਾਂਦੀ ਹੈ, ਬੈਹਾਂ ਲੱਭ ਜਾਂਦਾ, ਦਾਤਰ ਲੱਭ ਜਾਂਦਾ, ਪੁਰਾਣੀਆਂ ਚੀਜ਼ਾਂ ਕਿ ਪੱਖੀ ਲੱਭ ਜਾਂਦੀ ਯਾਰ, ਆਹ ਪਿਛਲੇ ਸਾਲ ਦੀ ਇੱਥੇ ਬਈ ਲੱਭਦੇ ਰਹੇ। ਇੱਕ ਵਾਰੀ ਮੜ 'ਚ ਹੱਥ ਪਾਇਆ, ਕਈ ਕੁਛ ਲੱਭਣਾ ਸਟੋਰ 'ਚੋਂ। ਨਹੀਂ ਪਰ ਨਾਲ ਇਹ ਜ਼ਰੂਰ ਖਿਆਲ ਰੱਖਿਆ ਜਿਹੜਾ ਪੁਰਾਣਾ ਸਟੋਰ ਇਦਾਂ ਪਿਆ ਨਾ ਉਹਦੇ ਕੋਲੇ ਭੂੰਡ ਲੱਗੇ ਐਵੇਂ ਕਿਤੇ ਹੱਥ ਪਾਇਆ ਸਜਾ ਨਾ ਲੈਣਾ, ਵੀ ਗੱਲ ਜ਼ਰੂਰੀ ਹੈ ਜੀ। ਚੱਲੀਏ ਹੁਣ ਆਪਾਂ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।